ਰੂਰਲ ਏਰੀਏ ਦੀ, ਪੇਂਡੂ ਏਰੀਏ ਦੀ ਰਿਪੋਰਟ ਸੀਗੀ ਉਹ, ਕਿ ਉੱਥੇ 63% ਜਿਹੜੀਆਂ ਔਰਤਾਂ ਨੇ ਤੇ 25% ਮਰਦ ਨੇ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ। ਮੇਰੇ ਕੋਲ ਇੱਕ ਬੰਦਾ ਆ ਗਿਆ, ਕਹਿੰਦਾ ਜੀ ਮੇਰੇ ਗੋਡੇ ਬਹੁਤ ਦੁਖਦੇ ਨੇ। ਮੈਂ ਕਿਹਾ ਮੂੰਹ ਵੀ ਦੁਖ ਰਿਹਾ? ਕਹਿੰਦਾ ਨਹੀਂ। ਮੈਂ ਫਿਰ ਮੂੰਹ ਸਿੱਧਾ ਕਰ ਪਹਿਲੇ। ਡਿਪਰੈਸ਼ਨ, ਐਨਜ਼ਾਈਟੀ, ਇਹ ਹੈ ਕੀ ਚੀਜ਼ਾਂ ਨੇ? ਤੁਹਾਨੂੰ ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਜੁਆਇੰਟ ਪੇਨਸ ਨੇ, ਹਾਰਟ ਡਿਜ਼ੀਜ਼ ਹੈ, ਕੈਂਸਰ ਹੈ, ਐਲਰਜੀ ਹੈ। ਐਂਗਜ਼ਾਇਟੀ, ਡਿਪਰੈਸ਼ਨ ਵੀ ਉਸੇ ਕੈਟੇਗਰੀ 'ਚ ਆਉਂਦੇ ਨੇ। ਜਿਹੜਾ ਤੁਹਾਡਾ ਕਿੱਤਾ ਹੈ ਉਹਦਾ ਇੱਕ ਛੋਟਾ ਜਿਹਾ ਹਿੱਸਾ ਹੈ। ਬਿਲਕੁਲ। ਹੁਣ ਆਮ ਕੀ ਹੁੰਦਾ ਕਿ ਤੁਸੀਂ ਕਿੱਤੇ ਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਦੇ ਦਿੰਦੇ ਹੋ ਵੀ ਤੁਸੀਂ ਲਾਈਫ ਜੀਣਾ ਹੀ ਭੁੱਲ ਜਾਂਦੇ। ਸੌਣ ਲੱਗੇ ਕੋਈ ਦਫ਼ਤਰ ਦਾ ਕੰਮ ਕੀਤਾ ਤੇ ਦਫ਼ਤਰ ਤੇਰੇ ਨਾਲ ਹੀ ਸੌਂਗਾ। ਤੁਸੀਂ ਹਰ ਸਿਚੁਏਸ਼ਨ ਨੂੰ ਨੈਗੇਟਿਵਲੀ ਥਿੰਕ ਕਰਦੇ ਹੋ, ਐਕਸੈਸਿਵਲੀ ਥਿੰਕ ਕਰਦੇ ਹੋ। ਉਹ ਵੀ ਗੱਲਾਂ ਸੋਚ ਲੈਂਦੇ ਹੋ ਜਿਹੜੀਆਂ ਕਦੀ ਹੋ ਹੀ ਨਹੀਂ ਸਕਦੀਆਂ। ਤੁਹਾਨੂੰ ਇਹ ਲੱਗਦਾ ਵੀ ਯਾਰ ਆਈ ਐਮ ਨੋਟ ਬਰਥ। ਅਤੇ ਜੇ ਬਹੁਤ ਐਕਸਟ੍ਰੀਮ ਪਹੁੰਚ ਜਾਵੇ ਫਿਰ ਕਹਿੰਦਾ ਯਾਰ ਵੀ ਜ਼ਿੰਦਗੀ 'ਚ ਮੈਂ ਮਿਸਫਿਟ ਹਾਂ, ਮੈਂ ਮਰ ਹੀ ਜਾਵਾਂ। ਜਦ ਤੱਕ ਤੁਸੀਂ ਆਪ ਨਹੀਂ ਕਹੋਗੇ ਵੀ ਮੈਂ ਇਸ ਤੋਂ ਬਾਹਰ ਆਉਣਾ ਚਾਹੁੰਦਾ, ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦਾ। ਸਿਰਫ ਖਾਣਾ ਪੀਣਾ ਮਾਇਨੇ ਰੱਖਦਾ, ਜਾਂ ਅਸੀਂ ਕਿੰਨੇ ਵਜੇ ਉੱਠਦੇ ਹਾਂ, ਕਿੰਨੇ ਵਜੇ ਸੌਂਦੇ ਹਾਂ, ਦਿਨ 'ਚ ਕੀ ਐਕਟੀਵਿਟੀਜ਼ ਕਰਦੇ ਹਾਂ, ਉਹ ਸਾਰੀਆਂ ਚੀਜ਼ਾਂ ਹੀ ਆ ਜਾਂਦੀਆਂ ਨੇ। ਇੱਕ ਸਟੱਡੀ ਹੋਈ ਹੈ ਵੀ ਤੁਹਾਨੂੰ ਜਿੰਨੀ ਮਰਜ਼ੀ ਡਿਪਰੈਸ਼ਨ ਹੋਵੇ, ਜੇ ਤੁਸੀਂ ਰੋਜ਼ 20 ਤੋਂ 30 ਮਿੰਟ ਰੈਗੂਲਰ ਸੈਰ ਕਰਦੇ ਹੋ, 2 ਹਫ਼ਤੇ ਦੇ ਵਿੱਚ ਤੁਹਾਡੀ ਡਿਪਰੈਸ਼ਨ ਸਿਗਨੀਫਿਕੈਂਟਲੀ ਘੱਟ ਜਾਏਗੀ। ਜੰਕ ਫੂਡ ਕੀ ਹੁੰਦਾ? ਮੈਦਾ, ਬਿਸਕੁਟ, ਰਸ, ਚਾਹ, ਚੀਨੀ, ਹੈ ਨਾ, ਨਮਕੀਨ, ਉਹ ਸਾਰੇ ਤੁਹਾਡੇ ਅੰਦਰ ਜਾ ਕੇ ਬਾਡੀ ਦੇ ਉੱਪਰ ਬਰਡਨ ਕਰਨਗੇ। ਅਤੇ ਜਿੰਨੀ ਤੁਹਾਡੀ ਆਂਤੜੀਆਂ ਦੀ ਹੈਲਥ ਵਧੀਆ ਹੋਏਗੀ, ਉਹਨਾਂ ਤੁਹਾਡਾ ਮਨ ਵੀ ਵਧੀਆ ਹੋਏਗਾ। ਆਪਾਂ ਤੁਸੀਂ ਦੇਖੋ ਪੁਰਾਣੇ ਟਾਈਮ 'ਚ ਕਹਿੰਦੇ ਸੀ ਵੀ ਰਾਤ ਦੀ ਰੋਟੀ ਬਾਹਰ ਰੱਖ ਦਿਓ, ਸਵੇਰੇ ਬਿਨਾਂ ਗਰਮ ਕੀਤੇ ਖਾਓ। ਜੇ ਤੁਹਾਨੂੰ ਕੋਈ ਇਹੋ ਜਿਹਾ ਦੋਸਤ ਲੱਭੇ ਜਿਹਨੂੰ ਤੁਸੀਂ ਟਰਸਟ ਕਰ ਸਕੋ, ਜਿਹੜਾ ਤੁਹਾਡੇ ਤੋਂ ਜੈਲਸ ਨਾ ਹੋਵੇ, ਉਹਨੂੰ ਆਪਣੇ ਰਿਸ਼ਤੇਦਾਰ ਹੀ ਬਣਾ ਲਓ, ਉਹਨੂੰ ਗ੍ਰੈਬ ਕਰ ਲਓ, ਉਹਨੂੰ ਜਾਣ ਨਾ ਦਿਓ। ਇਹੋ ਜਿਹੇ ਬੰਦੇ ਬਹੁਤ ਘੱਟ ਮਿਲਦੇ ਅੱਜ ਕੱਲ੍ਹ। ਸਟੱਡੀ ਹੈ ਵੀ ਜਿਹੜੇ ਪੇਰੈਂਟਸ ਬੱਚਿਆਂ ਨਾਲ ਰੋਜ਼ ਇੱਕ ਵਾਰੀ ਬਹਿ ਕੇ ਖਾਣਾ ਖਾਂਦੇ ਨੇ, ਉਹਨਾਂ ਦੇ ਬੱਚੇ ਕਦੀ ਵੀ ਨਸ਼ਿਆਂ 'ਚ ਨਹੀਂ ਪੈਂਦੇ। ਇਹ ਪੋਸੀਬਲ ਹੈਗਾ ਕਿ ਬਹੁਤ ਛੋਟੀ ਉਮਰ ਦੇ ਵਿੱਚ ਬੱਚੇ ਨੂੰ ਡਿਪਰੈਸ਼ਨ ਜਾਂ ਤਣਾਅ ਜਾਂ ਘਬਰਾਹਟ ਕੁਝ ਵੀ ਹੋ ਸਕਦਾ ਇੱਦਾਂ? ਜੰਮਦੇ ਸਾਰ ਬੱਚੇ ਨੂੰ ਗੋਦੀ ਚੁੱਕਣਾ, ਉਹਦੀ ਕੇਅਰ ਕਰਨੀ, ਉਹ ਹੈਲਪ ਕਰਨੀ ਚਾਹੀਦੀ ਹੈ। ਐਂਡ ਇਟ ਇਜ਼ ਗੁੱਡ ਫॉर द ਮੈਂਟਲ ਹੈਲਥ ਆਫ ਫਾਦਰ, ਮਦਰ ਐਂਡ ਦ ਨਿਊ ਕਮਰ। ਉਹ ਬੱਚਾ ਸਿਰਫ ਔਰਤ ਦਾ ਨਹੀਂ ਹੋਇਆ, ਔਰਤ ਦਾ ਤਾਂ ਸਰੀਰ ਯੂਜ਼ ਹੋਇਆ, ਬੱਚਾ ਤਾਂ ਬਰਾਬਰ ਦਾ ਬੰਦੇ ਦਾ ਵੀ ਹੈ। ਤੁਹਾਨੂੰ ਜਦੋਂ ਵੀ ਤੇਜ਼ ਹਵਾ ਚੱਲੇ, ਮਿਨੀਮਮ ਕਲੋਜ਼ ਦੇ ਵਿੱਚ ਹਵਾ 'ਚ ਬਹਿਣਾ ਚਾਹੀਦਾ। ਉਹ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ, ਨੈਗੇਟਿਵਿਟੀਜ਼ ਨੂੰ ਕਿਉਰ ਕਰ ਦਿੰਦੀ ਹੈ। ਨਸੀਹਤਾਂ ਨਾ ਦਿਓ, ਕਿਉਂਕਿ ਡਿਪਰੈਸ਼ਨ 'ਚ ਨਸੀਹਤ ਨਹੀਂ ਚੱਲਦੀ। ਡਿਪਰੈਸ਼ਨ 'ਚ ਹੁੰਦੀ ਹੈ ਵੀ ਉਹਨੂੰ ਹੱਕ ਕਰੋ ਅਤੇ ਉਹਦੇ ਕੋਲ ਬੈਠੋ। ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਵੀ ਇਹ ਹੋਣਾ ਚਾਹੀਦਾ। ਐਕਚੁਅਲੀ ਲਾਈਫ ਜੀਣ ਦਾ ਢੰਗ ਹੈ ਵੀ ਜੋ ਹੈ ਪਰਮਾਤਮਾ, ਮੈਂ ਇਹਦੇ ਨਾਲ ਕੰਫਰਟੇਬਲ ਹਾਂ। ਇਹ ਕਿਹਾ ਜਾਂਦਾ ਵੀ ਜੇ ਤੁਹਾਨੂੰ ਕੈਂਸਰ ਹੈ ਸਰੀਰ 'ਚ ਅਤੇ ਤੁਹਾਡੇ ਨੈਗੇਟਿਵ ਵਿਚਾਰ ਨੇ, ਕੈਂਸਰ ਨੂੰ ਹਾਲੇ ਰਹਿਣ ਦਿਓ, ਪਹਿਲੇ ਨੈਗੇਟਿਵ ਵਿਚਾਰ ਠੀਕ ਕਰੋ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਗਰੇਵਾਲ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ। ਅੱਜ ਦੀ ਖਾਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਹੋਣਗੇ ਡਾਕਟਰ ਅਮਰਵੀਰ ਸਿੰਘ। ਇਹਨਾਂ ਨੂੰ ਤੁਸੀਂ ਮੁਹੱਬਤਨਾਮਾ ਐਪੀਸੋਡ ਦੇ ਵਿੱਚ ਵੇਖ ਚੁੱਕੇ ਹੋ, ਅਤੇ ਅੱਜ ਇਸ ਇੰਟਰਵਿਊ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਦਾ ਵਿਸ਼ਾ ਥੋੜ੍ਹਾ ਅਲੱਗ ਰਹੇਗਾ। ਥੋੜ੍ਹੇ ਟਾਈਮ ਪਹਿਲਾਂ ਇੱਕ ਸਾਈਕੋਲੋਜਿਸਟ ਨੂੰ ਮੈਂ ਮਿਲੀ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਡੀ ਕੰਟਰੀ ਦੀ ਪੂਰੀ ਆਬਾਦੀ ਦਾ 33% ਆਈਡੀਆ ਸੀਗਾ ਉਹਨਾਂ ਦਾ ਕਿ ਇੱਕ ਰਿਪੋਰਟ ਕਹਿੰਦੀ ਹੈ ਕਿ ਇੰਡੀਆ ਦੀ ਕੁੱਲ ਆਬਾਦੀ ਦਾ 33% ਜਿਹੜਾ ਹਿੱਸਾ ਪਾਪੂਲੇਸ਼ਨ ਦਾ ਉਹ ਐਨਜ਼ਾਈਟੀ ਤੋਂ ਸਫਰ ਕਰ ਰਿਹਾ। ਬਹੁਤ ਵਾਰ ਆਪਾਂ ਕਹਿੰਦੇ ਹਾਂ ਕਿ ਮੈਨੂੰ ਘਬਰਾਹਟ ਮਹਿਸੂਸ ਹੋ ਰਹੀ ਹੈ, ਮੈਂ ਹਮੇਸ਼ਾ ਤਣਾਅ ਦੇ ਵਿੱਚ ਰਹਿੰਦਾ ਹਾਂ, ਤਾਂ ਉਹ ਅਸਲ 'ਚ ਹੁੰਦਾ ਕੀ ਆ, ਕਿੰਨਾ ਕਾਰਨਾਂ ਕਰਕੇ ਹੁੰਦਾ, ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕਰਕੇ ਅਸੀਂ ਡਿਪਰੈਸ਼ਨ ਤੋਂ, ਐਨਜ਼ਾਈਟੀ ਤੋਂ ਬਾਹਰ ਆ ਸਕਦੇ ਹਾਂ ਜਾਂ ਉਹਨਾਂ 'ਤੇ ਅਸੀਂ ਕਾਬੂ ਪਾ ਸਕਦੇ ਹਾਂ।
ਸਾਡੇ ਖਾਣ ਪੀਣ ਦਾ, ਸਾਡੇ ਲਾਈਫ ਸਟਾਈਲ ਦਾ ਕਿੰਨਾ ਕੁ ਯੋਗਦਾਨ ਹੁੰਦਾ ਕਿ ਸਾਨੂੰ ਤਣਾਅ ਵੱਲ ਧੱਕਣ ਦਾ ਜਾਂ ਫਿਰ ਐਂਗਜ਼ਾਇਟੀ ਵੱਲ ਧੱਕਣ ਦਾ। ਉਹ ਸਾਰੀਆਂ ਗੱਲਾਂ ਬਾਤਾਂ 'ਤੇ ਅੱਜ ਅਸੀਂ ਉਹਨਾਂ ਦੇ ਨਾਲ ਚਰਚਾ ਕਰਾਂਗੇ। ਉਮੀਦ ਹੈ ਕਿ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਬਿਹਤਰ ਪਰੋਸ ਸਕਾਂਗੇ। ਡਾਕਟਰ ਅਮਰਵੀਰ ਸਿੰਘ ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਜੀ, ਸਤਿ ਸ਼੍ਰੀ ਅਕਾਲ। ਇੱਕ ਵਾਰ ਫਿਰ ਤੋਂ ਵੀ ਸੋਸ਼ਲ 'ਤੇ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਮਿਹਰਬਾਨੀ। ਅਸੀਂ ਜਦੋਂ ਤੁਹਾਡੇ ਘਰ ਪਹੁੰਚੇ ਤੇ ਮੈਮ ਉਹਨਾਂ ਦੀ ਕਾਲ ਆਈ ਕਿ ਮੈਂ 2 ਮਿੰਟ ਦੀ ਦੂਰੀ 'ਤੇ ਹਾਂ, ਅਤੇ ਮੈਂ ਉਹਨਾਂ ਨੂੰ ਆਇਆਂ ਨੂੰ ਪੁੱਛਿਆ, ਮੈਂ ਕਿਹਾ ਵੀ ਅਸੀਂ ਡੋਰ ਬੈਲ ਲੱਭ ਰਹੇ ਸੀਗੇ ਵੀ ਸਾਨੂੰ ਬੈਲ ਨਹੀਂ ਲੱਭੀ ਤੁਹਾਡੇ ਮੇਨ ਗੇਟ 'ਤੇ। ਉਹ ਕਹਿੰਦੇ ਇਸ ਘਰ 'ਚ ਜਿੰਦਾ ਤੇ ਬੈਲ ਨਹੀਂ ਹੈਗੀ। ਇਹ ਕਿਉਂ? ਪਤਾ ਨਹੀਂ ਕਿ ਸਾਨੂੰ ਕਦੀ ਇਨਸਿਕਿਉਰਿਟੀ ਮਹਿਸੂਸ ਨਹੀਂ ਹੋਈ। ਤੇ ਸਾਡੇ ਬਹੁਤ ਸਾਰੇ ਦੋਸਤ ਨੇ ਜਿਹੜੇ ਪੁਲਿਸ 'ਚ ਨੇ, ਉਹ ਕਹਿੰਦੇ ਯਾਰ ਤੇਰੇ ਕੋਈ ਗ੍ਰਿਲ ਵੀ ਨਹੀਂ ਲੱਗੀ ਘਰ 'ਚ। ਮੈਂ ਕਿਹਾ ਐਕਚੁਅਲੀ ਤੁਸੀਂ ਉਹੀ ਅਟਰੈਕਟ ਕਰਦੇ ਹੋ, ਜੇ ਤੁਹਾਡੇ ਮਨ 'ਚ ਡਰ ਹੈ ਤੇ ਤੁਸੀਂ ਉਹ ਸਰਕਮਸਟੈਂਸਿਸ ਅਟਰੈਕਟ ਕਰੋਗੇ ਜਿਹੜਾ ਤੁਹਾਡਾ ਡਰ ਵਧਾਉਣ। ਸਾਨੂੰ ਕਦੀ ਇਨਸਿਕਿਉਰਿਟੀ ਮਹਿਸੂਸ ਹੀ ਨਹੀਂ ਹੋਈ, ਇਸ ਕਰਕੇ ਕਦੀ ਮਨ 'ਚ ਖਿਆਲ ਵੀ ਨਹੀਂ ਆਇਆ ਵੀ ਕੋਈ ਗ੍ਰਿਲ ਲਗਾਈਏ ਜਾਂ ਕੋਈ ਲੌਕ ਲਗਾਈਏ। ਅਸੀਂ ਅੰਦਰੋਂ ਲੌਕ ਕਰਕੇ ਦੂਜੇ ਪਾਸੋਂ ਨਿਕਲ ਜਾਂਦੇ ਹਾਂ, ਪਰ ਮੇਨ ਡੋਰ 'ਤੇ ਕੋਈ ਲੌਕ ਨਹੀਂ ਹੈਗਾ। ਅੱਛਾ ਜੀ। ਅਤੇ ਬੈਲ ਸਾਡੇ ਕੋਲ ਖਾਸ ਬੰਦੇ ਹੀ ਆਉਂਦੇ ਨੇ, ਉਹ ਸਾਰੇ ਦੱਸ ਕੇ ਆਉਂਦੇ ਨੇ ਵੀ ਅਸੀਂ ਆ ਰਹੇ ਹਾਂ। ਉਹਨਾਂ ਨੂੰ ਬੈਲ ਦੀ ਜ਼ਰੂਰਤ ਨਹੀਂ ਹੁੰਦੀ। ਤੁਹਾਡੇ ਨਾਲ ਜਿਹੜਾ ਮੁਹੱਬਤਨਾਮਾ ਐਪੀਸੋਡ ਹੋਇਆ ਸੀ, ਉਸ ਐਪੀਸੋਡ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸੀਗੀਆਂ ਜਿਨ੍ਹਾਂ 'ਤੇ ਆਪਾਂ ਗੱਲ ਦੁਬਾਰਾ ਕਰ ਸਕਦੇ ਹਾਂ, ਪਰ ਇੱਕ ਗੱਲ ਮੈਨੂੰ ਬੜੀ ਖਾਸ ਲੱਗੀ ਜਿਹੜੀ ਕਿ ਅੱਜ ਦੀ ਇਸ ਇੰਟਰਵਿਊ ਦੇ ਲਈ ਵੀ ਢੁਕਵੀਂ ਆ। ਉਹਦੇ ਵਿੱਚ ਤੁਸੀਂ ਇੱਕ ਗੱਲ ਕਹੀ ਕਿ ਮੈਂ ਹੌਸਪੀਟਲ ਨੂੰ ਘਰ ਨਹੀਂ ਲੈ ਕੇ ਆਉਂਦਾ। ਇਹ ਕਿਉਂ ਜ਼ਰੂਰੀ ਹੈ? ਐਕਚੁਅਲੀ ਸਾਨੂੰ ਸਮਝਣਾ ਪਏਗਾ ਵੀ ਲਾਈਫ ਕਾਫੀ ਵਾਸਟ ਹੈ ਅਤੇ ਗ੍ਰੈਂਡ ਹੈ। ਜਿਹੜਾ ਤੁਹਾਡਾ ਕਿੱਤਾ ਹੈ ਉਹਦਾ ਇੱਕ ਛੋਟਾ ਜਿਹਾ ਹਿੱਸਾ ਹੈ। ਹੁਣ ਆਮ ਕੀ ਹੁੰਦਾ ਕਿ ਤੁਸੀਂ ਕਿੱਤੇ ਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਦੇ ਦਿੰਦੇ ਹੋ ਵੀ ਤੁਸੀਂ ਲਾਈਫ ਜੀਣਾ ਹੀ ਭੁੱਲ ਜਾਂਦੇ ਹੋ। ਇਹੀ ਸਾਡੀ ਜ਼ਿੰਦਗੀ ਅਸੀਂ ਕਹਿ ਦਿੰਦੇ ਹਾਂ। ਤਾਂ ਮੈਂ ਬਹੁਤ ਦੇਰ ਪਹਿਲੇ ਇਹ ਫੈਸਲਾ ਕਰ ਲਿਆ ਸੀ ਕਿ ਹੌਸਪੀਟਲ ਸਿਰਫ ਕਿਉਂਕਿ ਮੈਨੂੰ ਰਿਕੁਆਇਰਡ ਹੈ, ਯੂ ਨੀਡ ਮਨੀ ਟੂ ਰਨ ਦਿਸ ਲਾਈਫ ਸ਼ੋ, ਉਹਨੂੰ ਉੱਥੇ ਤੱਕ ਹੀ ਸੀਮਿਤ ਰੱਖਣਾ। ਅਤੇ ਮੈਂ ਕਾਫੀ ਦੇਰ ਤੋਂ ਆਈ ਜਸਟ ਵਰਕ ਫॉर 8 ਆਵਰਸ। 10 ਵਜੇ ਜਾਂਦਾ, 5 ਵਜੇ ਆ ਜਾਂਦਾ। ਸੰਡੇ ਆਈ ਨੈਵਰ ਗੋ। ਅਤੇ ਦੂਜਾ ਮੈਂ ਆਪਣਾ ਮਾਈਂਡ ਸੈਟ ਇੱਦਾਂ ਬਣਾ ਲਿਆ ਵੀ ਜੇ ਮੈਂ 5 ਵਜੇ ਆ ਗਿਆ, ਸਿਸਟਮ ਇੱਦਾਂ ਸੈੱਟ ਕਰ ਲਿਆ ਵੀ ਹੁਣ ਮੈਨੂੰ ਕੋਈ ਕਾਲ ਨਾ ਕਰੇ। ਅੱਛਾ। ਵੀ ਜੋ ਤੁਸੀਂ ਫੈਸਲੇ ਲੈਣੇ ਆ ਉਹ ਤੁਸੀਂ ਆਪਣੇ ਆਪ ਲਓ, ਜਿਹਨੂੰ ਭੇਜਣਾ ਹੈ ਭੇਜਣ ਦੀ ਲੋੜ ਹੈ, ਰੈਫਰ ਕਰਨ ਦੀ ਲੋੜ ਹੈ ਰੈਫਰ ਕਰੋ, ਕਿਸੇ ਹੋਰ ਡਾਕਟਰ ਨੂੰ ਬੁਲਾਉਣਾ ਬੁਲਾ ਲਓ, ਬਟ ਅਨਲੈਸ ਦੇਰ ਇਜ਼ ਡਾਇਰ ਐਮਰਜੈਂਸੀ ਡੋਂਟ ਕਾਲ ਮੀ। ਅਤੇ ਬਾਈ ਚਾਂਸ ਸਭ ਕੁਝ ਸਹੀ ਚੱਲ ਰਿਹਾ। ਅਤੇ ਉਸ ਚੀਜ਼ ਦਾ ਅਸਰ ਤੁਸੀਂ ਆਪਦੀ ਨਿੱਜੀ ਜ਼ਿੰਦਗੀ 'ਤੇ ਦੇਖਿਆ? ਬਹੁਤ ਵਧੀਆ, ਕਿਉਂਕਿ ਅਸੀਂ ਫੈਮਿਲੀ ਨੂੰ ਕੁਆਲਿਟੀ ਟਾਈਮ ਦੇ ਪਾਉਂਦੇ ਹਾਂ। ਮੈਨੂੰ ਸ਼ਾਮ ਬਹੁਤ ਚੰਗੀ ਲੱਗਦੀ ਸੀ ਸ਼ੁਰੂ ਤੋਂ ਹੀ। ਸ਼ਾਮ ਦੇ ਵਿੱਚ ਜਿਹੜਾ ਪਕਸ਼ੀਆਂ ਦਾ ਚਹਿਕਣਾ ਅਤੇ ਸੂਰਜ ਦਾ ਡੁੱਬਣਾ, ਸਨਸੈਟ ਦੇਖਣਾ, ਅਤੇ ਅਸੀਂ ਰੋਜ਼ ਹੀ ਸ਼ਾਮ ਨੂੰ ਆਲਮੋਸਟ ਐਵਰੀ ਡੇ ਸਾਡੇ ਨੇੜੇ ਤੇੜੇ ਜਿੱਥੇ ਵੀ ਕੋਈ ਜੰਗਲ ਹੁੰਦਾ ਇੱਥੇ ਹੈਗੇ, ਜਿੱਥੇ ਮੋਰ ਹੁੰਦੇ ਨੇ, ਪੌਂਡਸ ਨੇ, ਉੱਥੇ ਸਨਸੈਟ ਬਹੁਤ ਸੋਹਣਾ ਨਜ਼ਰ ਆਉਂਦਾ। ਅਤੇ ਅਸੀਂ ਜਾ ਕੇ ਉੱਥੇ ਆਰਾਮ ਨਾਲ, ਜੇ ਚਾਹ ਵੀ ਪੀਣੀ ਹੋ ਚਾਹ ਨਾਲ ਲੈ ਜਾਈਦੀ, ਉੱਥੇ ਜਾ ਕੇ ਬਹਿ ਜਾਈਦਾ ਹੈ ਨਾ। ਬਰਡਸ ਦੇਖੇ, ਮੋਰਾਂ ਨੂੰ ਦੇਖਿਆ, ਐਂਡ ਸਾਡੀ ਐਕਸਾਈਟਮੈਂਟ ਮੁੱਕਦੀ ਹੀ ਨਹੀਂ। ਮਤਲਬ ਹਾਲਾਂਕਿ ਉਹੀ ਮੋਰ ਅਸੀਂ ਰੋਜ਼ ਦੇਖੀ ਜਾਂਦੇ ਹਾਂ, ਬਟ ਦੇ ਆਰ ਸੋ ਅਮੇਜ਼ਿੰਗ। ਐਵਰੀ ਕ੍ਰੀਏਸ਼ਨ ਆਫ ਦਾ ਗੋਡ ਇਜ਼ ਸੋ ਅਮੇਜ਼ਿੰਗ ਵੀ ਜੇ ਤੁਸੀਂ ਉਹਨੂੰ ਦੇਖੋਗੇ ਤਾਂ ਰੋਜ਼ ਨਵੀਂ ਚੀਜ਼ ਲੱਭੋਗੇ ਤੁਹਾਨੂੰ। ਬਿਲਕੁਲ। ਮੈਨੂੰ ਇਹ ਗੱਲ ਤੁਹਾਡੀ ਬੜੀ ਖੂਬਸੂਰਤ ਲੱਗੀ। ਕਈ ਵਾਰ ਨਾ ਅਸੀਂ ਸਿਰਫ ਸਨਸੈਟ ਦੇਖਣ ਦੇ ਲਈ ਕਿੰਨੇ 100 ਕਿਲੋਮੀਟਰ ਸਫ਼ਰ ਕਰਕੇ ਹਿਮਾਚਲ 'ਚ ਵੀ ਜਾਂਦੇ ਹਾਂ ਜਾਂ ਇਹੋ ਜਿਹੀਆਂ ਥਾਵਾਂ 'ਤੇ ਜਾਂਦੇ ਹਾਂ, ਹੈ ਨਾ, ਵੀ ਜਿੱਥੇ ਅਸੀਂ ਸਿਰਫ ਕਹਿੰਦੇ ਹਾਂ ਕਿ ਉੱਥੇ ਸਨਸੈਟ ਬੜਾ ਸੋਹਣਾ ਲੱਗਦਾ। ਇੱਕ ਦਿਨ ਮੈਂ ਆਪਣੇ ਪਿੰਡ ਗਈ ਹੋਈ ਸੀਗੀ ਅਤੇ ਉੱਥੇ ਅਸੀਂ ਗਏ ਤਾਂ ਛੋਟੇ ਹੁੰਦੇ ਤਾਂ ਚਲੋ ਹਮੇਸ਼ਾ ਦੇਖਦੇ ਹੁੰਦੇ ਸੀਗੇ, ਉਹਨਾਂ ਚੀਜ਼ਾਂ ਵੱਲ ਉਨਾ ਧਿਆਨ ਨਹੀਂ ਸੀਗਾ। ਅਤੇ ਇੱਕ ਸ਼ਾਮ ਮੈਂ ਆਪਣੇ ਪਿੰਡ ਦੇਖਿਆ, ਉਹ ਖੇਤਾਂ 'ਚ ਪਾਣੀ ਲੱਗਿਆ ਹੋਇਆ ਸੀ ਅਤੇ ਜਦੋਂ ਸੂਰਜ ਢਲਿਆ ਤਾਂ ਉਹਦੀ ਪੂਰੀ ਰਿਫਲੈਕਸ਼ਨ ਪਾਣੀ 'ਤੇ ਪੈ ਰਹੀ ਹੈ, ਤਾਂ ਮੈਨੂੰ ਲੱਗਿਆ ਵੀ ਇਹਦੇ ਨਾਲੋਂ ਵੀ ਸੋਹਣਾ ਸਨਸੈਟ ਕਿਤੇ ਨਹੀਂ ਹੈਗਾ। ਕਿਤੇ ਵੀ ਨਹੀਂ ਹੁੰਦਾ। ਅਸੀਂ ਵੀ ਇਸ ਸਾਈਡ ਚੇਂਜ ਕਰਦੇ ਰਹਿੰਦੇ ਹਾਂ। ਕਈ ਵਾਰੀ ਇੱਥੇ ਭਾਦਲਾ ਰੋਡ 'ਤੇ ਚਲੇ ਗਏ, ਉੱਥੇ ਕਿਉਂਕਿ ਬੈਕਗਰਾਊਂਡ ਡਿਫਰੈਂਟ ਹੋ ਜਾਂਦੀ ਹੈ ਅਤੇ ਤੁਹਾਨੂੰ ਸਨਸੈਟ ਅਲੱਗ ਤਰ੍ਹਾਂ ਦਾ ਨਜ਼ਰ ਆਏਗਾ। ਕਦੀ ਬੱਦਲ ਆ ਗਏ, ਸਨਸੈਟ ਅਲੱਗ ਤਰ੍ਹਾਂ ਦਾ ਨਜ਼ਰ ਆਏਗਾ। ਕਦੀ ਕਲੀਅਰ ਡੇ ਹੈ ਅਤੇ ਸਨਸੈਟ ਅਲੱਗ ਤਰ੍ਹਾਂ ਦਾ ਨਜ਼ਰ ਆਏਗਾ। ਸੋ ਨੇਚਰ ਜਿਹੜਾ ਕਿੰਨੇ ਸਤਿਗੁਰੂ ਮੇਰਾ ਨਿਤ ਨਵਾਂ ਦਾਤਾਰ, ਅਤੇ ਉਹ ਰੋਜ਼ ਨਵਾਂ ਹੀ ਹੁੰਦਾ। ਤਾਂ ਤੁਸੀਂ ਰਿਪੀਟ ਜਾ ਕੇ ਨਹੀਂ ਦੇਖਦੇ, ਜੋ ਅੱਜ ਹੋ ਗਿਆ ਉਹ ਅਗਲੇ ਦਿਨ ਡਿਫਰੈਂਟ ਹੀ ਹੋਣਾ।
ਅੱਜ ਦਾ ਜਿਹੜਾ ਆਪਣਾ ਮੁੱਦਾ ਉਹ ਖਾਸ ਤੌਰ ਤੇ ਇਹੀ ਆ ਕਿ ਐਨਜ਼ਾਈਟੀ ਹੁੰਦੀ ਕੀ ਆ। ਪਹਿਲਾਂ ਤਾਂ ਮੈਂ ਚਾਹੁੰਦੀ ਹਾਂ ਵੀ ਜਿੰਨੇ ਆਪਣੇ ਵਿਊਅਰ ਆਪਾਂ ਨੂੰ ਦੇਖ ਰਹੇ ਨੇ ਇਸ ਟਾਈਮ ਤੇ ਉੱਪਰ, ਜੇ ਆਪਾਂ ਉਹਨਾਂ ਨੂੰ ਸੌਖੇ ਸ਼ਬਦਾਂ 'ਚ ਦੱਸਣਾ ਹੋਵੇ ਵੀ ਐਨਜ਼ਾਈਟੀ ਹੈ ਕੀ। ਕਈ ਵਾਰੀ ਕਿਸੇ ਨੂੰ ਹੁੰਦੀ ਵੀ ਨਹੀਂ, ਹਲਕੀ ਜਿਵੇਂ ਉੱਦਾਂ ਹੀ ਹਲਕੀ ਫੁਲਕੀ ਨਰਵਸਨੈਸ ਹੋ ਗਈ ਹੈ ਨਾ, ਜਾਂ ਮਾੜੀ ਮੋਟੀ ਉੱਦਾਂ ਕੋਈ ਘਬਰਾਹਟ ਹੋ ਗਈ, ਕਹਿੰਦਾ ਮੈਨੂੰ ਤਾਂ ਐਨਜ਼ਾਈਟੀ ਹੋ ਰਹੀ ਆ ਹੈ ਨਾ, ਜਾਂ ਹੋ ਸਕਦਾ ਮੈਂ ਇਸ ਚੀਜ਼ ਨੂੰ ਕਹਿਣ ਲੱਗਿਆ ਕੋਈ ਗਲਤੀ ਕੀਤੀ ਹੋਵੇ। ਤੇ ਡਿਪਰੈਸ਼ਨ, ਐਨਜ਼ਾਈਟੀ, ਇਹ ਹੈ ਕੀ ਚੀਜ਼ਾਂ ਨੇ? ਐਂਗਜ਼ਾਇਟੀ ਐਕਚੁਅਲੀ ਤਾਂ ਨੋਰਮਲ ਹੈ, ਇਹ ਸਾਡੇ ਲਈ ਫਾਇਦੇਮੰਦ ਹੀ ਹੈ, ਪਰ ਉਹ ਫਾਇਦੇਮੰਦ ਤਦ ਤੱਕ ਹੈ ਜਿਸ ਤਰ੍ਹਾਂ ਹਾਈਟ ਤੋਂ ਡਰ ਲੱਗਣਾ, ਪਾਣੀ ਤੋਂ ਡਰ ਲੱਗਣਾ, ਕਿਸੇ ਹਨੇਰੀ ਜਗ੍ਹਾ 'ਚ ਜਾਣ ਦਾ ਡਰ ਲੱਗਣਾ, ਉੱਥੇ ਤੁਹਾਡੀ ਬਾਡੀ ਨੂੰ ਪਤਾ ਹੁੰਦਾ ਵੀ ਮੈਨੂੰ ਖਤਰਾ ਹੈ, ਤੁਹਾਡੇ ਅੰਦਰ ਘਬਰਾਹਟ ਦੀ ਫੀਲਿੰਗ ਹੋਏਗੀ, ਉਹ ਇੰਡੀਕੇਸ਼ਨ ਦੇ ਰਹੀ ਹੈ ਵੀ ਡੋਂਟ ਡੂ ਦਿਸ, ਵੀ ਤੈਨੂੰ ਖਤਰਾ ਹੈ। ਅੱਛਾ, ਉਹ ਨੋਰਮਲ ਹੈ। ਜਿੱਥੇ ਤੁਹਾਡੀ ਐਂਟੀਟੀ, ਤੁਹਾਡੇ ਅਸਤਿਤਵ ਨੂੰ ਕੋਈ ਖਤਰਾ ਹੈ ਤੇ ਤੁਹਾਨੂੰ ਐਂਗਜ਼ਾਇਟੀ ਹੁੰਦੀ ਹੈ ਤੇ ਤੁਸੀਂ ਉਹਨੂੰ ਅਵੋਇਡ ਕਰਦੇ ਹੋ। ਜੰਗਲ 'ਚ ਜਾ ਰਹੇ ਹੋ, ਤੁਹਾਨੂੰ ਪਤਾ ਹੈ ਵੀ ਇੱਥੇ ਭਾਲੂ ਆ ਸਕਦਾ ਹੈ, ਇੱਥੇ ਸ਼ੇਰ ਆ ਸਕਦਾ ਹੈ, ਤੁਸੀਂ ਉੱਥੇ ਐਂਗਸ਼ੀਅਸ ਹੋ ਕੇ ਕੋਈ ਪ੍ਰੀਕਾਸ਼ਨ ਲੈਂਦੇ ਹੋ, ਦੈਟ ਇਜ਼ ਨੋਰਮਲ। ਅੱਛਾ, ਕਿਉਂਕਿ ਉਹ ਐਂਗਜ਼ਾਇਟੀ ਨਾਲ ਤੁਹਾਡੇ ਅੰਦਰ ਇੱਕ ਫੀਲਿੰਗ ਆਏਗੀ, ਤੁਹਾਨੂੰ ਪਤਾ ਲੱਗੇਗਾ ਕਿ ਆਈ ਹੈਵ ਟੂ ਪ੍ਰੋਟੈਕਟ ਮਾਈ ਸੈਲਫ। ਪਰ ਜਿਹੜੀ ਐਂਗਜ਼ਾਇਟੀ ਦੀ ਅਸੀਂ ਗੱਲ ਕਰਦੇ ਹਾਂ ਉਹ ਸਾਈਕੋਲੋਜੀਕਲ ਐਂਗਜ਼ਾਇਟੀ ਹੈ। ਅੱਛਾ, ਸਾਈਕੋਲੋਜੀਕਲ ਐਂਗਜ਼ਾਇਟੀ ਕੀ ਹੈ ਕਿ ਸਾਡੀ ਲਾਈਫ ਦੇ ਵਿੱਚ ਕੁਛ ਨਾ ਕੁਛ ਬਾਹਰੋਂ ਤਾਂ ਹੁੰਦਾ ਹੀ ਰਹਿਣਾ। ਲਾਈਫ ਕਦੀ ਸਟੈਟਿਕ ਨਹੀਂ ਹੁੰਦੀ। ਸਮਝ ਲਓ ਕਿ ਤੁਹਾਡਾ ਘਰ ਦਾ ਬਾਹਰ ਗਿਆ ਤੇ ਉਹਨੇ 5 ਵਜੇ ਆਉਣਾ ਸੀ ਤੇ ਉਹ 5 ਵਜੇ ਤੱਕ ਨਹੀਂ ਆਇਆ। ਐਂਗਜ਼ਾਇਟੀ ਕੀ ਹੈ ਕਿ ਤੁਸੀਂ ਕਿਤੇ ਐਕਸੀਡੈਂਟ ਤਾਂ ਨਹੀਂ ਹੋ ਗਿਆ, ਕਿਤੇ ਬਹਿ ਤਾਂ ਨਹੀਂ ਗਿਆ, ਕਿਤੇ ਉਹਨੇ ਇਹ ਤਾਂ ਨਹੀਂ ਕਰ ਲਿਆ। ਮਤਲਬ ਤੁਸੀਂ ਨੈਗੇਟਿਵਲੀ ਥਿੰਕ ਕਰ ਰਹੇ ਹੋ, ਐਕਸੈਸਿਵਲੀ ਥਿੰਕ ਕਰ ਰਹੇ ਹੋ, ਤੇ ਉਹਦੇ ਨਾਲ ਤੁਹਾਡੇ ਅੰਦਰ ਡਰ ਪੈਦਾ ਹੋ ਰਿਹਾ। ਤੇ ਹੌਲੀ ਹੌਲੀ ਕੀ ਹੁੰਦਾ ਵੀ ਤੁਹਾਡੀ ਆਦਤ ਬਣ ਜਾਂਦੀ ਹੈ। ਤੁਸੀਂ ਹਰ ਸਿਚੁਏਸ਼ਨ ਨੂੰ ਨੈਗੇਟਿਵਲੀ ਥਿੰਕ ਕਰਦੇ ਹੋ, ਐਕਸੈਸਿਵਲੀ ਥਿੰਕ ਕਰਦੇ ਹੋ, ਉਹ ਵੀ ਗੱਲਾਂ ਸੋਚ ਲੈਂਦੇ ਹੋ ਜਿਹੜੀਆਂ ਕਦੀ ਹੋ ਹੀ ਨਹੀਂ ਸਕਦੀਆਂ। ਸਮਝ ਲਓ ਜੇ ਕਿਸੇ ਦੇ ਪੇਟ 'ਤੇ ਕੋਈ ਦਰਦ ਹੈ, ਮੈਨੂੰ ਕਿਤੇ ਕੈਂਸਰ ਤਾਂ ਨਹੀਂ ਹੋ ਗਿਆ, ਮੇਰੇ ਕਿਤੇ ਅੰਦਰ ਗੱਠ ਤਾਂ ਨਹੀਂ ਬਣ ਗਈ, ਮੇਰੇ ਅੰਦਰ ਇਹ ਤਾਂ ਨਹੀਂ ਹੋ ਗਿਆ, ਮੇਰਾ ਲਿਵਰ ਤਾਂ ਨਹੀਂ ਖਰਾਬ ਹੋ ਗਿਆ, ਮੇਰੇ ਕਿਡਨੀ ਤਾਂ ਨਹੀਂ ਖਰਾਬ ਹੋ ਗਈ। ਤੇ ਜਦੋਂ ਤੁਸੀਂ ਟੈਸਟ ਕਰਦੇ ਹੋ ਤੇ ਉੱਥੇ ਕੁਝ ਵੀ ਨਹੀਂ ਹੁੰਦਾ, ਤੁਹਾਡੇ ਗੈਸ ਬਣੀ ਹੁੰਦੀ ਹੈ। ਬਿਲਕੁਲ। ਬਟ ਤੁਸੀਂ ਸੋਚ ਕੇ ਆਪਣੇ ਆਪ ਨੂੰ ਇੰਨਾ ਫੀਅਰਫੁਲ ਬਣਾ ਲਿਆ, ਉਹ ਫੀਅਰ ਕਰਕੇ ਜਿਹੜੇ ਤੁਹਾਡੇ ਅੰਦਰ ਕੈਮੀਕਲ ਰਿਲੀਜ਼ ਹੋਣਗੇ ਉਹ ਤੁਹਾਨੂੰ ਡੈਮੇਜ ਕਰ ਜਾਣਗੇ। ਤੇ ਜੇ ਤੁਹਾਨੂੰ ਐਂਗਜ਼ਾਇਟੀ ਦੀ ਇੱਕ ਵਾਰੀ ਆਦਤ ਪੈ ਗਈ, ਫਿਰ ਤੁਸੀਂ ਗੱਲ ਤੇ ਐਂਗਜ਼ਾਇਟੀ ਕਰੋਗੇ। ਹੁਣ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਵੀ ਯਾਰ ਹੁਣ ਮੇਰੀ ਆਦਤ ਬਣ ਚੁੱਕੀ ਹੈ। ਹੁਣ ਮੈਂ ਚਾਹੇ ਬੱਚੇ ਦਾ ਰਿਜ਼ਲਟ ਆਉਣ ਵਾਲਾ ਤਾਂ ਵੀ ਐਂਗਸ਼ੀਅਸ ਹੋ ਗਿਆ, ਚਾਹੇ ਉਹ 90% ਲੈ ਕੇ ਆਵੇ, ਮੈਂ ਐਂਗਜ਼ਾਇਟੀ ਕਰ ਰਿਹਾ ਵੀ ਕਿਤੇ ਰਿਜ਼ਲਟ ਕੁਛ ਐ ਨਾ ਹੋ ਜਾਏ, ਉਹ ਨਾ ਹੋ ਜਾਏ, ਹੈ ਨਾ। ਐਂਡ ਯੂ ਡੋਂਟ ਨੀਡ ਰੀਜ਼ਨ, ਤੁਹਾਨੂੰ ਕੋਈ ਵੀ ਰੀਜ਼ਨ ਤੁਹਾਨੂੰ ਐਂਗਸ਼ੀਅਸ ਬਣਾ ਸਕਦਾ ਹੈ ਜੇ ਤੁਹਾਡੀ ਆਦਤ ਬਣ ਗਈ ਹੈ ਐਂਗਜ਼ਾਇਟੀ ਕਰਨ ਦੀ ਤੇ ਓਵਰ ਥਿੰਕ ਕਰਨ ਦੀ। ਤੇ ਉਹਦੇ ਨਾਲ ਅਲਟੀਮੇਟਲੀ ਤੁਸੀਂ ਹਮੇਸ਼ਾ ਡਰੇ ਰਹਿੰਦੇ ਹੋ, ਤੁਹਾਡੀ ਨੀਂਦ ਡਿਸਟਰਬ ਹੁੰਦੀ ਹੈ, ਤੁਹਾਨੂੰ ਥਕਾਵਟ ਮਹਿਸੂਸ ਹੋਣ ਲੱਗ ਪੈਂਦੀ ਹੈ। ਤੇ ਜੇ ਤੁਸੀਂ ਉਹਨੂੰ ਨਾ ਕੰਟਰੋਲ ਕਰੋ ਤੇ ਹੌਲੀ ਹੌਲੀ ਤੁਹਾਡਾ ਮੂਡ ਡਿਸਟਰਬ ਹੋਣ ਲੱਗ ਪੈਂਦਾ। ਤੁਸੀਂ ਖੁਸ਼ੀ 'ਚ, ਖੇੜੇ 'ਚ ਨਹੀਂ ਰਹਿੰਦੇ, ਤੁਸੀਂ ਉਦਾਸੀ 'ਚ ਚਲੇ ਜਾਂਦੇ ਹੋ। ਤੁਹਾਨੂੰ ਜਿਹੜੀਆਂ ਗੱਲਾਂ ਰੋਜ਼ ਮਾੜੀਆਂ ਗੱਲਾਂ ਇੰਜੋਏ ਕਰਦੇ ਸੀ, ਤੁਹਾਨੂੰ ਲੱਗੇ ਯਾਰ ਮਜ਼ਾ ਨਹੀਂ ਆਉਂਦਾ। ਅੱਗੇ ਤਾਂ ਬਾਹਰ ਜਾ ਕੇ ਬੜਾ ਮਜ਼ਾ ਆਉਂਦਾ ਸੀ, ਅੱਗੇ ਇਹ ਸ਼ਰਟ ਪਾ ਕੇ ਤਿਆਰ ਹੋਣ 'ਚ ਬੜਾ ਮਜ਼ਾ ਆਉਂਦਾ ਸੀ, ਹੁਣ ਐਂ ਲੱਗਦਾ ਵੀ ਤਿਆਰ ਨਾ ਹੀ ਹੋਈ ਹੈ। ਫਿਰ ਹੌਲੀ ਹੌਲੀ ਤੁਹਾਡਾ ਕੌਨਫੀਡੈਂਸ ਘਟਣ ਲੱਗ ਪੈਂਦਾ, ਤੁਹਾਨੂੰ ਇਹ ਲੱਗਦਾ ਵੀ ਯਾਰ ਆਈ ਐਮ ਨੋਟ ਵਰਥ। ਤੇ ਜੇ ਬਹੁਤ ਐਕਸਟ੍ਰੀਮ ਪਹੁੰਚ ਜਾਵੇ ਫਿਰ ਕਹਿੰਦਾ ਯਾਰ ਵੀ ਜ਼ਿੰਦਗੀ 'ਚ ਮੈਂ ਮਿਸਫਿਟ ਹਾਂ, ਮੈਂ ਮਾਰੀ ਜਾਵਾਂ। ਤੇ ਐਸੇ ਕਰਕੇ ਲੋਕੀ ਸੁਸਾਈਡ ਕਰ ਲੈਂਦੇ ਨੇ। ਸੋ ਜਿੰਨੀ ਛੇਤੀ ਤੁਸੀਂ ਆਪਣੀ ਨੈਗੇਟਿਵਲੀ ਜਿਹੜੀ ਤੁਹਾਡੀ ਸੋਚ ਹੈ ਉਹਨੂੰ ਕੰਟਰੋਲ ਕਰ ਲਓਗੇ, ਉਨੀ ਛੇਤੀ ਤੁਸੀਂ ਆਪਣੀ ਲਾਈਫ ਨੂੰ ਸੁਖਾਵਾਂ ਬਣਾ ਸਕਦੇ ਹੋ। ਅਦਰਵਾਈਜ਼ ਜੇ ਤੁਸੀਂ ਹਮੇਸ਼ਾ ਡਰ 'ਚੋਂ ਤੁਸੀਂ ਲਾਈਫ ਨੂੰ ਇੰਜੋਏ ਨਹੀਂ ਕਰ ਰਹੇ, ਚਾਹੇ ਤੁਸੀਂ ਲੱਖਾਂ ਰੁਪਏ ਕਮਾ ਰਹੇ ਹੋ ਤੇ ਤੁਸੀਂ ਇੰਜੋਏਮੈਂਟ ਤੁਹਾਡੀ ਕੁਛ ਵੀ ਨਹੀਂ ਹੈ, ਤੇ ਤੁਹਾਡੇ ਕੋਲ ਮਖਮਲੀ ਗੱਦੇ ਨੇ ਪਰ ਨੀਂਦ ਤੁਹਾਨੂੰ ਆ ਨਹੀਂ ਰਹੀ ਹੈ, ਤੇ ਉਹਦਾ ਫਾਇਦਾ ਕੀ ਹੈ? ਬਿਲਕੁਲ ਸਰ, ਇੱਥੇ ਮੈਂ ਇੱਕ ਚੀਜ਼ ਹੋਰ ਡਿਸਕਸ ਕਰਨਾ ਚਾਹੁੰਦੀ ਹਾਂ ਵੀ ਜਿਵੇਂ ਬਹੁਤ ਸਾਰੇ ਲੋਕ ਨੇਗੇ ਉਹ ਇਸ ਚੀਜ਼ ਨੂੰ ਮੰਨਣ ਲਈ ਵੀ ਤਿਆਰ ਨਹੀਂ ਹੁੰਦੇ ਕਿ ਤੁਸੀਂ ਐਂਗਜ਼ਾਇਟੀ ਡਿਸਆਰਡਰ ਦੇ ਵਿੱਚੋਂ ਲੰਘ ਰਹੇ ਹੋ। ਜੇ ਬੰਦਾ ਕੋਈ ਉਹਨਾਂ ਨੂੰ ਕਹਿੰਦਾ ਕਿ ਤੁਹਾਨੂੰ ਤੁਹਾਡੀ ਇਸ ਚੀਜ਼ 'ਤੇ ਕੰਮ ਕਰਨਾ ਚਾਹੀਦਾ,
ਇਹ ਤੁਹਾਡੇ ਲਈ ਵਧੀਆ ਨਹੀਂ ਆ, ਜਾਂ ਤੁਹਾਡੀਆਂ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਪਲ ਤੁਹਾਡੇ ਖਰਾਬ ਕਰ ਰਹੀ ਹੈ ਤੁਹਾਡੀ ਇਹ ਆਦਤ, ਹੈ ਨਾ। ਤਾਂ ਕਹਿੰਦੇ ਨੇ ਕਿ ਇਹਦੇ 'ਚ ਕੁਝ ਖਰਾਬ ਨਹੀਂ ਹੈ, ਮੈਂ ਕੀ ਕਰਾਂ, ਮੇਰੀ ਇਹ ਆਦਤ ਆ, ਜਾਂ ਮੇਰੇ ਪਾਪਾ ਵੀ ਐਂ ਕਰਦੇ ਸੀ, ਜਾਂ ਮੇਰੀ ਮੰਮੀ ਵੀ ਐਂ ਕਰਦੀ ਸੀ, ਤਾਂ ਮੈਨੂੰ ਉੱਥੋਂ ਇਹ ਚੀਜ਼ਾਂ ਮਿਲੀਆਂ ਨੇਗੀਆਂ। ਇਹਦੇ ਬਾਰੇ ਵੀ ਸਾਨੂੰ ਜ਼ਰੂਰ ਦੱਸੋ ਕਿ ਇਹਦੇ ਤੋਂ, ਚਲੋ ਉਹ ਚੀਜ਼ ਆਪਾਂ ਗੱਲ ਕਰ ਹੀ ਲਈ ਹੈ ਕਿ ਓਵਰਕਮ ਕਰਨਾ ਬਹੁਤ ਜ਼ਰੂਰੀ ਆ, ਪਰ ਕਿਵੇਂ ਕਰ ਸਕਦੇ ਹਾਂ? ਐਕਚੁਅਲੀ ਸਭ ਤੋਂ ਪਹਿਲੀ ਗੱਲ ਤਾਂ ਹੈ ਵੀ ਜਿਵੇਂ ਮੈਂ ਪਹਿਲੇ ਵੀ ਕਿਹਾ ਸੀ ਵੀ ਕਿਸੇ ਨੂੰ ਸ਼ੂਗਰ ਹੋਵੇ ਤੇ ਉਹ ਮੰਨੇ ਨਾ, ਤੇ ਫਿਰ ਉਹ ਪਰਹੇਜ਼ ਕਿੱਦਾਂ ਕਰੂਗਾ? ਇਹ ਸਭ ਤੋਂ ਖਤਰਨਾਕ ਸਭ ਤੋਂ ਖਤਰਨਾਕ। ਜੇ ਕੋਈ ਐਂਗਜ਼ਾਇਟੀ ਹੈਗੀ ਹੈ ਤੇ ਤੁਸੀਂ ਉਹਨੂੰ ਨਾਰਮਲ ਲੈ ਰਹੇ ਹੋ, ਤੁਹਾਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਵੀ ਇਹ ਮੇਰੀ ਲਾਈਫ ਨੂੰ ਡਿਸਟਰਬ ਕਰ ਰਹੀ ਹੈ, ਪਹਿਲੇ ਤਾਂ ਤੁਹਾਨੂੰ ਖੁਦ ਲੱਗਣਾ ਚਾਹੀਦਾ ਵੀ ਇਹ ਐਂਗਜ਼ਾਇਟੀ ਮੈਨੂੰ ਰੋਜ਼ ਤੰਗ ਕਰ ਰਹੀ ਹੈ, ਮੈਨੂੰ ਡਰਾ ਰਹੀ ਹੈ, ਮੈਨੂੰ ਥਕਾ ਰਹੀ ਹੈ, ਤੇ ਮੈਂ ਯਾਰ ਇਸ ਤੋਂ ਪਾਰ ਕਰ ਸਕਦਾ। ਅੱਜ ਦਾ ਕੈਰੀ ਹੋਮ ਮੈਸੇਜ ਆਈ ਥਿੰਕ ਇਹ ਜਾਣਾ ਚਾਹੀਦਾ ਵੀ ਐਂਗਜ਼ਾਇਟੀ ਅੱਜ ਕੱਲ੍ਹ ਬਹੁਤ ਕਾਮਨ ਹੈ, ਬਟ ਉਹਨੂੰ ਬੜੇ ਸੌਖੇ ਤਰੀਕੇ ਨਾਲ ਘਟਾਇਆ ਜਾ ਸਕਦਾ, ਅਤੇ ਉਹਦੇ ਨਾਲ ਕੀ ਹੋਏਗਾ, ਤੁਹਾਡੀ ਕੁਆਲਿਟੀ ਆਫ ਲਾਈਫ ਇੰਪਰੂਵ ਕਰੇਗੀ, ਤੁਹਾਡਾ ਕੁਆਲਿਟੀ ਆਫ ਵਰਕ ਇੰਪਰੂਵ ਕਰੇਗਾ, ਅਤੇ ਤੁਹਾਡੀ ਸਿਹਤ 'ਤੇ ਜਿਹੜਾ ਅਸਰ ਪੈਣਾ ਇਨ ਪੋਜ਼ੀਟਿਵ ਵੇ ਤਾਂ ਪਏਗਾ ਹੀ। ਪਰ ਯੂ ਹੈਵ ਟੂ ਐਕਸੈਪਟ ਵੀ ਯਾਰ ਮੈਂ ਨੋਰਮਲ ਨਹੀਂ ਹਾਂ, ਮੈਨੂੰ ਉਦਾਸੀ ਵੀ ਹੈ, ਮੈਨੂੰ ਘਬਰਾਹਟ ਵੀ ਹੁੰਦੀ ਹੈ, ਮੈਂ ਛੇਤੀ ਗੱਲਾਂ 'ਤੇ ਘਬਰਾ ਜਾਂਦਾ। ਜਦ ਤੱਕ ਤੁਸੀਂ ਆਪ ਨਹੀਂ ਕਹੋਗੇ ਵੀ ਮੈਂ ਇਸ ਤੋਂ ਬਾਹਰ ਆਉਣਾ ਚਾਹੁੰਦਾ, ਤਾਂ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦਾ। ਬਿਲਕੁਲ। ਇੱਕ ਤਾਂ ਚਲੋ ਹੋ ਗਿਆ ਕਿ ਕੁਛ ਕਲੀਨਿਕਲ ਟਰੀਟਮੈਂਟਸ ਹੋ ਜਾਂਦੇ ਨੇ, ਜਾਂ ਤੁਸੀਂ ਕਹਿ ਲਓ ਕਿ ਤੁਸੀਂ ਕਿਸੇ ਸਾਈਕੈਟਰਿਸਟ ਨੂੰ ਜਾਂ ਸਾਈਕੋਲੋਜਿਸਟ ਨੂੰ ਮਿਲ ਰਹੇ ਹੋ, ਉਹ ਹੋ ਗਏ। ਪਰ ਆਪਣੇ ਆਪ 'ਤੇ ਤੁਸੀਂ ਘਰ ਕਿੱਦਾਂ ਕੰਮ ਕਰ ਸਕਦੇ ਹੋ? ਤੁਹਾਡੀ ਐਂਗਜ਼ਾਇਟੀ ਹੈ, ਤੁਹਾਡੀ ਐਕਸਟ੍ਰੀਮ 'ਤੇ ਹਲੇ ਨਹੀਂ ਗਈ ਜਿੱਥੇ ਕਿ ਤੁਹਾਨੂੰ ਬਾਹਰੋਂ ਕੋਈ ਮੈਡੀਕਲ ਹੈਲਪ ਲੈਣੀ ਪਵੇ, ਜਾਂ ਕਿਸੇ ਦੇ ਨਾਲ ਤੁਸੀਂ ਕਾਉਂਸਲਿੰਗ ਕਰਨ ਜਾ ਰਹੇ ਹੋ, ਜਾਂ ਥੈਰੇਪੀ ਕੋਈ ਲੈਣ ਜਾ ਰਹੇ ਹੋ, ਪਰ ਹਲੇ ਤੁਹਾਡੀ ਐਂਗਜ਼ਾਇਟੀ ਸ਼ੁਰੂ ਹੋਈ ਹੈ। ਜਦੋਂ ਹੀ ਐਂਗਜ਼ਾਇਟੀ ਸ਼ੁਰੂ ਹੁੰਦੀ ਹੈ, ਬੇਸਿਕਲੀ ਮੈਂ ਜਿਵੇਂ ਐਗਜ਼ਾਮਪਲ ਦਿੰਦਾ ਵੀ ਬਾਹਰ ਤੁਹਾਨੂੰ ਕੋਈ ਸਟ੍ਰੈਸਫੁਲ ਸਿਚੁਏਸ਼ਨ ਆ ਗਈ, ਹੁਣ ਤੁਸੀਂ ਇਹ ਨਹੀਂ ਹੈ ਵੀ ਮੈਂ ਤੇ ਐਂਸ਼ੀਅਸ ਨਹੀਂ ਹੋਣਾ, ਪਰ ਇੱਕੋ ਹੀ ਸਿਚੁਏਸ਼ਨ ਦੇ ਵਿੱਚ ਅਲੱਗ-ਅਲੱਗ ਬੰਦਿਆਂ ਦਾ ਰਿਸਪੌਂਸ ਅਲੱਗ-ਅਲੱਗ ਹੋਏਗਾ, ਡਿਪੈਂਡਿੰਗ ਅਪੋਨ ਵੀ ਹਾਊ ਦੇ ਟੈਕਲ ਦਾ ਐਂਗਜ਼ਾਇਟੀ। ਵੀ ਜਿਹੜੀ ਵੀ ਬਾਹਰ ਸਿਚੁਏਸ਼ਨ ਆਈ ਹੈ ਉਹਨੂੰ ਤੁਸੀਂ ਟੈਕਲ ਕਰਨਾ ਹੈ, ਪਰ ਤੁਹਾਡੀ ਬਾਡੀ ਦਾ ਰਿਸਪੌਂਸ ਡਿਫਰੈਂਟ ਹੋਏਗਾ। ਹੁਣ ਪਹਿਲੇ ਐਂਗਜ਼ਾਇਟੀ ਬਾਹਰ ਆਈ ਹੈ, ਇੱਕ ਸੇਇੰਗ ਹੈਗੀ ਹੈ ਕਿ ਵੀ ਪਰਮਾਤਮਾ ਜਿਹੜੀ ਚੀਜ਼ ਮੈਂ ਬਦਲ ਸਕਦਾ ਮੈਨੂੰ ਬਲ ਦੇ, ਮੈਂ ਬਦਲ ਦੇਵਾਂ, ਜਿਹੜੀ ਮੈਂ ਨਹੀਂ ਬਦਲ ਸਕਦਾ ਮੈਨੂੰ ਸ਼ਕਤੀ ਦੇ, ਮੈਂ ਸਹਿ ਪਾਵਾਂ, ਅਤੇ ਮੈਨੂੰ ਇੰਨੀ ਸਮਝ ਦੇ ਵੀ ਮੈਂ ਸਮਝ ਸਕਾਂ ਵੀ ਕਿਹੜੀ ਮੈਂ ਬਦਲ ਸਕਦਾ, ਕਿਹੜੀ ਮੈਂ ਨਹੀਂ ਬਦਲ ਸਕਦਾ। ਹੁਣ ਕਈ ਸਿਚੁਏਸ਼ਨ ਇਹੋ ਜਿਹੀਆਂ ਹੁੰਦੀਆਂ, ਜਿਵੇਂ ਸਾਡੇ ਸ਼ਹਿਰ 'ਚ ਹੀ ਕੋਈ ਬੜੇ ਯੰਗ ਬੱਚਿਆਂ ਦੀ ਡੈਥ ਹੋ ਗਈ, ਹੁਣ ਅਸੀਂ ਉਹਨੂੰ ਸਮਝਾਈ ਜਾਈਏ ਵੀ ਨਾ ਕਰ ਐਂਗਜ਼ਾਇਟੀ, ਨਾ ਕਰ ਐਂਗਜ਼ਾਇਟੀ, ਉਹ ਬਦਲ ਨਹੀਂ ਸਕਦੇ, ਉਹ ਕੁਝ ਚੇਂਜ ਨਹੀਂ ਕਰ ਸਕਦੇ। ਉੱਥੇ ਅਸੀਂ ਕਹਾਂਗੇ ਪਰਮਾਤਮਾ ਮੈਨੂੰ ਸ਼ਕਤੀ ਦੇ ਵੀ ਮੈਂ ਸਹਿ ਸਕਾਂ। ਪਰ ਕੋਈ ਤੁਹਾਨੂੰ ਬੰਦਾ ਬਾਹਰੋਂ ਤੰਗ ਕਰ ਰਿਹਾ, ਤੁਸੀਂ ਉਹਨੂੰ ਬਦਲ ਸਕਦੇ ਹੋ। ਹੁਣ ਕਹਿੰਦੇ ਵੀ ਮੈਨੂੰ ਬਲ ਦੇ ਵੀ ਮੈਂ ਇਹਨੂੰ ਬਦਲ ਦੇਵਾਂ, ਇਹ ਤਾਂ ਐਕਸਟਰਨਲ ਹੈ। ਫਿਰ ਦੂਜਾ ਹੁੰਦਾ ਹੈ ਵੀ ਹਰ ਚੀਜ਼ ਦੀ ਐਂਗਜ਼ਾਇਟੀ ਅਸੀਂ ਉਨੀ ਕੀ ਕਰਨੀ ਹੈ ਜਿੰਨੀ ਰਿਕੁਆਇਰਡ ਹੈ। ਜਿਵੇਂ ਅਸੀਂ ਬਾਹਰੋਂ ਬਾਜ਼ਾਰ ਕੋਈ ਸਮਾਨ ਲੈਣ ਜਾਂਦੇ ਹਾਂ, ਅਸੀਂ ਕਹਿੰਦੇ, ਉਹ ਕਹਿੰਦਾ ਜੀ ਇਹ 200 ਰੁਪਏ ਦਾ, ਅਸੀਂ ਕਹਿੰਦੇ ਯਾਰ ਇਹਦੀ ਕੀਮਤ 100 ਤੋਂ ਜ਼ਿਆਦਾ ਨਹੀਂ ਹੈ, ਪਰ ਐਂਗਜ਼ਾਇਟੀ 100 ਰੁਪਏ ਦੀ ਹੁੰਦੀ ਹੈ, ਅਸੀਂ 500 ਦੀ, 1000 ਦੀ ਚਿੰਤਾ ਕਰੀ ਜਾਂਦੇ ਹਾਂ। ਅਤੇ ਉਹ ਕਹਿੰਦੇ ਨੇ ਵੀ ਤੁਸੀਂ ਕੋਈ ਵੀ ਤੁਹਾਨੂੰ ਬਾਹਰੀ ਸਿਚੁਏਸ਼ਨ ਆਵੇ, ਤੁਸੀਂ ਇਹ ਸੋਚੋ ਵੀ ਇਹਦੇ ਨਾਲ ਮੈਕਸੀਮਮ ਕੀ ਹੋ ਸਕਦਾ, ਉਹ ਮੈਕਸੀਮਮ ਲਿਖ ਲਓ, ਫਿਰ ਉਹਨੂੰ ਐਕਸੈਪਟ ਕਰ ਲਓ ਵੀ ਇਹ ਮੈਂ ਤਿਆਰ ਹਾਂ ਵੀ ਇਹ ਹੋ ਜਾਵੇ। ਹੁਣ ਉਹ 'ਤੇ ਵਰਕ ਕਰੋ ਵੀ ਇਹਨੂੰ ਘਟਾਇਆ ਕਿੱਦਾਂ ਜਾ ਸਕਦਾ। ਇਹ ਤਾਂ ਹਾਊ ਟੂ ਟੈਕਲ ਐਂਗਜ਼ਾਇਟੀ ਸਿਚੁਏਸ਼ਨਸ ਆਊਟਸਾਈਡ। ਪਰ ਤੁਹਾਡਾ ਰਿਸਪੌਂਸ ਡਿਪੈਂਡ ਕਰੇਗਾ ਕਿ ਤੁਹਾਡੇ ਅੰਦਰ ਇੱਕ ਫੀਲ ਗੁੱਡ ਕੈਮੀਕਲਸ ਹੁੰਦੇ ਨੇ, ਉਹਨਾਂ ਦਾ ਬੈਲੈਂਸ ਕਿਹੋ ਜਿਹਾ। ਜੇ ਤੁਹਾਡੇ ਫੀਲ ਗੁੱਡ ਕੈਮੀਕਲਸ ਆਰ ਇਨ ਗੁੱਡ ਬੈਲੈਂਸ, ਤੁਸੀਂ ਬਿਨਾਂ ਘਬਰਾਏ ਹੋਏ ਬਾਹਰਲੀ ਸਿਚੁਏਸ਼ਨਸ ਨੂੰ
ਆਰਾਮ ਨਾਲ ਸੋਲਵ ਕਰ ਸਕਦੇ ਹੋ। ਤੇ ਜਿਹੜੇ ਤੁਹਾਡੇ ਫੀਲ ਗੁੱਡ ਕੈਮੀਕਲ ਨੇ ਉਹ 100% ਤੁਹਾਡੇ ਲਾਈਫ ਸਟਾਈਲ ਦੇ ਉੱਪਰ ਡਿਪੈਂਡੈਂਟ ਨੇ। ਤੁਸੀਂ ਕਿੱਦਾਂ ਰੋਜ਼ ਦੀ ਦਿਨਚਰਿਆ ਕਰ ਰਹੇ ਹੋ ਉਹਦੇ ਉੱਪਰ ਡਿਪੈਂਡ ਕਰੇਗਾ ਵੀ ਜਿਹੜੇ ਕੈਮੀਕਲ ਤੁਹਾਨੂੰ ਖੁਸ਼ ਰੱਖਣ ਲਈ ਰਿਕੁਆਇਰਡ ਨੇ ਉਹ ਐਡਿਕੁਏਟ ਅਮਾਊਂਟ 'ਚ ਤੁਹਾਡੀ ਬਾਡੀ 'ਚ ਹੈਗੇ ਕਿ ਨਹੀਂ ਹੈਗੇ। ਸੋ ਉਹਨਾਂ 'ਤੇ ਵਰਕ ਕਰਨਾ ਚਾਹੀਦਾ। ਸੋ ਜਦੋਂ ਤੁਸੀਂ ਉਹਨਾਂ 'ਤੇ ਵਰਕ ਕਰੋਗੇ ਬਾਹਰ ਸਿਚੁਏਸ਼ਨ ਆਏਗੀ ਉਹਨੂੰ ਅਸੀਂ ਜਿੱਦਾਂ ਟੈਕਲ ਕਰਨਾ ਹੈ, ਪਰ ਤੁਹਾਡੀ ਬਾਡੀ ਤੁਹਾਨੂੰ ਤੰਗ ਨਹੀਂ ਕਰੇਗੀ, ਤੁਹਾਡਾ ਮਨ ਤੁਹਾਨੂੰ ਤੰਗ ਨਹੀਂ ਕਰੇਗਾ। ਉਸ ਸਿਚੁਏਸ਼ਨ ਦੇ ਬਾਵਜੂਦ ਵੀ ਤੁਸੀਂ ਕਾਮ ਰਹਿ ਸਕਦੇ ਹੋ ਜੇ ਤੁਹਾਡੇ ਕੋਲ ਤੁਹਾਡੀ ਬਾਡੀ ਕੈਮੀਕਲੀ ਬੈਲੈਂਸਡ ਹੈ। ਤੇ ਉਹ ਬੈਲੈਂਸ ਰੱਖਣ ਲਈ ਸਾਡੇ ਲਾਈਫ ਸਟਾਈਲ ਦਾ ਸਿਰਫ ਖਾਣਾ ਪੀਣਾ ਮਾਇਨੇ ਰੱਖਦਾ, ਜਾਂ ਅਸੀਂ ਕਿੰਨੇ ਵਜੇ ਉੱਠਦੇ ਆ, ਕਿੰਨੇ ਵਜੇ ਸੌਂਦੇ ਆ, ਦਿਨ 'ਚ ਕੀ ਐਕਟੀਵਿਟੀਜ਼ ਕਰਦੇ ਆ, ਉਹ ਸਾਰੀਆਂ ਚੀਜ਼ਾਂ ਹੀ ਆ ਜਾਂਦੀਆਂ ਨੇ? ਸਭ ਕੁਝ ਮੈਟਰ ਕਰਦਾ। ਮੈਂ ਤਾਂ ਕਹੂੰਗਾ ਵੀ ਜੇ ਤੁਹਾਨੂੰ ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਜੁਆਇੰਟ ਪੇਨਸ ਨੇ, ਹਾਰਟ ਡਿਜ਼ੀਜ਼ ਹੈ, ਕੈਂਸਰ ਹੈ, ਐਲਰਜੀ ਹੈ, ਐਂਗਜ਼ਾਇਟੀ, ਡਿਪਰੈਸ਼ਨ ਵੀ ਉਸੇ ਕੈਟੇਗਰੀ 'ਚ ਆਉਂਦੇ ਨੇ। ਅੱਛਾ, ਇਹ ਨਹੀਂ ਹੈ ਵੀ ਜਿਹੜਾ ਉਹਦਾ ਲਾਈਫ ਸਟਾਈਲ ਅਲੱਗ ਹੈ ਤਾਂ ਉਹਦਾ ਲਾਈਫ ਸਟਾਈਲ ਅਲੱਗ ਹੈ। ਤੁਸੀਂ ਇੱਕ ਨੂੰ ਠੀਕ ਕਰੋਗੇ ਸਾਰੀਆਂ ਚੀਜ਼ਾਂ ਇਕੱਠੀਆਂ ਹੀ ਠੀਕ ਹੋ ਜਾਣਗੀਆਂ। ਹੁਣ ਇਹਦੇ 'ਚ ਹੈ ਕੀ ਹੈ ਕਿ ਜੇ ਆਪਾਂ ਦਿਨਚਰਿਆ ਲਾਈਏ ਸਵੇਰ ਤੋਂ, ਅਸੀਂ ਜਦੋਂ ਉੱਠਦੇ ਹਾਂ ਕਿੰਨੇ ਵਜੇ ਉੱਠਦੇ ਹੋ ਉਹ ਮੈਟਰ ਨਹੀਂ ਕਰਦਾ। ਉਹ ਤੁਸੀਂ ਆਪਣੇ ਰੂਟੀਨ ਨਾਲ ਆਪਣੀ ਨੀਂਦ ਪੂਰੀ ਕਰਕੇ ਉੱਠਣਾ। ਜਦੋਂ ਹੀ ਉੱਠਦੇ ਹਾਂ ਹੁਣ ਆਮ ਆਦਤ ਕੀ ਹੈ, ਪਹਿਲੇ ਆਪਣਾ ਮੋਬਾਈਲ ਚੈੱਕ ਕਰਨਾ ਹੈ ਨਾ, ਕਿਹਦਾ ਮੈਸੇਜ ਆਇਆ, ਕਿਸੇ ਨੂੰ ਗੁੱਡ ਮਾਰਨਿੰਗ, ਕਿਸੇ ਨੂੰ। ਐਕਚੁਅਲੀ ਇਹਨੂੰ ਅੰਮ੍ਰਿਤ ਵੇਲਾ ਕਿਹਾ ਗਿਆ। ਜਦੋਂ ਤੁਸੀਂ ਪੂਰੀ ਨੀਂਦ 'ਚ ਨਹੀਂ ਹੋ ਤੇ ਪੂਰੇ ਜਾਗੇ ਵੀ ਨਹੀਂ ਹੋ, ਉਹਨੂੰ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵੀ ਉਸ ਵੇਲੇ ਜੋ ਤੁਸੀਂ ਫੀਡ ਕਰੋਗੇ ਆਪਣੇ ਮਾਈਂਡ ਨੂੰ ਸਾਰਾ ਦਿਨ ਮੂਡ ਉੱਦਾਂ ਹੀ ਰਹੇਗਾ। ਅੱਛਾ, ਇਹ ਅੰਮ੍ਰਿਤ ਵੇਲਾ ਸੌਣ ਲੱਗੇ ਵੀ ਆਉਂਦਾ, ਉੱਠਣ ਲੱਗੇ ਵੀ ਆਉਂਦਾ। ਜਦੋਂ ਗੇਅਰ ਬਦਲਦਾ ਤੁਸੀਂ ਜਾਗਣ ਵਾਲੀ ਅਵਸਥਾ 'ਚੋਂ ਨੀਂਦ 'ਚ ਜਾਣ ਲੱਗਦੇ ਹੋ, ਉੱਥੇ ਇੱਕ ਪਲ ਵੀ ਆਉਂਦਾ ਅਤੇ ਇਸ ਤਰ੍ਹਾਂ ਸਵੇਰੇ ਵੀ ਆਉਂਦਾ। ਅਤੇ ਜਦੋਂ ਹੀ ਤੁਸੀਂ ਸਵੇਰੇ ਉੱਠਦੇ ਹੋ ਗ੍ਰੈਟੀਚਿਊਡ ਆਦਤ ਬਣਾਓ ਵੀ ਧੰਨਵਾਦ ਹੈ ਵੀ ਮੈਂ ਜਿੰਦਾ ਉੱਠ ਗਿਆ। ਜਾਂ ਮੈਂ ਕਹਿੰਦਾ ਜੇ ਮੈਂ ਕਿਸੇ ਨੂੰ ਕਿਹਾ ਕਹਿੰਦਾ ਗ੍ਰੈਟੀਚਿਊਡ ਆਉਂਦਾ ਹੀ ਨਹੀਂ, ਧੰਨਵਾਦ ਆਉਂਦਾ ਹੀ ਨਹੀਂ। ਮੈਂ ਕਿਹਾ ਕੋਈ ਕੁਛ ਇਹੋ ਜਿਹਾ ਸ਼ਬਦ, ਕੋਈ ਮਿਊਜ਼ਿਕ, ਕੋਈ ਪਕਸ਼ੀਆਂ ਦਾ ਮਿਊਜ਼ਿਕ, ਕੋਈ ਵਗਦੇ ਪਾਣੀ ਦਾ ਮਿਊਜ਼ਿਕ, ਕੁਛ ਵੀ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ, ਕੋਈ ਭਜਨ ਹੈ ਜਿਹੜਾ ਤੈਨੂੰ ਪੋਜ਼ੀਟਿਵ ਕਰੇ, ਉਹ ਇੱਕ ਫੀਡ ਕਰਕੇ ਰੱਖ ਲੈ। ਸਵੇਰੇ ਉੱਠਦੇ ਸਾਰ ਪਹਿਲੇ ਉਹ ਲਗਾ ਲਿਆ ਕਰ। ਸੌਣ ਤੋਂ ਪਹਿਲੇ ਉਹ 5 ਮਿੰਟ ਸੁਣ ਕੇ ਫਿਰ ਸੌਂ ਜਾਇਆ ਕਰ। ਹੁਣ ਜਦੋਂ ਤੁਸੀਂ ਉੱਠ ਗਏ, ਇਹ ਪਹਿਲਾ ਚੀਜ਼ ਹੋ ਗਿਆ ਗ੍ਰੈਟੀਚਿਊਡ। ਫਿਰ ਜਦੋਂ ਹੀ ਆਪਣੇ ਸ਼ੁਰੂਆਤ ਸੀ ਵੀ ਸੂਰਿਆ ਨਮਸਕਾਰ ਕਰਦੇ ਸੀ, ਕਿਉਂਕਿ ਸੂਰਜ ਦੀ ਰੋਸ਼ਨੀ ਐਂਟੀ ਡਿਪਰੈਸੈਂਟ ਵੀ ਹੈ, ਇਮਿਊਨ ਸਿਸਟਮ ਨੂੰ ਵੀ ਵਧਾਉਂਦੀ ਹੈ, ਤੁਹਾਡੀਆਂ ਬੋਨਸ ਨੂੰ ਵੀ ਸਹੀ ਕਰਦੀ ਹੈ ਅਤੇ ਤੁਹਾਡੇ ਮਸਲਸ ਨੂੰ ਵੀ ਸਹੀ ਕਰਦੀ ਹੈ, ਮੂਡ ਨੂੰ ਤਾਂ ਸਹੀ ਕਰਦੀ ਹੈ। ਜਿੰਨੇ 2 ਕੈਮੀਕਲ ਨੇ ਜਿਹੜੇ ਡੋਪਾਮਾਈਨ ਅਤੇ ਸੈਰੋਟੋਨਿਨ, ਸਨਲਾਈਟ ਤੋਂ ਬਿਨਾਂ ਉਹ ਪੂਰੇ ਬਣਦੇ ਹੀ ਨਹੀਂ। ਅੱਛਾ, ਅਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਸੀਂ ਸਵੇਰੇ ਉੱਠੋ, 20 ਮਿੰਟ ਸੈਰ ਕਰੋ ਧੁੱਪ ਦੇ ਵਿੱਚ, ਕਿਉਂਕਿ ਸੈਰ ਕਰਨ ਨਾਲ ਵੀ ਅਤੇ ਸਨਲਾਈਟ ਨਾਲ ਵੀ, ਦੋਨਾਂ ਨਾਲ ਹੀ ਫੀਲ ਗੁੱਡ ਕੈਮੀਕਲ ਰਿਲੀਜ਼ ਹੁੰਦੇ ਨੇ। ਇੱਕ ਸਟੱਡੀ ਹੋਈ ਹੈ ਵੀ ਤੁਹਾਨੂੰ ਜਿੰਨੀ ਮਰਜ਼ੀ ਡਿਪਰੈਸ਼ਨ ਹੋਵੇ, ਜੇ ਤੁਸੀਂ ਰੋਜ਼ 20 ਤੋਂ 30 ਮਿੰਟ ਰੈਗੂਲਰ ਸੈਰ ਕਰਦੇ ਹੋ, 2 ਹਫ਼ਤੇ ਦੇ ਵਿੱਚ ਤੁਹਾਡੀ ਡਿਪਰੈਸ਼ਨ ਸਿਗਨੀਫਿਕੈਂਟਲੀ ਘੱਟ ਜਾਏਗੀ। ਇੰਨਾ ਮਾਇਨੇ ਰੱਖਦੀ। ਉਹ ਕਹਿੰਦੇ ਹੁੰਦੇ ਨੇ ਵੀ ਐਕਸਰਸਾਈਜ਼ ਜਿਹੜਾ ਸਭ ਤੋਂ ਅੰਡਰਰੇਟਡ ਐਂਟੀ ਡਿਪਰੈਸੈਂਟ ਹੈ। ਬਿਲਕੁਲ ਸਹੀ ਹੈ। ਹਾਂ, ਸਭ ਤੋਂ ਅੰਡਰਰੇਟਡ, ਸਭ ਤੋਂ ਫ੍ਰੀ। ਹੋਰ ਕਿੰਨੇ ਫਾਇਦੇ ਨੇ ਉਹ ਛੱਡ ਦਿਓ, ਅਸੀਂ ਅੱਜ ਡਿਪਰੈਸ਼ਨ ਦੀ ਗੱਲ ਕਰ ਰਹੀ ਹੈ। ਤੁਸੀਂ ਡੇਲੀ ਬੇਸਿਸ 'ਤੇ ਵੀ ਦੇ ਸਕਦੇ ਹੋ। ਤੁਸੀਂ ਐਂਸ਼ੀਅਸ ਹੋਵੋ, ਫਾਸਟ ਵਾਕ ਕਰਕੇ ਆਓ, ਆ ਕੇ ਕੋਲਡ ਸ਼ਾਵਰ ਲਓ, ਤੁਹਾਡੀ ਐਂਗਜ਼ਾਇਟੀ 70% ਘੱਟ ਜਾਏਗੀ। ਕਿਉਂਕਿ ਤੁਸੀਂ ਕੋਲਡ ਸ਼ਾਵਰ ਲਿਆ, ਸੈਰ ਕੀਤੀ, ਤੁਹਾਡੀ ਸਰਕੂਲੇਸ਼ਨ ਆਈ। ਜਦੋਂ ਹੀ ਤੁਸੀਂ ਐਕਸਰਸਾਈਜ਼ ਕਰਦੇ ਹੋ ਤੁਹਾਡੇ ਅੰਦਰ ਇੱਕ ਫੀਲ ਗੁੱਡ ਕੈਮੀਕਲਸ ਰਿਲੀਜ਼ ਹੁੰਦੇ ਨੇ
ਉਹਨੂੰ ਰਨਰਸ ਹਾਈ ਵੀ ਕਹਿੰਦੇ ਨੇ, ਅੱਛਾ ਜੀ। ਜਿਹੜੇ ਸਟ੍ਰੈਚਿੰਗ ਨਾਲ ਵੀ ਰਿਲੀਜ਼ ਹੁੰਦੇ ਨੇ। ਜਿਵੇਂ ਯੋਗਾ ਕਰਦੇ ਹਾਂ ਆਪਾਂ, ਕੋਈ ਮਸਲ ਸਟ੍ਰੈਚ ਕਰੋ, ਥੋੜੀ ਜਿਹੀ ਪੇਨ ਹੋਏ, ਤੁਸੀਂ ਉਹਨੂੰ ਮਸਲ ਨੂੰ ਛੱਡ ਦਿਓ, ਤੁਹਾਨੂੰ ਉੱਥੇ ਆਰਾਮ ਮਿਲੂਗਾ। ਹਾਂ ਬਿਲਕੁਲ। ਜਦੋਂ ਵੀ ਤੁਸੀਂ ਬਾਡੀ ਸਟ੍ਰੈਚ ਕਰੋਗੇ, ਥੋੜਾ ਜਿਹਾ ਪੇਨ ਹੋਏਗਾ ਤੇ ਉਸ ਤੋਂ ਬਾਅਦ ਤੁਹਾਨੂੰ ਲੱਗੇਗਾ ਮਜ਼ਾ ਆ ਗਿਆ। ਸੋ ਸਨਲਾਈਟ, ਐਕਸਰਸਾਈਜ਼, ਫੂਡ ਦੇ ਵਿੱਚ ਜਿੰਨਾ ਜੰਕ ਫੂਡ ਹੈ, ਜੰਕ ਫੂਡ ਕੀ ਹੁੰਦਾ ਹੈ? ਮੈਦਾ, ਬਿਸਕੁਟ, ਰਸ, ਚਾਹ, ਚੀਨੀ, ਹੈ ਨਾ, ਨਮਕੀਨ, ਉਹ ਸਾਰੇ ਤੁਹਾਡੇ ਅੰਦਰ ਜਾ ਕੇ ਬਾਡੀ ਦੇ ਉੱਪਰ ਬਰਡਨ ਕਰਨਗੇ। ਪਰ ਹੋਲ ਜਿਹੜਾ ਗ੍ਰੇਨਸ ਨੇ, ਜਿਹੜਾ ਮੈਦਾ ਨਹੀਂ ਬਣਿਆ, ਕਣਕ ਹੈ ਜਾਂ ਫਰੂਟਸ ਨੇ, ਵੈਜੀਟੇਬਲਸ ਨੇ, ਤੇ ਫਰਮੈਂਟਡ ਫੂਡਸ ਕੀ ਹੁੰਦੇ ਨੇ? ਜਿਵੇਂ ਚਾਟੀ ਵਾਲੀ ਲੱਸੀ, ਕਾਂਜੀ, ਧੁੱਪੇ ਰੱਖ ਕੇ ਤਿਆਰ ਕੀਤਾ ਅਚਾਰ। ਕਿਉਂਕਿ ਜਦੋਂ ਵੀ ਅਸੀਂ ਇਹਨਾਂ ਨੂੰ ਫਰਮੈਂਟ ਕਰਕੇ ਲੈਂਦੇ ਆ, ਉਹਨਾਂ 'ਚ ਗੁੱਡ ਬੈਕਟੀਰੀਆ ਹੁੰਦੇ ਨੇ। ਉਹ ਅੰਦਰ ਜਾ ਕੇ ਤੁਹਾਡੇ ਗੱਟ ਦੇ ਵਿੱਚ, ਗੱਟ ਦੀ ਜਿਹੜੀ ਆਂਤੜੀਆਂ ਦੀ ਹੈਲਥ ਨੂੰ ਇੰਪਰੂਵ ਕਰਦੇ ਨੇ। ਤੇ ਜਿੰਨੀ ਤੁਹਾਡੀ ਆਂਤੜੀਆਂ ਦੀ ਹੈਲਥ ਵਧੀਆ ਹੋਏਗੀ, ਉਹਨਾਂ ਤੁਹਾਡਾ ਮਨ ਵੀ ਵਧੀਆ ਹੋਏਗਾ। ਬਹੁਤ ਹੀ ਸਿੰਪਲ ਗੱਲ ਆ, ਪਰ ਸਾਨੂੰ ਸਮਝਣ ਲਈ ਬਹੁਤ ਸਮਾਂ ਲੱਗ ਜਾਂਦਾ। ਆਪਾਂ ਤੁਸੀਂ ਦੇਖੋ, ਪੁਰਾਣੇ ਟਾਈਮ 'ਚ ਕਹਿੰਦੇ ਸੀ ਵੀ ਰਾਤ ਦੀ ਰੋਟੀ ਬਾਹਰ ਰੱਖ ਦਿਓ, ਸਵੇਰੇ ਬਿਨਾਂ ਗਰਮ ਕੀਤੇ ਖਾਓ। ਜਾਂ ਬਹੁਤੀ ਵਾਰੀ ਉਹ ਲੋਕੀ ਚੂਰ ਕੇ, ਦਹੀਂ 'ਚ ਚੂਰ ਕੇ ਰਾਤ ਦੀ ਰੋਟੀ ਨੂੰ, ਮਿੱਸੀ ਰੋਟੀ ਨੂੰ ਖਾ ਲੈਂਦੇ ਸੀ। ਕਿਉਂ? ਕਿਉਂਕਿ ਉਹ ਮਿੱਸੀ ਰੋਟੀ, ਜਿਹੜੀ ਰਾਤ ਦੀ ਰੋਟੀ ਹੈ, ਉਹਦੇ ਤੇ ਸਵੇਰ ਤੱਕ ਬੈਕਟੀਰੀਆ ਆ ਜਾਂਦੇ ਨੇ। ਅੱਛਾ ਜੀ। ਤੇ ਜਦੋਂ ਤੁਸੀਂ ਜੇ ਗਰਮ ਕਰ ਦਿਓ ਤੇ ਬੈਕਟੀਰੀਆ ਮਰ ਜਾਂਦੇ ਨੇ। ਤੇ ਉਹ ਕਹਿੰਦੇ ਠੰਡੀ ਖਾਓ, ਕਿਉਂਕਿ ਠੰਡੀ ਖਾਣ ਨਾਲ ਉਹ ਬੈਕਟੀਰੀਆ ਤੁਹਾਡੇ ਅੰਦਰ ਜਾਣਗੇ, ਤੁਹਾਨੂੰ ਹੈਲਥਫੁਲ ਬਣਾਉਣਗੇ। ਹੁਣ ਤੁਸੀਂ ਖਾਣਾ ਖਾ ਲਿਆ, ਹੁਣ ਤੁਸੀਂ ਕੰਮ ਤੇ ਗਏ ਹੋ। ਕੰਮ ਤੇ ਤੁਸੀਂ ਇਸ ਤਰ੍ਹਾਂ ਕੰਮ ਕਰੋ ਵੀ ਕੋਸ਼ਿਸ਼ ਕਰੋ ਬੀ ਕਾਈਂਡ ਟੂ ਅਦਰਸ। ਤੇ ਇਸ ਤਰ੍ਹਾਂ ਦਾ ਕੰਮ ਕਰੋ ਕੋਈ ਲੋਕ ਤੁਹਾਨੂੰ ਟਰਸਟ ਕਰਨ। ਚਲਾਕੀ ਨਾ ਕਰੋ, ਹੈਲਪਫੁਲ ਹੋਵੋ। ਇਹ ਜਾਓ, ਇਹ ਸੋਚੋ ਵੀ ਲਾਈਫ ਇਜ਼ ਵੈਰੀ ਸ਼ਾਰਟ, ਪਤਾ ਨਹੀਂ ਕਦੋਂ ਖਤਮ ਹੋ ਜਾਣੀ ਹੈ। ਵੀ ਮੈਂ ਅੱਜ ਜਦੋਂ ਜਾਊਂਗਾ, ਮੈਂ ਇਸ ਤਰ੍ਹਾਂ ਲੋਕਾਂ ਨਾਲ ਗੱਲ ਕਰੂੰਗਾ ਵੀ ਐਜ਼ ਇਫ ਇਟ ਇਜ਼ ਮਾਈ ਲਾਸਟ ਡੇ। ਜੇ ਤੁਹਾਡਾ ਲਾਸਟ ਡੇ ਹੈ, ਤੁਸੀਂ ਕਿਸੇ ਨੂੰ ਨਾਰਾਜ਼ ਨਹੀਂ ਕਰੋਗੇ, ਕਿਸੇ ਦਾ ਨੁਕਸਾਨ ਨਹੀਂ ਕਰੋਗੇ, ਹੈ ਨਾ, ਕਿਸੇ ਦਾ ਭਰੋਸਾ ਨਹੀਂ ਤੋੜੋਗੇ। ਇਹ ਤੁਹਾਡੇ ਕੰਮ 'ਤੇ ਹੈ। ਪਰ ਥੋੜ੍ਹਾ ਜਿਹਾ ਵਲੰਟਰੀ ਵਰਕ ਵੀ ਕਰੋ। ਵਲੰਟਰੀ ਵਰਕ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਉਹ ਕੰਮ ਕਰ ਰਹੇ ਹੋ ਜਿੱਥੇ ਤੁਸੀਂ ਕੋਈ ਐਕਸਪੈਕਟ ਨਹੀਂ ਕਰ ਰਹੇ ਵੀ ਮੈਨੂੰ ਕੋਈ ਪੈਸੇ ਦੇਵੇਗਾ ਜਾਂ ਮੇਰਾ ਨਾਮ ਕਰੇਗਾ। ਹੁਣ ਕਈ ਲੋਕ ਜਿਹੜੇ ਨੇ ਉਹ ਵਲੰਟਰੀ ਵਰਕ ਕਰਦੇ ਨੇ, ਪਰ ਬਾਅਦ 'ਚ ਫੋਟੋ ਖਿਚਾਉਂਦੇ ਨੇ ਵੀ ਲਓ ਜੀ ਅਸੀਂ ਦੁੱਧ ਦੀ ਸੇਵਾ ਕੀਤੀ। ਉਹਦਾ ਕੋਈ ਫਾਇਦਾ ਨਹੀਂ। ਹੈ ਨਾ? ਹਾਂ, ਉਹ ਤਾਂ ਇੱਕ ਈਗੋ ਨੂੰ ਭਰਨ ਵਾਲੀ ਗੱਲ ਹੀ ਹੁੰਦੀ ਹੈ। ਸੋ ਵਲੰਟਰੀ ਵਰਕ ਜ਼ਰੂਰੀ ਹੈ, ਕਾਈਂਡ ਹੋਣਾ ਜ਼ਰੂਰੀ ਹੈ। ਟਰਸਟ ਕਰੋ ਤੇ ਟਰਸਟ ਦਿਓ। ਤੇ ਸ਼ਾਮ ਨੂੰ ਜਦੋਂ ਹੋ ਜਾਂਦੀ ਹੈ ਤੇ ਟਰਾਈ ਟੂ ਬੀ ਕਲੋਜ਼ ਟੂ ਦ ਨੇਚਰ। ਚਾਹੇ ਤੁਸੀਂ ਪਕਸ਼ੀਆਂ ਦੀ ਆਵਾਜ਼ ਸੁਣੋ, ਚਾਹੇ ਤੁਸੀਂ ਸਨਸੈਟ ਦੇਖੋ, ਹਵਾ 'ਚ ਬੈਠੋ। ਜਿੰਨਾ ਨੇਚਰ ਦੇ ਨੇੜੇ ਜਾਓਗੇ, ਉਨੀ ਤੁਹਾਡੇ ਕੈਮੀਕਲਸ, ਗੁੱਡ ਕੈਮੀਕਲਸ ਰਿਲੀਜ਼ ਹੋਣਗੇ। ਇੱਕ ਆਪਣੀ ਸਲੀਪ ਵੱਲ ਬਹੁਤ ਧਿਆਨ ਦਿਓ। ਜਿਹੜਾ ਵੀ ਤੁਸੀਂ ਰੂਟੀਨ ਬਣਾਉਂਦੇ ਹੋ ਵੀ ਮੈਂ ਇੰਨੇ ਵਜੇ ਸੌਣਾ, ਇੰਨੇ ਵਜੇ ਉੱਠਣਾ, ਉਹਨੂੰ ਤੋੜੋ ਨਾ, ਕਿਉਂਕਿ ਸਲੀਪ ਇਜ਼ ਵੈਰੀ ਇੰਪੋਰਟੈਂਟ ਫॉर ਮੈਂਟਲ ਹੈਲਥ। ਤੇ ਅੱਛੀ ਨੀਂਦ ਲੈਣ ਲਈ ਘੱਟੋ ਘੱਟ 1-1.5 ਘੰਟਾ ਪਹਿਲੇ ਆਪਣੇ ਰੂਟੀਨ ਦੇ ਕੰਮ ਸਾਰੇ ਛੱਡ ਦਿਓ। ਨਹੀਂ ਤਾਂ ਮੈਂ ਕਹਿੰਦਾ ਹੁੰਦਾ ਵੀ ਜੇ ਤੂੰ ਸੌਣ ਲੱਗੇ ਕੋਈ ਦਫ਼ਤਰ ਦਾ ਕੰਮ ਕੀਤਾ ਤੇ ਦਫ਼ਤਰ ਤੇਰੇ ਨਾਲ ਹੀ ਸੌਂਗਾ। ਹਾਂ ਬਿਲਕੁਲ ਸਹੀ ਹੈ, ਹੈ ਨਾ? ਬਿਲਕੁਲ। ਜਿਹੜਾ ਕੰਮ ਕਰਦੇ ਕਰਦੇ ਤੁਸੀਂ ਸੌਂਗੇ, ਉਹ ਫਿਰ ਤੁਹਾਡੇ ਨਾਲ ਹੀ ਸੌਂਏਗਾ ਤੇ ਸਵੇਰੇ ਤੁਹਾਡੇ ਨਾਲ ਹੀ ਉੱਠੇਗਾ। ਜੇ ਕਈ ਵਾਰੀ ਐਵੇਂ ਹੁੰਦਾ ਕਿ ਤੁਸੀਂ ਸੌਂ ਵੀ ਗਏ ਹੋ ਤਾਂ ਸੁੱਤਿਆਂ ਹੋਇਆਂ ਵੀ ਤੁਹਾਡੇ ਦਿਮਾਗ ਦੇ ਵਿੱਚ ਉਹੀ ਚੀਜ਼ਾਂ ਚੱਲੀ ਜਾ ਰਹੀਆਂ ਨੇਗੀਆਂ, ਤੇ ਤੁਸੀਂ ਜਦੋਂ ਸਵੇਰੇ ਸੌਂ ਕੇ ਉੱਠਦੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ 8 ਘੰਟੇ ਜਾਂ 7 ਘੰਟੇ ਸੌਂ ਕੇ ਉੱਠੇ ਹੋ।
ਕਿਉਂਕਿ ਵਿਚਾਰ ਲਗਾਤਾਰ ਚੱਲ ਰਹੇ ਨਾ, ਉਹ ਤਾਂ ਹੀ ਮੈਂ ਕਿਹਾ ਸੀ ਵੀ ਜਦੋਂ ਸੌਣ ਤੋਂ ਪਹਿਲੇ ਜਿਹੜਾ ਵੀ ਤੁਹਾਨੂੰ ਕੋਈ ਚੀਜ਼ ਚੰਗੀ ਲੱਗਦੀ ਹੈ, ਮਿਊਜ਼ਿਕ, ਸ਼ਬਦ, ਐਨੀਥਿੰਗ, ਐਨੀ ਮਿਊਜ਼ਿਕ, ਭਜਨ ਹੋ ਗਿਆ, ਜਿਵੇਂ ਸਵੇਰੇ ਉੱਠਦੇ ਸਾਰ ਸੁਣਨਾ ਹੈ, ਉਸ ਤਰ੍ਹਾਂ ਰਾਤ ਨੂੰ ਵੀ ਸੁਣਾ। ਇਸ ਤੋਂ ਬਾਅਦ ਇੱਕ ਫੈਮਿਲੀ ਦੇ ਵਿੱਚ ਸਭ ਤੋਂ ਇੰਪੋਰਟੈਂਟ ਮੈਂ ਚੀਜ਼ ਕਹੂੰਗਾ, ਹਾਂਜੀ, ਉਹ ਹੈਗਾ ਕਲੋਜ਼ ਰਿਲੇਸ਼ਨਸ਼ਿਪ ਵਿਦ ਦਾ ਫੈਮਿਲੀ ਐਂਡ ਫਰੈਂਡਸ। ਇੱਕ ਸਟੱਡੀ ਹੋਈ ਅਮਰੀਕਾ 'ਚ ਜਿਹੜੀ 50 ਸਾਲ ਚੱਲੀ। ਅੱਛਾ ਜੀ। ਉਹ ਸਟੱਡੀ 'ਚ ਉਹਨਾਂ ਨੇ 15-20 ਸਾਲ ਦੇ ਏਜ ਦੇ ਬੱਚੇ ਲੈ ਲਏ ਅਤੇ ਉਹਨਾਂ ਨੂੰ 75-80 ਸਾਲ ਤੱਕ, 50 ਤੋਂ ਵੀ ਵੱਧ ਚੱਲੀ ਉਹ, ਅੱਛਾ, ਉਹਨਾਂ ਨੂੰ ਫੋਲੋ ਕੀਤਾ ਵੀ ਇਹਨਾਂ 'ਚੋਂ ਕਿਹੜੇ ਬੰਦੇ ਜ਼ਿਆਦਾ ਬਿਮਾਰ ਹੁੰਦੇ ਨੇ, ਕਿਹੜੇ ਠੀਕ ਰਹਿੰਦੇ ਨੇ, ਕਿਹੜੇ ਮੈਂਟਲੀ ਹੈਲਦੀ ਰਹਿੰਦੇ ਨੇ, ਕਿਹੜੇ ਲੰਬਾ ਜੀਂਦੇ ਨੇ। ਅੱਛਾ ਜੀ। ਅਤੇ ਉਹਦੇ 'ਚ ਜਿਵੇਂ ਅਸੀਂ ਕਹਿੰਦੇ ਹਾਂ ਜੀ, ਲੰਬਾ ਜੀਣ ਲਈ ਸਹੀ ਖੁਰਾਕ ਖਾਓ, ਐਕਸਰਸਾਈਜ਼ ਕਰੋ, ਮੈਡੀਕਲ ਚੈੱਕਅਪ ਕਰਾਓ, ਪਰ ਉਹ ਸਾਰਿਆਂ ਤੋਂ ਉੱਪਰ ਜਿਹੜਾ ਫੈਕਟਰ ਆਇਆ ਉਹ ਇਹ ਸੀ ਵੀ ਜਿਨ੍ਹਾਂ ਦੇ ਕੋਲ ਕੋਈ ਕਲੋਜ਼ ਫਰੈਂਡਸ ਨੇ, ਜਿਨ੍ਹਾਂ ਨਾਲ ਉਹ ਗੱਲਬਾਤ ਕਰ ਸਕਦੇ ਨੇ, ਆਪਣਾ ਗਿਲਾ ਸ਼ਿਕਵਾ ਕੱਢ ਸਕਦੇ ਨੇ, ਟਰਸਟ ਕਰ ਸਕਦੇ ਨੇ, ਜਿਹੜੇ ਤੁਹਾਨੂੰ ਧਿਆਨ ਨਾਲ ਗੱਲ ਸਾਡੀ ਸੁਣਦੇ ਨੇ, ਉਹ ਸਭ ਤੋਂ ਲੰਬਾ ਜੀਂਦੇ ਨੇ। ਅੱਛਾ। ਹਾਂ, ਇਹ ਸਾਡੇ ਕਲਚਰ ਦੇ ਵਿੱਚ ਪਹਿਲੇ ਸੀ ਕਿ ਘਰ 'ਚ ਇੱਕ ਫੈਮਿਲੀ ਹੁੰਦੀ ਸੀ, ਹਾਂਜੀ, ਉਹ ਸਾਰੇ ਜਾਣੇ ਇਕੱਠੇ ਸ਼ਾਮ ਨੂੰ ਬਹਿ ਕੇ ਗੱਲਾਂ ਕਰਦੇ ਸੀ। ਜੇ ਕਿਸੇ 'ਤੇ ਕੋਈ ਦੁੱਖ ਆਇਆ ਤੇ ਉਹ ਦੁੱਖ ਸਾਰੇ ਪਰਿਵਾਰ ਦਾ ਦੁੱਖ ਹੁੰਦਾ ਸੀ, ਜੇ ਸੁੱਖ ਆਉਂਦਾ ਸੀ ਸਾਰੇ ਪਰਿਵਾਰ ਦਾ ਸੁੱਖ ਹੁੰਦਾ ਸੀ, ਉਹ ਕਿਸੇ 'ਤੇ ਇੱਕ 'ਤੇ ਬਰਡਨ ਨਹੀਂ ਸੀ ਪੈਂਦਾ। ਸੋ ਤਾਂ ਹੀ ਕੁਛ ਸਾਲ ਪਹਿਲੇ ਜਦ ਤੱਕ ਜੁਆਇੰਟ ਫੈਮਿਲੀ ਦਾ ਸਿਸਟਮ ਸੀ, ਉੱਥੇ ਇੰਗਜ਼ਾਇਟੀ, ਡਿਪਰੈਸ਼ਨ ਦੀ ਨਾਂ ਦੀ ਕੋਈ ਚੀਜ਼ ਹੈ ਨਹੀਂ ਸੀ। ਹਾਂ, ਤੇ ਵੈਸੇ ਵੀ ਜੇ ਕਿਤੇ ਘਰੇ ਕੋਈ ਵੱਡੀ ਸਿਚੁਏਸ਼ਨ ਬਣ ਜਾਂਦੀ ਸੀਗੀ ਤਾਂ ਉਹ ਘਰ ਦੇ ਵੱਡਿਆਂ ਤੱਕ ਰਹਿ ਜਾਂਦੀ ਹੁੰਦੀ ਸੀ, ਬੱਚਿਆਂ ਤੱਕ ਨਹੀਂ ਸੀ ਆਉਂਦੀ ਹੁੰਦੀ। ਹਾਂਜੀ, ਬੱਚਿਆਂ ਦੇ ਕੰਮ ਹੀ ਕਰਨੇ ਸੀ। ਹੁਣ ਇਹ ਵੀ ਘਰ 'ਚ 4 ਬੰਦੇ ਨੇ, ਜੇ ਮਾਂ ਪਿਓ ਡਿਪਰੈਸ ਨੇ ਤੇ ਉਹ ਤੁਹਾਡੀ ਜਿਹੜੀ ਵਾਈਬ੍ਰੇਸ਼ਨ ਆ ਉਹ ਬੱਚਿਆਂ ਤੱਕ ਪਹੁੰਚ ਜਾਏਗੀ। ਤੁਹਾਨੂੰ ਚੁੱਪ ਦੇਖ ਕੇ ਉਹ ਵੀ ਚੁੱਪ ਕਰ ਜਾਂਦੇ ਨੇ। ਪਰ ਜਦੋਂ ਜੁਆਇੰਟ ਫੈਮਿਲੀ ਹੁੰਦੀ ਸੀ, ਉਹ ਉੱਪਰਲੇ ਜਿਹੜੇ ਲਾਣੇਦਾਰ ਕਹਿੰਦੇ ਸੀ, ਉਹ ਆਪਣੇ ਆਪ ਹੀ ਸੋਲਵ ਕਰ ਦਿੰਦੇ ਸੀ। ਬੱਚਿਆਂ ਨੂੰ ਭਿਣਕ ਵੀ ਨਹੀਂ ਸੀ ਹੁੰਦੀ ਵੀ ਘਰ 'ਚ ਕੋਈ ਪ੍ਰੋਬਲਮ ਹੈ। ਕੁਝ ਹੋਇਆ, ਬਿਲਕੁਲ ਸਹੀ। ਇਹ ਬਹੁਤ ਜ਼ਰੂਰੀ ਹੈ, ਜਿਹੜੇ ਕਲਚਰਲੀ ਸਾਡੇ ਪਹਿਲੇ ਚੱਲਦਾ ਸੀ, ਦੈਟ ਵਾਜ਼ ਵੈਰੀ ਅਸੈਂਸ਼ੀਅਲ। ਪਰ ਹੁਣ ਤਾਂ ਸਾਨੂੰ 4 ਦੋਸਤ ਵੀ ਲੱਭਣੇ ਔਖੇ ਹੋ ਜਾਂਦੇ ਨੇ। ਪਰ ਜੇ ਤੁਹਾਨੂੰ ਕੋਈ ਇਹੋ ਜਿਹਾ ਦੋਸਤ ਲੱਭੇ ਜਿਹਨੂੰ ਤੁਸੀਂ ਟਰਸਟ ਕਰ ਸਕੋ, ਜਿਹੜਾ ਤੁਹਾਡੇ ਤੋਂ ਜੈਲਸ ਨਾ ਹੋਵੇ, ਉਹਨੂੰ ਆਪਣੇ ਰਿਸ਼ਤੇਦਾਰ ਹੀ ਬਣਾ ਲਓ, ਉਹਨੂੰ ਗ੍ਰੈਬ ਕਰ ਲਓ, ਉਹਨੂੰ ਜਾਣ ਨਾ ਦਿਓ। ਇਹੋ ਜਿਹੇ ਬੰਦੇ ਬਹੁਤ ਘੱਟ ਮਿਲਦੇ ਅੱਜ ਕੱਲ੍ਹ। ਸੋ ਫਾਰਮ ਏ ਗਰੁੱਪ ਜਿੱਥੇ ਤੁਸੀਂ ਬਿਨਾਂ ਕਿਸੇ ਫਾਰਮੈਲਿਟੀ ਦੇ, ਬਿਨਾਂ ਕਿਸੇ ਝਿਜਕ ਦੇ ਆਪਣੀ ਸਾਰੀ ਪ੍ਰੋਬਲਮ ਡਿਸਕਸ ਕਰੋ, ਪਰ ਤੁਹਾਨੂੰ ਟਰਸਟ ਹੋਵੇ ਵੀ ਇਹ ਦੁਬਾਰਾ ਕਦੀ ਮੈਨੂੰ ਸੁਣਾਊਗਾ ਨਹੀਂ। ਹੁਣ ਅਸੀਂ ਕਿਉਂ ਨਹੀਂ ਗੱਲ ਕਰਦੇ ਵੀ ਯਾਰ ਮੈਨੂੰ ਦੱਸਦੀ ਤੇ ਕੱਲ੍ਹ ਨੂੰ ਮੇਰਾ ਮਜ਼ਾਕ ਨਾ ਉਡਾਵੇ। ਹਾਂ, ਜਾਂ ਮੈਨੂੰ ਜੱਜ ਕਰਨਗੇ ਇਹ, ਜੱਜ ਕਰਨਗੇ, ਹੈ ਨਾ। ਹਾਂ, ਸੋ ਤੁਹਾਡੀ ਫਿਜ਼ੀਕਲ ਤੇ ਮੈਂਟਲ ਹੈਲਥ ਦੇ ਲਈ ਇਹ ਚੀਜ਼ਾਂ ਬਹੁਤ ਜ਼ਿਆਦਾ ਸਾਰੀਆਂ ਜ਼ਰੂਰੀ ਨੇ। ਬਸ ਇਹਦੇ ਨਾਲ ਫਿਜ਼ੀਕਲ ਹੈਲਥ ਵੀ ਇੰਪਰੂਵ ਕਰੇਗੀ, ਮੈਂਟਲ ਹੈਲਥ ਵੀ ਇੰਪਰੂਵ ਕਰੇਗੀ। ਹਾਂਜੀ। ਇੱਕ ਚੀਜ਼ ਹੋਰ ਹੈ ਸਰ, ਮੈਂ ਜਿਹਦੇ 'ਤੇ ਗੱਲ ਕਰਨਾ ਚਾਹੁੰਦੀ ਹਾਂ ਕਿ ਆਪਾਂ ਕਹਿੰਦੇ ਕਿ ਡਿਪਰੈਸ਼ਨ, ਕੱਲ੍ਹ ਵੀ ਮੈਂ ਇੱਕ ਰਿਪੋਰਟ ਪੜ੍ਹ ਰਹੀ ਸੀ, ਮੈਨੂੰ ਨਹੀਂ ਸੀ ਪਤਾ ਵੀ ਉਹ ਕਿੰਨੀ ਕੁ ਔਥੈਂਟਿਕ ਆ ਜਾਂ ਕਿੰਨੀ ਕੁ ਨਹੀਂ। ਉਹ ਇਹ ਸੀਗੀ ਕਿ ਪੰਜਾਬ ਦੇ ਰੂਰਲ ਏਰੀਏ ਦੀ, ਪੇਂਡੂ ਏਰੀਏ ਦੀ ਰਿਪੋਰਟ ਸੀਗੀ ਉਹ, ਕਿ ਉੱਥੇ 63% ਜਿਹੜੀਆਂ ਔਰਤਾਂ ਨੇ ਅਤੇ 25% ਮਰਦ ਨੇ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਨੇ। ਜਦੋਂ ਵੀ ਕਿਤੇ ਵੀ ਆਪਾਂ ਡਿਪਰੈਸ਼ਨ ਦੀ ਰੇਸ਼ੋ ਦੇਖਦੇ ਹਾਂ ਤਾਂ ਉੱਥੇ ਹਮੇਸ਼ਾ ਇਹੀ ਹੁੰਦਾ ਕਿ ਔਰਤਾਂ 'ਚ ਡਿਪਰੈਸ਼ਨ ਜ਼ਿਆਦਾ ਆ। ਇਹ ਕਿਉਂ ਹੁੰਦਾ ਆ? ਕਿਉਂਕਿ ਔਰਤਾਂ ਇੱਥੇ ਪੇਂਡੂ ਇਲਾਕੇ 'ਚ ਨੋਰਮਲੀ ਘਰ 'ਚ ਸੀਮਿਤ ਹੁੰਦੀਆਂ, ਅਤੇ ਉਹ ਆਪਣੀਆਂ ਜਿਹੜੇ ਬੰਦੇ ਨੇ ਉਹ ਬਾਹਰ ਘੁੰਮ ਫਿਰ ਕੇ ਆਪਣੀਆਂ ਜਿਹੜੀਆਂ ਫੀਲਿੰਗਸ ਨੇ, ਜਾਂ ਉਹਨਾਂ ਨੂੰ ਇੱਕ ਐਸਕੇਪ ਮਿਲ ਜਾਂਦਾ ਵੀ ਉਹ ਬਾਹਰ ਜਾ ਕੇ ਗੱਲਾਂ ਮਾਰਿਆ ਏ, ਕਿਸੇ 4 ਬੰਦਿਆਂ ਨਾਲ ਘੁੰਮਿਆ ਏ, ਸ਼ਹਿਰ ਆ ਗਏ, ਤਾਂ ਉਹ ਆਪਣੀ ਡਿਪਰੈਸ਼ਨ ਨੂੰ ਕਾਫੀ ਦੇਰ ਤੱਕ ਟਾਲ ਸਕਦੇ ਨੇ। ਪਰ ਜਿਹੜੀਆਂ ਲੇਡੀਜ਼ ਨੇ ਘਰੇ ਹੁੰਦੀਆਂ, ਘਰ 'ਚ ਉਹਨਾਂ ਕੋਲ ਕੋਈ ਐਸਕੇਪ ਨਹੀਂ ਹੈ। ਜੇ ਤੁਸੀਂ ਲੋਨਲੀ ਫੀਲ ਕਰ ਰਹੇ ਹੋ ਤਾਂ ਤੁਹਾਡੇ ਕੋਲ ਕੋਈ ਇਹੋ ਜਿਹਾ ਸਾਧਨ ਨਹੀਂ ਹੈ ਵੀ ਮੈਂ ਆਪਣੀ ਲੋਨਲੀਨੈਸ ਨੂੰ ਕਿਸੇ ਖ਼ਤਮ ਕਰਾਂ। ਅਤੇ ਹਸਬੈਂਡ ਜਿਹੜੇ
ਜਨਰਲਾਈਜ਼ ਨਹੀਂ ਮੈਂ ਕਰ ਰਿਹਾ, ਮੋਸਟਲੀ ਘਰ ਆ ਕੇ ਹਸਬੈਂਡ ਵਾਈਫ ਦੀ ਬੱਚਿਆਂ ਦੀ ਕੋਈ ਆਪਸ ਇੰਟਰੈਕਸ਼ਨ ਹੈ ਹੀ ਨਹੀਂ, ਹਾਂ ਬਿਲਕੁਲ ਬਿਲਕੁਲ, ਹੈ ਨਾ। ਪੇਰੈਂਟਸ ਨੂੰ ਅੱਜ ਕੱਲ੍ਹ ਇਹ ਵੀ ਨਹੀਂ ਪਤਾ ਵੀ ਬੱਚੇ ਕੀ ਕਰ ਰਹੇ ਨੇ, ਫਿਰ ਕਹਿੰਦੇ ਜੀ ਇਹ ਨਸ਼ੇ 'ਚ ਲੱਗ ਗਿਆ। ਤੇ ਸਟੱਡੀ ਹੈ ਵੀ ਜਿਹੜੇ ਪੇਰੈਂਟਸ ਬੱਚਿਆਂ ਨਾਲ ਰੋਜ਼ ਇੱਕ ਵਾਰੀ ਬਹਿ ਕੇ ਖਾਣਾ ਖਾਂਦੇ ਨੇ, ਉਹਨਾਂ ਦੇ ਬੱਚੇ ਕਦੀ ਵੀ ਨਸ਼ਿਆਂ 'ਚ ਨਹੀਂ ਪੈਂਦੇ। ਬੜੀ ਵੱਡੀ ਸਟੱਡੀ ਹੋਈ ਵੀ ਉਹਨਾਂ ਨੇ ਦੇਖਿਆ ਵੀ ਜਿਹੜੇ ਬੱਚੇ ਨਸ਼ਿਆਂ 'ਚ ਜਾਂਦੇ ਨੇ ਉਹ ਹੈ ਜਿਹੜੇ ਅੰਦਰੋਂ ਲਵਡ ਮਹਿਸੂਸ ਨਹੀਂ ਕਰਦੇ। ਉਹਨਾਂ ਨੂੰ ਲੱਗਦਾ ਵੀ ਯਾਰ ਮੈਨੂੰ ਪਿਆਰ ਨਹੀਂ, ਮਤਲਬ ਪਿਆਰ ਨਹੀਂ ਮਿਲਿਆ। ਪਿਆਰ ਮਿਲਣ ਦਾ ਇੱਕੋ ਹੀ, ਨਾ ਮਿਲਣ ਦਾ ਇੱਕੋ ਹੀ ਕਾਰਨ ਹੈ ਕਿ ਉਹ ਘਰ ਆਉਂਦੇ ਨੇ, ਉਹ ਵੀ ਇਕੱਲੇ ਨੇ, ਮਾਂ ਪਿਓ ਵੀ ਇਕੱਲੇ ਨੇ, ਸਾਰੇ ਆਪਸ ਦੇ ਵਿੱਚ, ਹੈ ਨਾ। ਦੇ ਆਰ ਲਿਵਿੰਗ ਇਨ ਦਾ ਸੇਮ ਹਾਊਸ, ਪਰ ਸਾਰੇ ਸਟ੍ਰੇਂਜਰ ਨੇ। ਬਿਲਕੁਲ। ਬੱਚਿਆਂ 'ਤੇ ਖਾਸ ਤੌਰ 'ਤੇ ਮੈਂ ਗੱਲ ਕਰਨਾ ਚਾਹੂੰਗੀ। ਹੁਣ ਮੈਂ ਜਿਵੇਂ ਆਪਾਂ ਆਲੇ ਦੁਆਲੇ ਰਹਿੰਦੇ ਹਾਂ ਸੁਸਾਇਟੀ ਦੇ ਵਿੱਚ, ਬਹੁਤ ਸਾਰੇ ਅਸੀਂ ਬੱਚਿਆਂ ਨੂੰ ਵੀ ਦੇਖਦੇ ਹਾਂ, ਜਾਂ ਆਪਦੇ ਪਰਿਵਾਰ 'ਚ ਵੀ ਬਹੁਤ ਸਾਰੇ ਬੱਚਿਆਂ ਨੂੰ ਦੇਖਦੇ ਹਾਂ, ਭਤੀਜੇ ਭਾਣਜੇ ਜਾਂ ਆਪਦੇ ਖੁਦ ਦੇ ਬੱਚੇ, ਹੈ ਨਾ। ਆਪਾਂ ਕਹਿੰਦੇ ਕਿ ਡਿਪਰੈਸ਼ਨ ਦੇ ਲਈ ਆਪਾਂ ਨੂੰ ਇਹ ਹੁੰਦਾ ਹੈ ਕਿ ਇਹ ਵੱਡੇ ਲੋਕਾਂ ਨੂੰ ਹੀ ਹੋ ਸਕਦਾ ਆ, ਕਿਉਂਕਿ ਉਹਨਾਂ ਨੇ ਬੜੇ ਝਮੇਲੇ ਨੇ ਉਹਨਾਂ ਦੇ ਆਲੇ ਦੁਆਲੇ, ਇਸ ਕਰਕੇ ਉਹ ਡਿਪਰੈਸ਼ਨ 'ਚ ਚੱਲ ਜਾਂਦੇ ਨੇ। ਜਾਂ ਮੈਨੂੰ ਕੋਈ ਬਿਜ਼ਨਸ 'ਚ ਲਾਸ ਹੋ ਗਿਆ, ਮੈਂ ਕਿਤੇ ਕੋਈ ਐਗਜ਼ਾਮ ਸਕੋਰ ਕਰੈਕ ਨਹੀਂ ਕਰ ਸਕਿਆ ਤਾਂ ਮੈਨੂੰ ਡਿਪਰੈਸ਼ਨ ਹੋ ਗਿਆ, ਮੈਂ ਕੈਨੇਡਾ ਜਾਣਾ ਸੀ ਮੈਨੂੰ ਵੀਜ਼ਾ ਨਹੀਂ ਮਿਲਿਆ, ਕੋਈ ਵੀ ABCD ਰੀਜ਼ਨ ਆਪਾਂ ਕਹਿ ਦਿੰਦੇ ਕਿ ਵੱਡੇ ਲੋਕਾਂ ਨੂੰ। ਪਰ ਹੋ ਸਕਦਾ ਮੈਂ ਗਲਤ ਵੀ ਹੋਵਾਂ, ਪਰ ਜਦੋਂ ਮੈਂ ਆਲੇ ਦੁਆਲੇ ਬਹੁਤ ਛੋਟੇ ਬੱਚਿਆਂ ਨੂੰ ਵੀ ਦੇਖਦੀ ਹਾਂ ਜਿਹੜੇ ਕਿ 3 ਸਾਲ 4 ਸਾਲ 5 ਸਾਲ ਜਾਂ 6 ਸਾਲ ਦੇ ਨੇਗੇ, ਮੈਨੂੰ ਕਦੇ ਕਦੇ ਉਹਨਾਂ ਦੇ ਵਿੱਚ ਵੀ ਨਾ ਕੁਛ ਸਿੰਪਟਮਸ ਦਿਸਦੇ ਹੁੰਦੇ ਨੇ, ਜਾਂ ਮੈਨੂੰ ਲੱਗਦਾ ਹੁੰਦਾ ਹੈ ਕਿ ਇਹਨਾਂ ਦਾ ਬਿਹੇਵੀਅਰ ਨੋਰਮਲ ਬੱਚਿਆਂ ਨਾਲੋਂ ਅਲੱਗ ਵਾ। ਇਹ ਪੋਸੀਬਲ ਹੈਗਾ ਕਿ ਬਹੁਤ ਛੋਟੀ ਉਮਰ ਦੇ ਵਿੱਚ ਬੱਚੇ ਨੂੰ ਡਿਪਰੈਸ਼ਨ ਜਾਂ ਤਣਾਅ ਜਾਂ ਘਬਰਾਹਟ ਕੁਛ ਵੀ ਹੋ ਸਕਦਾ ਇੱਦਾਂ? ਬਿਲਕੁਲ ਹੋ ਸਕਦਾ ਜੀ, ਕਿਉਂਕਿ ਜਿਵੇਂ ਅਸੀਂ ਕਿਹਾ ਵੀ ਅਸੀਂ ਡਿਪਰੈਸਡ ਹਾਂ ਕਿ ਐਂਸ਼ੀਅਸ ਹਾਂ, ਉਹ ਡਿਪੈਂਡ ਕਰਦਾ ਹੈ ਸਾਡਾ ਕੈਮੀਕਲ ਬੈਲੈਂਸ ਕਿਵੇਂ। ਜਿਹੜੀਆਂ ਮੈਂ ਸਾਰੀਆਂ ਚੀਜ਼ਾਂ ਕੀਤੀਆਂ, ਹੁਣ ਮੇਰੇ ਕੋਲ ਕਈ ਆਉਣਗੇ ਬੱਚਾ ਕੋਕ ਪੀ ਰਿਹਾ, ਮੈਂ ਕਹਿੰਦਾ ਯਾਰ ਇਹਨੂੰ ਕੋਕ ਨਾ ਪਿਲਾਓ, ਨਹੀਂ ਕਹਿੰਦਾ ਜੀ ਛੋਟੇ ਹੁੰਦੇ ਨੂੰ ਕੀ ਹੁੰਦਾ। ਮੈਂ ਕਿਹਾ ਯਾਰ ਜਦੋਂ ਗੱਡੀ ਲੈ ਕੇ ਆਓ, ਨਵੀਂ ਗੱਡੀ ਦੇ ਵਿੱਚ ਡੀਜ਼ਲ ਵਾਲੀ 'ਚ ਪੈਟਰੋਲ ਪਾ ਦੇਣਾ ਚਾਹੀਦਾ, ਕਹਿੰਦਾ ਨਹੀਂ। ਮੈਂ ਕਿਹਾ ਫਿਰ ਜਿਹੜੀ ਡੀਜ਼ਲ ਦੀ ਗੱਡੀ ਹੈ ਉਹ ਡੀਜ਼ਲ 'ਤੇ ਰਹਿੰਦੀ ਹੈ, ਇਹ ਜਿਹੜੇ ਬੱਚੇ ਨੇ, ਜੇ ਕੋਕ ਵੱਡੇ ਲਈ ਮਾੜਾ ਹੈ, ਛੋਟੇ ਲਈ ਵੀ ਮਾੜਾ। ਬਿਲਕੁਲ। ਸੋ ਜੇ ਉਹ ਇਹ ਸਾਰੀਆਂ ਚੀਜ਼ਾਂ ਜਿਹੜੀ ਅਡਲਟ ਲਈ ਮੈਂ ਦੱਸੀਆਂ ਵੀ ਤੁਹਾਡਾ ਕੈਮੀਕਲ ਬੈਲੈਂਸ ਬਣਾਉਣ ਲਈ ਐਕਸਰਸਾਈਜ਼ ਵੀ ਚਾਹੀਦੀ ਹੈ, ਸਨਲਾਈਟ ਵੀ ਚਾਹੀਦੀ ਹੈ, ਤੁਹਾਨੂੰ ਪਿਆਰ ਵੀ ਚਾਹੀਦਾ ਮਾਪਿਆਂ ਦਾ ਵੀ ਤੁਹਾਨੂੰ ਹੱਕ ਕਰਨ, ਤੁਹਾਡੀ ਗੱਲ ਸੁਣਨ, ਬਿਲਕੁਲ। ਤੁਹਾਡੀ ਡਾਈਟ ਵੀ ਸਹੀ ਚਾਹੀਦੀ ਹੈ। ਜੇ ਉਹ ਸਾਰਾ ਕੁਝ ਉਹਨਾਂ ਨੂੰ ਨਹੀਂ ਮਿਲ ਰਿਹਾ, ਉਹ ਵੀ ਹੌਲੀ ਹੌਲੀ ਡਿਪਰੈਸ਼ਨ ਚੱਲ ਜਾਣਗੇ। ਸੋ ਪੇਰੈਂਟਸ ਦਾ ਇਹ ਫਰਜ਼ ਹੈ ਵੀ ਉਹ ਬੱਚਿਆਂ ਦੀ ਐਕਸਰਸਾਈਜ਼ ਵੀ ਕਰਾਉਣ, ਉਹਨਾਂ ਨੂੰ ਧੁੱਪੇ ਵੀ ਲੈ ਕੇ ਜਾਣ, ਉਹਨਾਂ ਨੂੰ ਪਿਆਰ ਵੀ ਕਰਨ, ਹੱਗ ਵੀ ਕਰਨ, ਉਹਨਾਂ ਦੀ ਗੱਲ ਵੀ ਧਿਆਨ ਨਾਲ ਸੁਣਨ, ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਬੱਚੇ ਜਿਹੜੇ ਆ ਪ੍ਰੋਪਰਲੀ ਗਰੋ ਕਰਨ। ਇਹ ਸਿਰਫ ਇਹ ਨਹੀਂ ਹੈ ਵੀ ਮੈਂ ਸਿਰਫ ਵੱਡੇ ਡਿਪਰੈਸ਼ਨ ਜਾਂਦੇ ਆ, ਤੁਸੀਂ ਬਿਲਕੁਲ ਸਹੀ ਹੋ ਵੀ ਜੇ ਕੈਮੀਕਲ ਇੰਬੈਲੈਂਸ ਹੋਏਗਾ ਛੋਟੇ ਵੀ ਡਿਪਰੈਸ਼ਨ ਚੱਲ ਜਾਣਗੇ। ਅਤੇ ਜੇ ਪੇਰੈਂਟਸ ਆਪਣੇ ਬੱਚਿਆਂ ਦੇ ਉਹ ਸਿੰਪਟਮ ਦੇਖਣਾ ਚਾਹੁੰਦੇ ਹੋਣ ਤਾਂ ਉਹ ਕੀ ਦੇਖ ਸਕਦੇ ਨੇਗੇ? ਜਿਵੇਂ ਕਈ ਵਾਰ ਜੇ ਮੈਂ ਕਿਸੇ ਨੂੰ ਕਹੂੰਗੀ ਜਾ ਕੇ ਵੀ ਇਹ ਬਹੁਤ ਕੁਆਇਟ ਆ ਤੁਹਾਡਾ ਬੱਚਾ, ਬੜਾ ਚੁੱਪਚਾਪ ਆ, ਸ਼ਾਂਤ ਆ, ਉਹ ਕਹਿ ਦਿੰਦੇ ਨੇ ਇਹ ਹੈ ਹੀ ਇੱਦਾਂ, ਇਹ ਸ਼ੁਰੂ ਤੋਂ ਹੀ ਇੱਦਾਂ। ਪਰ ਮੈਨੂੰ ਲੱਗਦਾ ਹੁੰਦਾ ਕਿ ਹੋ ਸਕਦਾ ਬਾਏ ਨੇਚਰ ਕੋਈ ਬੱਚਾ 100 'ਚੋਂ 1 ਹੋਵੇ ਜਿਹੜਾ ਉਹ ਉਸ ਉਮਰ ਦੇ ਵਿੱਚ ਸ਼ਾਂਤ ਹੋਵੇ। ਪਰ ਮੈਨੂੰ ਲੱਗਦਾ ਕਿ ਜਦੋਂ ਅਸੀਂ ਛੋਟੇ ਸੀ ਜਾਂ ਜਦੋਂ ਅਸੀਂ ਆਲੇ ਦੁਆਲੇ ਆਪਦੇ ਭੈਣ ਭਰਾਵਾਂ ਨੂੰ ਜਾਂ ਆਪਦੇ ਦੋਸਤਾਂ ਨੂੰ ਦੇਖਦੇ ਹਾਂ ਤਾਂ ਉਹ ਸਾਰੇ ਮਤਲਬ ਬੜੇ ਸ਼ਰਾਰਤੀ ਸੀਗੇ, ਬਹੁਤ ਚੰਚਲ ਸੀਗੇ ਉਸ ਉਮਰ ਦੇ ਵਿੱਚ, ਹੈ ਨਾ। ਮੈਨੂੰ ਲੱਗਦਾ ਹੁੰਦਾ ਕਿ ਬੱਚੇ ਦਾ ਇੰਨਾ ਸ਼ਾਂਤ ਹੋਣਾ ਇੰਨੀ ਛੋਟੀ ਉਮਰ ਦੇ ਵਿੱਚ ਇਹ ਪੋਸੀਬਲ ਨਹੀਂ ਹੋ ਸਕਦਾ। ਐਕਚੁਅਲੀ ਜੇ ਤੁਹਾਡੇ ਅੰਦਰ ਖੁਸ਼ੀ ਹੈ ਅਤੇ ਖੁਸ਼ੀ ਦੇ ਬਾਹਰਲੇ ਸਿੰਪਟਮ ਕੀ ਹੈ ਵੀ ਤੁਸੀਂ ਐਨਰਜੀ ਨਾਲ ਭਰੇ ਹੋਵੋਗੇ, ਤੁਸੀਂ ਹੱਸੋਗੇ, ਤੁਸੀਂ ਭੱਜੋਗੇ, ਕੁੱਦੋਗੇ, ਇਹ ਤੁਹਾਡੇ ਅੰਦਰਲੀ ਖੁਸ਼ੀ ਦੇ ਬਾਹਰ ਦੇਖਣ ਵਾਲੇ ਸਾਈਨ ਨੇ। ਜੇ ਬਾਹਰ ਇਹ ਸਾਈਨ ਨਜ਼ਰ ਨਹੀਂ ਆ ਰਹੇ ਕਿ ਤੁਸੀਂ ਹੱਸ ਨਹੀਂ ਰਹੇ, ਤੁਸੀਂ ਲਾਈਫ ਨੂੰ ਇੰਜੋਏ ਨਹੀਂ ਕਰ ਰਹੇ,
ਤੁਹਾਡਾ ਉੱਠਣ ਨੂੰ ਦਿਲ ਨਹੀਂ ਕਰਦਾ, ਤੁਹਾਡਾ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ, ਤੁਹਾਡਾ ਸੋਸ਼ਲਾਈਜ਼ ਕਰਨ ਨੂੰ ਦਿਲ ਨਹੀਂ ਕਰਦਾ, ਇਹਦਾ ਮਤਲਬ ਕਿਤੇ ਨਾ ਕਿਤੇ ਹੈ ਗੜਬੜ ਦੇ ਸਾਈਨ ਨੇ ਤੇ ਯੂ ਸ਼ੁਡ ਅਟੈਂਡ ਟੂ ਇਟ। ਜਿੱਦਾਂ ਸਾਨੂੰ ਛੋਟੇ ਹੁੰਦੇ ਨੂੰ ਬਹੁਤ ਚਾਅ ਹੁੰਦਾ ਸੀਗਾ ਜੇ ਕਿਸੇ ਨੇ ਵਿਆਹ ਦਾ ਨਾਂ ਲੈ ਦੇਣਾ ਜਾਂ ਕਿਤੇ ਗੁਰਦੁਆਰਾ ਸਾਹਿਬ ਅਨਾਉਂਸਮੈਂਟ ਹੋ ਜਾਣੀ ਵੀ ਫਲਾਣਿਆਂ ਦੀ ਟਰਾਲੀ ਜਾਂ ਟਰੱਕ ਚੱਲਿਆ ਗੁਰਦੁਆਰਾ ਸਾਹਿਬ ਜਾਣਾ, ਸਾਨੂੰ ਹੁੰਦਾ ਸੀ ਕਿ ਛੇਤੀ ਤਿਆਰ ਕਰੋ ਤੇ ਆਪਾਂ ਚੱਲੀਏ। ਅੱਜ ਕੱਲ੍ਹ ਬੱਚਿਆਂ ਦੇ ਵਿੱਚ ਬਹੁਤ ਇਹ ਗੱਲ ਸੁਣਨ ਨੂੰ ਮਿਲਦੀ ਆ ਕਿ ਉਹ ਬਾਹਰ ਜਾਣਾ ਪਸੰਦ ਨਹੀਂ ਕਰਦਾ, ਜਾਂ ਘਰੇ ਜੇ ਕੋਈ ਆ ਜਾਂਦਾ ਤਾਂ ਉਹ ਪਸੰਦ ਨਹੀਂ ਕਰਦਾ, ਕਿਉਂਕਿ ਉਹ ਅੰਦਰੋਂ ਖੁਸ਼ੀ ਨਹੀਂ ਹੈ ਤਾਂ ਸੋਸ਼ਲਾਈਜ਼ ਨਹੀਂ ਕਰਦੇ। ਜਿਹੜੇ ਤੁਸੀਂ ਬਾਹਰ ਉਹੀ ਚੀਜ਼ ਦੋਗੇ ਜੋ ਤੁਹਾਡੇ ਕੋਲ ਅੰਦਰ ਹੈ। ਜੇ ਤੁਸੀਂ ਹੁਣ ਮੇਰੇ ਅੰਦਰ ਗੁੱਸਾ ਹੈ ਤੇ ਮੈਂ ਗੁੱਸਾ ਹੀ ਵੰਡੂੰਗਾ, ਜੇ ਮੇਰੇ ਅੰਦਰ ਜੈਲਸੀ ਹੈ ਤੇ ਮੈਂ ਜੈਲਸੀ ਵੰਡੂੰਗਾ, ਜੇ ਮੈਨੂੰ ਖੁਸ਼ੀ ਹੈ ਤੇ ਮੇਰੇ ਕੋਲ ਕੁਝ ਹੋਰ ਹੈ ਹੀ ਨਹੀਂ ਤੇ ਮੈਂ ਖੁਸ਼ੀ ਵੰਡਾਂਗਾ। ਆਈ ਵਿਲ ਸੀ ਟੂ ਇਟ ਕਿ ਮੈਂ ਹਰ ਬੰਦਾ ਖੁਸ਼ ਹੋਵੇ। ਹੁਣ ਬੱਚੇ ਸੋਸ਼ਲਾਈਜ਼ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਬਾਹਰ ਆ ਕੇ ਉਹਨਾਂ ਕੋਲ ਗੱਲ ਹੀ ਨਹੀਂ ਹੁੰਦੀ ਕੋਈ, ਹੈ ਨਾ। ਬਹੁਤ ਬੰਦੇ ਕਹਿਣਗੇ ਜੀ ਉਹ ਬੱਚੇ ਬਾਹਰ ਮਿਲਦੇ ਨਹੀਂ, ਜੇ ਆਉਣਗੇ ਵੀ ਉਹਨੂੰ ਮਨਾ ਵੀ ਲਓ ਵੀ ਬਾਹਰ ਆ ਕੇ ਉਹਨਾਂ ਨੂੰ ਮਿਲੋ, ਐਂ ਕਰਕੇ ਬਾਏ ਬਾਏ ਕਰਕੇ ਵਾਪਸ ਤੇ ਵੜ ਜਾਣਗੇ, ਤੇ ਇਹਨੂੰ ਵੀ ਉਹ ਆਸਾਨ ਮੰਨਦੇ ਨੇ। ਤੋ ਬੇਸਿਕਲੀ ਇਟ ਇਜ਼ ਅ ਸਾਈਨ ਆਫ ਬੋਰਡਮ ਐਂਡ ਇਟ ਇਜ਼ ਅ ਸਾਈਨ ਆਫ ਡਿਪਰੈਸ਼ਨ। ਤੇ ਉਹਦਾ ਤਰੀਕਾ ਇੱਕੋ ਹੀ ਹੈ ਕਿ ਉਹਨਾਂ ਨੂੰ ਐਕਸਰਸਾਈਜ਼ ਕਰਾਓ, ਧੁੱਪੇ ਲੈ ਕੇ ਜਾਓ, ਨੇਚਰ 'ਚ ਲੈ ਕੇ ਜਾਓ, ਸੋਸ਼ਲਾਈਜ਼ ਖੁਦ ਵੀ ਕਰੋ ਤੇ ਉਹਨਾਂ ਨੂੰ ਪਾਰਟ ਬਣਾਓ ਸੋਸ਼ਲਾਈਜ਼ਿੰਗ ਦਾ। ਕਿਉਂਕਿ 3 to 7 ਈਅਰਸ ਫਾਰਮੈਟਿਵ ਈਅਰਸ ਹੁੰਦੇ ਨੇ। ਉਸ ਵੇਲੇ ਜੇ ਆਲੇ ਦੁਆਲੇ ਜੋ ਦੇਖਣਗੇ ਉਹ ਉਹੋ ਜਿਹੇ ਆਟੋਮੈਟਿਕਲੀ ਬਣ ਜਾਣਗੇ। ਤੇ ਜੋ ਤੁਸੀਂ ਉਹਨਾਂ ਨੂੰ ਬਣਾਉਣਾ ਚਾਹੁੰਦੇ ਹੋ ਤੁਸੀਂ ਉਸ ਤਰ੍ਹਾਂ ਆਲੇ ਦੁਆਲੇ ਬਿਹੇਵ ਕਰਨਾ ਸ਼ੁਰੂ ਕਰ ਦਿਓ, ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ, ਉਹ ਆਪਣੇ ਆਪ ਬਣ ਜਾਣਗੇ। ਪਰ ਇਹਦੇ ਵਾਸਤੇ ਮਿਹਨਤ ਹੈ। ਪੁਰਾਣੇ ਟਾਈਮ ਦੇ ਵਿੱਚ ਜਦੋਂ ਰਾਜਿਆਂ ਦੇ ਬੱਚੇ ਹੁੰਦੇ ਸੀ ਤੇ ਉਹ ਉਸ ਕਿੰਗਡਮ ਦੀ ਸਭ ਤੋਂ ਸਿਆਣੀ ਜਿਹੜੀ ਲੇਡੀ ਹੈ ਜਿਹਨੂੰ ਦਾਈ ਮਾਂ ਕਿਹਾ ਜਾਂਦਾ ਸੀ ਉਹਦੇ ਹਵਾਲੇ ਕਰ ਦਿੰਦੇ ਸੀ ਵੀ ਤੂੰ ਸੰਭਾਲ ਇਹਨੂੰ। ਕਿਉਂਕਿ ਬੱਚਾ ਦੇਣਾ ਤਾਂ ਕੋਈ ਆਪਾਂ ਕਮਾਂ ਕੁਆਲੀਫਿਕੇਸ਼ਨ ਨਹੀਂ ਹੈ, ਬੱਚੇ ਨੂੰ ਪਾਲਣਾ ਜਿਹੜਾ ਉਹ ਕੁਆਲੀਫਿਕੇਸ਼ਨ ਹੈ। ਬਿਲਕੁਲ। ਜਿਸ ਡਿਪਰੈਸ਼ਨ ਦੀ ਹੁਣ ਆਪਾਂ ਬੈਠੇ ਗੱਲ ਕਰ ਰਹੇ ਹਾਂ ਨਾ, ਜਦ ਕਿ ਸਾਡੇ ਬੱਚੇ ਨੇ ਸਾਡੇ ਹਲੇ ਹੱਥਾਂ 'ਚ ਨੇਗੇ, ਅਸੀਂ ਉਹਨਾਂ 'ਤੇ ਉਵੇਂ ਕੰਮ ਕਰ ਸਕਦੇ ਹਾਂ ਤਾਂ ਕਿ ਅਸੀਂ ਸਮਾਜ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੈਂਟਲੀ ਫਿਜ਼ੀਕਲੀ ਇੱਕ ਹੈਲਦੀ ਜਨਰੇਸ਼ਨ ਦੇ ਸਕੀਏ ਨਾ। ਡਿਪਰੈਸ਼ਨ 'ਤੇ ਆਪਾਂ ਗੱਲ ਕਰਦੇ ਸੀਗੇ, ਪਰ ਮੈਂ ਚਾਹੂੰਗੀ ਕਿ ਜਿਵੇਂ ਪਹਿਲਾਂ ਤੁਸੀਂ ਇੱਕ ਗੱਲ ਕਹੀ ਸੀਗੀ ਕਿ ਬੱਚਿਆਂ ਦਾ ਮਿੱਟੀ 'ਚ ਖੇਡਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ, ਉਹਦੇ ਲਈ ਜ਼ਰੂਰੀ ਆ ਨਾ। ਤਾਂ ਅੱਜ ਕੱਲ੍ਹ ਅਸੀਂ ਪੇਰੈਂਟਸ ਕੀ ਹੋ ਗਏ ਕਿ ਬੱਚਿਆਂ ਨੂੰ ਬਹੁਤ ਹੀ ਸਾਫ਼ ਸੁਥਰਾ ਇਨਵਾਇਰਮੈਂਟ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਉਹਨੂੰ ਇੱਕ ਡੈਕੋਰੇਟਡ ਲੈਂਗੁਏਜ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਾਡਾ ਬੱਚਾ ਜਿਹੜਾ ਸੁਸਾਇਟੀ ਦੀਆਂ ਨਜ਼ਰਾਂ ਦੇ ਵਿੱਚ ਉਹ ਗੁੱਡ ਚਾਈਲਡ ਹੋਵੇ। ਆਪਾਂ ਕਹਿੰਦੇ ਹਾਂ ਇਹ ਗੁੱਡ ਬੱਚਾ ਆ, ਇਹ ਬੈਡ ਬੱਚਿਆਂ ਦੇ ਨਾਲ ਤੂੰ ਨਹੀਂ ਖੇਡਣਾ, ਉਹਦੇ ਨਾਲ ਤੂੰ ਗੱਲ ਨਹੀਂ ਕਰਨੀ ਕਿਉਂਕਿ ਉਹ ਬੈਡ ਬੱਚਾ ਆ, ਹੈ ਨਾ। ਸੋ ਉਹਦੇ 'ਤੇ ਵੀ ਮੈਂ ਚਾਹੂੰਗੀ ਕਿ ਆਪਾਂ ਜ਼ਰੂਰ ਗੱਲ ਕਰੀਏ ਕਿ ਬੱਚਿਆਂ ਨੂੰ ਅਸੀਂ ਕਿਉਂ ਆਪਣੇ ਮੁਤਾਬਕ ਇੱਕ ਸਟਰਕਚਰ 'ਚ ਕਿਉਂ ਪਾ ਰਹੇ ਹਾਂ। ਐਕਚੁਅਲੀ ਅਸੀਂ ਸਾਰੇ ਹੀ ਆਪਣੇ ਆਪ ਨੂੰ ਅਲੱਗ ਸਮਝਦੇ ਹਾਂ। ਹਰ ਇੱਕ ਬੰਦੇ ਨੇ ਆਪਣੀ ਇੱਕ ਆਇਡੈਂਟੀਟੀ ਬਣਾਈ ਹੋਈ ਹੈ। ਜੇ ਕੋਈ ਆਫਿਸਰ ਹੈ ਵੀ ਮੈਂ ਆਫਿਸਰ ਹਾਂ, ਤੂੰ ਮਿਕਸਅਪ ਨਹੀਂ ਹੋਣਾ, ਨਹੀਂ ਤਾਂ ਲੋਕ ਤੇਰੇ ਕੋਲ ਆਉਣਗੇ, ਤੇਰਾ ਪ੍ਰਭਾਵ ਨਹੀਂ ਮੰਨਣਗੇ, ਹੈ ਨਾ। ਇਹ ਤੇਰਾ ਕੰਮ ਕਰਨ ਵਾਲਾ ਹੈ, ਇਹਦੇ ਕੋਲ ਨਾ ਜਾਈ ਫਿਰ ਕੰਮ ਨਹੀਂ ਕਰੇਗਾ। ਐਕਚੁਅਲੀ ਇਹ ਗਲਤ ਨੋਸ਼ਨ ਹੈ। ਮਤਲਬ ਜਦ ਤੱਕ ਤੁਸੀਂ ਉਹ ਤੇ ਮੈਂ 'ਚ ਲੱਗੇ ਰਹੋਗੇ ਤਦ ਤੱਕ ਤੁਸੀਂ ਦੁੱਖਾਂ ਤੋਂ ਬਾਹਰ ਨਹੀਂ ਆ ਸਕਦੇ, ਹੈ ਨਾ। ਤੁਸੀਂ ਬੱਚੇ ਨੂੰ ਇਹੋ ਜਿਹੀ ਐਜੂਕੇਸ਼ਨ ਦਿਓ ਵੀ ਹਰ ਬੰਦਾ ਉਹ ਕੋਈ ਵੀ, ਜਿਵੇਂ ਆਰਕੈਸਟਰਾ ਹੈ, ਕੋਈ ਗਾ ਰਿਹਾ, ਕੋਈ ਬਿਗਲ ਵਜਾ ਰਿਹਾ, ਕੋਈ ਤਬਲਾ ਵਜਾ ਰਿਹਾ, ਪਰ ਉਹ ਆਰਕੈਸਟਰਾ ਕਿਸੇ ਤੋਂ ਬਿਨਾਂ ਵੀ ਇੱਕ ਵੀ ਬੰਦਾ ਵਿੱਚੋਂ ਨਿਕਲ ਜੇ ਚੱਲ ਨਹੀਂ ਸਕਦਾ, ਕੰਪਲੀਟ ਨਹੀਂ ਹੈ। ਬਿਲਕੁਲ। ਇਸ ਤਰ੍ਹਾਂ ਹੀ ਸੁਸਾਇਟੀ ਦੇ ਵਿੱਚ ਕੋਈ ਕੰਮ ਛੋਟਾ ਨਹੀਂ ਹੈ, ਕੋਈ ਵੱਡਾ ਨਹੀਂ ਹੈ, ਕੋਈ ਬੰਦਾ ਛੋਟਾ ਨਹੀਂ ਹੈ, ਕੋਈ ਵੱਡਾ ਨਹੀਂ ਹੈ। ਉਹ ਸਾਰਿਆਂ ਤੋਂ ਬਿਨਾਂ ਉਹਨੇ ਪੂਰਾ ਹੀ ਨਹੀਂ ਹੋਣਾ। ਜਦ ਤੱਕ ਤੁਸੀਂ ਬੱਚਿਆਂ ਨੂੰ ਇਹ ਐਜੂਕੇਸ਼ਨ ਨਹੀਂ ਦਿੰਦੇ ਵੀ ਕੋਈ ਕੰਮ ਛੋਟਾ ਨਹੀਂ, ਕੋਈ ਵੱਡਾ ਨਹੀਂ, ਕੋਈ ਬੰਦਾ ਛੋਟਾ ਨਹੀਂ, ਕੋਈ ਵੱਡਾ ਨਹੀਂ, ਕੋਈ ਅਹੁਦਾ ਵੱਡਾ ਨਹੀਂ, ਕੋਈ ਛੋਟਾ ਨਹੀਂ, ਤੁਸੀਂ ਉਹਨਾਂ ਨੂੰ ਮਤਲਬ ਸੈਪਰੇਸ਼ਨ ਵੱਲ ਧੱਕ ਰਹੇ ਹੋ
ਤੇ ਸਾਰੀ ਉਮਰ ਉਸ ਨੋਸ਼ਨ ਤੋਂ ਬਾਹਰ ਨਹੀਂ ਆਣਗੇ ਤੇ ਹਮੇਸ਼ਾ ਸਫਰ ਕਰਨਗੇ। ਬਾਕੀ ਗੱਲ ਰਹਿ ਗਈ ਮਿੱਟੀ 'ਚ ਖੇਲਣ ਵਾਲੀ। ਐਕਚੁਅਲੀ ਸੂਰਜ, ਮਿੱਟੀ, ਹਵਾ, ਇਹ ਸਾਰੇ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਪਾਣੀ, ਤੁਸੀਂ ਦੇਖੋ ਵੀ ਜਿੰਨੇ ਗੁਰਦੁਆਰੇ ਹੁੰਦੇ ਸੀ ਉਹ ਸਾਰੇ ਹਮੇਸ਼ਾ ਫਲੋਇੰਗ ਵਾਟਰ ਕੋਲ ਬਣਦੇ ਸੀ। ਹੁਣ ਦਰਬਾਰ ਸਾਹਿਬ ਵੀ ਜਿਹੜਾ ਉਹ ਹੁਣ ਉਹਨਾਂ ਨੇ ਪਤਾ ਨਹੀਂ ਪਾਣੀ ਰੋਕਤਾ, ਪਰ ਇੱਕ ਪਾਸਿਓਂ ਪਾਣੀ ਆਉਂਦਾ ਸੀ, ਦੂਜੇ ਪਾਸੇ ਨਿਕਲਦਾ ਸੀ। ਤੇ ਜਦੋਂ ਤੁਸੀਂ ਦਰਬਾਰ ਸਾਹਿਬ ਜਾਣਾ ਹੁੰਦਾ ਸੀ, ਤੁਸੀਂ ਪਾਣੀ 'ਚ ਚੁੱਭੀ ਮਾਰ ਕੇ ਫਿਰ ਜਾਂਦੇ ਸੀ, ਕਿਉਂਕਿ ਪਾਣੀ ਜਿਹੜਾ ਉਹ ਤੁਹਾਡੀ ਵਾਈਬ੍ਰੇਸ਼ਨ ਨੂੰ, ਜੇ ਤੁਸੀਂ ਨੈਗੇਟਿਵ ਵੀ ਹੋ, ਡਿਪਰੈਸਡ ਵੀ ਹੋ, ਤੁਸੀਂ ਪਾਣੀ ਚੁੱਭੀ ਮਾਰੋਗੇ, ਤੁਸੀਂ ਪਾਣੀ ਵਰਗੇ ਹੋ ਜਾਓਗੇ। ਪਾਣੀ ਕਦੀ ਡਿਪਰੈਸ ਨਹੀਂ ਹੁੰਦਾ। ਸੋ ਤੁਸੀਂ ਪਾਣੀ 'ਚ ਚੁੱਭੀ ਮਾਰੀ, ਬਾਹਰ ਨਿਕਲੇ। ਉਹ ਇਸ ਕਰਕੇ ਨਹੀਂ ਵੀ ਤੁਹਾਡਾ ਸਰੀਰ ਸਾਫ਼ ਕਰਨਾ, ਉਹ ਤੁਹਾਡਾ ਸਾਰੀ ਵਾਈਬ੍ਰੇਸ਼ਨ ਨੂੰ ਸਾਫ਼ ਕਰ ਦਿੰਦਾ। ਤੇ ਜਦੋਂ ਵੀ ਤੁਸੀਂ ਗੁਰੂ ਕੋਲ ਜਾਂਦੇ ਹੋ ਜਾਂ ਕੋਈ ਵੀ ਚੰਗੇ ਕੰਮ ਕਰਨੇ ਹੋ, ਜੇ ਤੁਹਾਡੀ ਵਾਈਬ੍ਰੇਸ਼ਨ ਵਧੀਆ ਤੇ ਗੁਰੂ ਕੋਲ ਜਾ ਕੇ ਉਹ ਵਧੀਆ ਵਾਈਬ੍ਰੇਸ਼ਨ ਹੋਰ ਵਧੀਆ ਆ ਜਾਊਗੀ। ਪਰ ਜੇ ਤੁਸੀਂ ਨੈਗੇਟਿਵ ਹੋ ਕੇ ਚਲੇ ਗਏ ਤੇ ਉਹ ਨੈਗੇਟਿਵਿਟੀ ਹੋਰ ਵੱਧ ਜਾਏਗੀ। ਸੋ ਪਾਣੀ ਇੰਪੋਰਟੈਂਟ ਹੈ। ਤੁਸੀਂ ਫਲੋਇੰਗ ਵਾਟਰ 'ਚ ਨਹਾਓ, ਉੱਪਰ ਸ਼ਾਵਰ ਲੈ ਕੇ ਨਹਾਓ। ਜਦੋਂ ਤੁਹਾਡੇ ਉੱਪਰ ਪਾਣੀ ਫਲੋ ਕਰੂਗਾ ਤੁਹਾਡੀ ਨੈਗੇਟਿਵਿਟੀ ਨੂੰ ਖਤਮ ਕਰੂਗਾ। ਬਿਲਕੁਲ। ਇਸ ਤਰ੍ਹਾਂ ਹੀ ਹਵਾ, ਇਹਨੂੰ ਕਹਿੰਦੇ 에ਅਰ ਵਾਸ਼। ਤੁਹਾਨੂੰ ਜਦੋਂ ਵੀ ਤੇਜ਼ ਹਵਾ ਚੱਲੇ, ਮਿਨੀਮਮ ਕਲੋਜ਼ ਦੇ ਵਿੱਚ ਹਵਾ 'ਚ ਬਹਿਣਾ ਚਾਹੀਦਾ। ਉਹ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ, ਨੈਗੇਟਿਵਿਟੀਜ਼ ਨੂੰ ਕਿਉਰ ਕਰ ਦਿੰਦੀ ਹੈ। ਇਸ ਤਰ੍ਹਾਂ ਹੀ ਮਿੱਟੀ, ਪੁਰਾਣੇ ਟਾਈਮ 'ਚ ਕਹਿੰਦੇ ਹੁੰਦੇ ਸੀ ਨੰਗੇ ਪੈਰੀ ਸੈਰ ਕਰੋ। ਜਦੋਂ ਨੰਗੇ ਪੈਰੀ ਕਿਉਂ ਸੈਰ ਕਰੋ? ਕਿਉਂਕਿ ਜੋ ਤੁਹਾਡੀ ਬਣਤਰ ਹੈ ਉਹੀ ਧਰਤੀ ਦੀ ਹੈ, ਉਹੀ ਸੂਰਜ ਦੀ ਹੈ, ਉਹੀ ਚੰਦਰਮਾ ਦੀ ਹੈ। ਅਤੇ ਤੁਸੀਂ ਵੀ ਮੈਗਨੈਟਿਕ ਫੀਲਡ ਹੋ ਅਤੇ ਧਰਤੀ ਵੀ ਮੈਗਨੈਟਿਕ ਫੀਲਡ ਹੈ। ਤੁਹਾਡੀ ਮੈਗਨੈਟਿਕ ਫੀਲਡ ਡਿਸਟਰਬ ਹੋਈ ਹੋਈ ਹੈ, ਤੁਸੀਂ ਵੱਡੇ ਮੈਗਨੇਟ ਨਾਲ ਜਾ ਕੇ ਜੁੜ ਜਾਓ, ਤੁਹਾਡਾ ਮੈਗਨੇਟ ਸਹੀ ਹੋ ਜਾਊਗਾ। ਸਹੀ ਹੋ ਜਾਊਗਾ। ਤਾਂ ਕਰਕੇ ਮਿੱਟੀ 'ਚ ਜਾਣਾ ਅਤੇ ਉੱਥੇ ਜਿਹੜੇ ਕੀਟਾਣੂ ਹੁੰਦੇ ਨੇ ਉਹ ਕੀਟਾਣੂਆਂ ਨਾਲ ਖੇਡਣਾ, ਕਿਉਂਕਿ ਕੀਟਾਣੂਆਂ ਤੋਂ ਬਿਨਾਂ ਤੁਸੀਂ ਵੀ ਅਧੂਰੇ ਹੋ। ਹੁਣ ਲੇਟੈਸਟ ਸਟੱਡੀ ਤਾਂ ਇਹ ਹੈ ਕਿ ਜੇ ਤੁਹਾਡੇ ਅੰਦਰ ਜਿੰਨੇ ਤੁਹਾਡੇ ਬਾਡੀ ਦੇ ਸੈੱਲ ਹੈ, ਉਸ ਤੋਂ ਕਈ ਗੁਣਾ ਜ਼ਿਆਦਾ ਤੁਹਾਡੇ ਅੰਦਰ ਕੀਟਾਣੂ ਰਹਿੰਦੇ ਨੇ। ਤੁਹਾਡੇ ਸਕਿਨ ਦੇ ਉੱਪਰ, ਨੱਕ 'ਚ, ਗਲੇ 'ਚ, ਯੂਰਿਨ ਵਾਲੇ ਇਨਫੈਕਸ਼ਨ 'ਚ, ਕੰਨਾਂ 'ਚ, ਹਰ ਜਗ੍ਹਾ 'ਤੇ, ਈਵਨ ਬ੍ਰੇਨ ਦੇ ਵਿੱਚ ਵੀ ਕੀਟਾਣੂ ਨੇ। ਅਤੇ ਉਸ ਕੀਟਾਣੂਆਂ ਤੋਂ ਬਿਨਾਂ ਤੁਹਾਡਾ ਜੀਵਨ ਸੰਭਵ ਨਹੀਂ ਹੈ। ਅੱਛਾ। ਅਤੇ ਉਹ ਕੀਟਾਣੂ ਕਿੱਥੋਂ ਆਉਣਗੇ? ਸਭ ਤੋਂ ਕੀਟਾਣੂਆਂ ਦੀ ਪਹਿਲੀ ਡੋਜ਼ ਮਿਲਦੀ ਹੈ ਬਰਥ ਵੇਲੇ। ਅੱਛਾ। ਹੁਣ ਕੀ ਕਹਿਣ ਲੱਗ ਪਏ ਵੀ ਜਿਹੜੇ ਬੱਚੇ ਸਜੇਰੀਅਨ ਨਾਲ ਹੁੰਦੇ ਆ ਉਹਨਾਂ ਦਾ ਇਮਿਊਨ ਸਿਸਟਮ ਵੀਕ ਹੁੰਦਾ, ਅਤੇ ਬਾਈ ਚਾਂਸ ਜੇ ਕਿਸੇ ਦਾ ਸਜੇਰੀਅਨ ਕਰਨਾ ਪਵੇ, ਉਹ ਜਿਹੜੀਆਂ ਮਦਰ ਦੀ ਬਰਥ ਕਨਾਲ ਦੀਆਂ ਸਕ੍ਰੀਸ਼ਨਸ ਉਹਦੇ ਮੂੰਹ 'ਚ ਲਾਉਂਦੇ ਨੇ। ਅੱਛਾ। ਕਿਉਂਕਿ ਜਦੋਂ ਬੱਚਾ ਜੰਮਦਾ ਹੈ ਅਤੇ ਉਹ ਬਰਥ ਕਨਾਲ 'ਚੋਂ ਬਾਹਰ ਆਉਂਦਾ, ਪਹਿਲੀ ਡੋਜ਼ ਕੀਟਾਣੂ ਨੂੰ ਉੱਥੋਂ ਮਿਲਦੀ ਹੈ, ਉਹਦਾ ਨਾਲ ਉਹਦਾ ਇਮਿਊਨ ਸਿਸਟਮ ਸਟਰੋਂਗ ਹੋ ਜਾਂਦਾ। ਕਿੰਨਾ ਅਮੇਜ਼ਿੰਗ ਹੈ। ਹੁਣ ਜਦੋਂ ਸਾਇੰਟਿਸਟ ਨੇ ਦੇਖ ਲਿਆ ਵੀ ਬੱਚੇ ਨੂੰ ਕੀਟਾਣੂ ਦੀ ਡੋਜ਼ ਚਾਹੀਦੀ ਹੈ ਅਤੇ ਬਾਈ ਚਾਂਸ ਇਹਨੂੰ ਬਚਾਉਣ ਲਈ ਸਜੇਰੀਅਨ ਕਰਨਾ ਪਿਆ, ਉਹ ਮਦਰ ਦੇ ਬਰਥ ਕਨਾਲ ਵਾਲੇ ਪੈਸੇਜ ਤੋਂ ਸਕ੍ਰੀਸ਼ਨ ਲੈ ਕੇ ਉਹਦੇ ਮੂੰਹ ਦੀ ਉਹਨੂੰ ਪਹਿਲੀ ਡੋਜ਼ ਉੱਥੋਂ ਦਿੰਦੇ ਨੇ। ਅੱਛਾ। ਤਾਂ ਕਿ ਉਹ ਕੀਟਾਣੂ ਅੰਦਰ ਜਾਣ। ਇੰਨੇ ਇੰਪੋਰਟੈਂਟ ਨੇ ਸਾਡੇ ਲਈ। ਇਸ ਤਰ੍ਹਾਂ ਹੀ ਸੂਰਜ ਤੋਂ ਇਕੱਲਾ ਹੀ ਸੋਰਸ ਹੈ ਜਿੱਥੋਂ ਵਿਟਾਮਿਨ ਡੀ ਮਿਲਦੀ ਹੈ। ਅਤੇ ਵਿਟਾਮਿਨ ਡੀ ਕਿੰਨੀਆਂ ਚੀਜ਼ਾਂ ਲਈ ਜ਼ਰੂਰੀ ਹੈ। ਈਵਨ ਹੁਣ ਕੋਵਿਡ ਹੋਇਆ, ਜਿਨ੍ਹਾਂ ਦਾ ਵਿਟਾਮਿਨ ਡੀ ਪੂਰਾ ਸੀ ਉਹ ਕੋਈ ਸੀਰੀਅਸ ਨਹੀਂ ਹੋਇਆ। ਜਿਨ੍ਹਾਂ ਦਾ ਵਿਟਾਮਿਨ ਡੀ ਘੱਟ ਸੀ ਉਹ ਸਾਰੇ ICU 'ਚ ਗਏ। ਹਾਂ, ਇਹ ਵੀ ਬਾਹਰ ਆਇਆ ਉਦੋਂ ਫੈਕਟ। ਹਾਂ। ਅਤੇ ਵਿਟਾਮਿਨ ਡੀ ਦਾ ਮਤਲਬ ਕੀ ਹੈ ਵੀ ਤੁਸੀਂ ਸੂਰਜ ਤੋਂ ਟੁੱਟੇ ਹੋਏ ਹੋ। ਫ੍ਰੀ 'ਚ ਸਾਨੂੰ ਮਿਲ ਰਿਹਾ, ਫ੍ਰੀ 'ਚ ਮਿਲ ਰਿਹਾ, ਫ੍ਰੀ 'ਚ ਮਿੱਟੀ ਮਿਲ ਰਹੀ ਹੈ, ਫ੍ਰੀ 'ਚ ਪਾਣੀ, ਅਤੇ ਅਸੀਂ ਉੱਤੋਂ ਟੁੱਟ ਗਏ, ਲੈ ਨਹੀਂ ਰਹੇ। ਬਿਲਕੁਲ। ਸੋ ਬੱਚੇ ਦਾ ਮਿੱਟੀ 'ਚ ਖੇਡਣਾ ਇਸ ਕਰਕੇ ਵੀ ਜ਼ਰੂਰੀ ਹੈ ਤਾਂ ਕਿ ਉਹ ਮਾਨਸਿਕ ਤੌਰ 'ਤੇ ਵੀ ਅਤੇ ਸਰੀਰਕ ਤੌਰ 'ਤੇ ਵੀ ਹੈਲਦੀ ਰਹੇ, ਤੰਦਰੁਸਤ ਰਹੇ। ਇੱਕ ਮੈਂ ਗੱਲ ਕਰਨਾ ਚਾਹੂੰਗੀ ਕਿ ਜਿਵੇਂ ਰੀਸੈਂਟ ਕੁਛ ਇਨਸੀਡੈਂਟ ਹੋਏ, ਜਦੋਂ ਆਪਾਂ ਕਿਸੇ ਦੇ ਵੀ ਸੁਸਾਈਡ ਦੀ ਖਬਰ ਅਖਬਾਰ ਦੇ ਵਿੱਚ ਜਾਂ TV 'ਤੇ ਦੇਖਦੇ ਹਾਂ ਤਾਂ ਜ਼ਰੂਰ ਧੱਕਾ ਲੱਗਦਾ ਕਿ ਕਿਉਂ ਕੀਤਾ ਹੋਊਗਾ, ਹੈ ਨਾ। ਪਰ ਖਾਸ ਕਰਕੇ ਜਦੋਂ ਕੋਈ ਪਲੇਅਰ ਕਰਦਾ, ਕੋਈ ਖਿਡਾਰੀ ਸੁਸਾਈਡ ਕਰਦਾ, ਉਦੋਂ ਬੜਾ
ਮਤਲਬ ਹੈਰਾਨੀ ਹੁੰਦੀ ਹੈ ਕਿ ਕਿਉਂਕਿ ਪਲੇਅਰਸ ਦਾ ਅਸੀਂ ਮੰਨਦੇ ਹੁੰਦੇ ਹਾਂ ਕਿ ਇਹਨਾਂ ਦੀ ਸਪਿਰਿਟ ਬਹੁਤ ਹਾਈ ਹੁੰਦੀ ਆ, ਵੀ ਇਹਨਾਂ ਦੀ ਪੋਜ਼ਿਟਿਵਿਟੀ ਲੈਵਲ ਬਾਕੀਆਂ ਦੇ ਨਾਲੋਂ ਜ਼ਿਆਦਾ ਹੁੰਦੀ ਹੈ ਕਿਉਂਕਿ ਪਲੇਅਰ ਨੇ, ਔਨ ਫੀਲਡ ਹੁੰਦੇ ਨੇ, ਇਹਨਾਂ ਨੂੰ ਲੜਨਾ ਸਿਖਾਇਆ ਜਾਂਦਾ, ਇਹਨਾਂ ਨੂੰ ਲਾਈਫ ਦੇ ਵਿੱਚ ਹਾਰ ਕਬੂਲ ਕਰਨੀ ਵੀ ਸਿਖਾਈ ਜਾਂਦੀ ਹੈ ਨਾ। ਅਤੇ ਜਾਂ ਰੀਸੈਂਟ ਆਪਾਂ ਸੁਣਿਆ ਸੀਗਾ ਕਿ ਆਰਮੀ ਦੇ ਵਿੱਚ ਕੋਈ ਇੱਦਾਂ ਦਾ ਇਸ਼ੂ ਆਇਆ ਸੀ ਜਿਹਦੇ ਵਿੱਚ ਉਹ ਬੰਦਾ ਖੁਦ ਵੀ ਮਰਿਆ ਅਤੇ ਨਾਲ 5 ਜਣਿਆਂ ਨੂੰ ਉਹਨਾਂ ਨੇ ਹੋਰ ਵੀ ਮਾਰ ਦਿੱਤਾ ਨਾ। ਸੋ ਆਰਮੀ ਅਤੇ ਪਲੇਅਰਸ ਹੋ ਗਏ, ਇਹ ਇੱਦਾਂ ਦਾ ਸਾਡਾ ਸੁਸਾਇਟੀ ਦਾ ਇਹ ਪਾਰਟ ਆ ਕਿ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ ਕਿ ਮੈਂਟਲੀ ਬਹੁਤ ਜ਼ਿਆਦਾ ਸਟਰੋਂਗ ਹੁੰਦੇ ਨੇ। ਸੋ ਇਹ ਲੋਕ ਕਿਉਂ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਲੈਂਦੇ ਨੇ, ਜਾਂ ਮੈਂਟਲ ਲੈਵਲ ਇਹਨਾਂ ਦਾ ਫਿਰ ਕਿਉਂ ਐਵੇਂ ਦਾ ਹੋ ਜਾਂਦਾ ਕਿ ਆਪਣੀ ਲਾਈਫ ਨੂੰ ਖ਼ਤਮ ਕਰ ਲੈਂਦੇ ਨੇ? ਕਿ ਉਹ ਵੀ ਡਿਪਰੈਸ਼ਨ ਜਾਂ ਐਂਗਜ਼ਾਇਟੀ ਜਾਂ ਕੁਛ ਰੀਜ਼ਨਸ ਹੁੰਦੇ ਹੋਣਗੇ? ਜਿਵੇਂ ਹੁਣ ਪਲੇਅਰ ਨੇ, ਉਹ ਗੇਮ ਲਗਾਉਂਦੇ ਨੇ ਟੂ ਐਕਸੈਲ। ਹੁਣ ਉਹਨਾਂ ਵਾਸਤੇ ਇਹ ਹੁੰਦਾ ਵੀ ਮੈਂ ਨਾਮ ਬਣਾਵਾਂ, ਪਰ ਜਿਵੇਂ ਹੁਣ ਕ੍ਰਿਕਟ ਟੀਮ ਹੈ, ਉਹ ਹਰ ਇੱਕ ਨੂੰ ਇੰਨੇ ਜ਼ਿਆਦਾ ਪਲੇਅਰ ਹੋ ਗਏ ਕਿ ਅੱਜ ਮੈਂ ਟੀਮ 'ਚ ਹੈਗਾ, ਕੱਲ੍ਹ ਹੋਊਗਾ ਕਿ ਨਹੀਂ ਹੋਊਗਾ ਨਹੀਂ ਪਤਾ। ਡਿਪਰੈਸ਼ਨ ਆਣੀ ਕਿਉਂਕਿ ਤੁਸੀਂ ਰੋਜ਼ ਹੀ ਦੇਖਦੇ ਹੋ ਵੀ ਮੇਰੇ ਤੋਂ ਚੰਗਾ ਪਲੇਅਰ ਆ ਗਿਆ ਅਤੇ ਮੇਰਾ ਨਾਮ ਖਤਮ ਹੋ ਜਾਏਗਾ। ਕਿਉਂਕਿ ਉਹ ਸਿਰਫ ਗੇਮ ਲਈ ਨਹੀਂ ਖੇਲ ਰਹੇ, ਉਹ ਗੇਮ ਪੈਸੇ ਕਮਾਉਣ ਲਈ ਵੀ, ਨਾਮ ਬਣਾਉਣ ਲਈ ਵੀ ਖੇਲ ਰਹੇ ਨੇ। ਹੁਣ ਗੇਮ ਨਹੀਂ ਰਹੀ, ਉਹਨਾਂ ਲਈ ਕਿੱਤਾ ਹੋ ਗਿਆ। ਜਦੋਂ ਗੇਮ ਤੁਹਾਡੇ ਲਈ ਕਿੱਤਾ ਹੋ ਗਿਆ ਅਤੇ ਫਿਰ ਤੁਹਾਨੂੰ ਉਹਨੂੰ ਮੇਨਟੇਨ ਕਰਨ ਲਈ ਤੁਹਾਨੂੰ ਸਟਰੈਸ ਬਹੁਤ ਜ਼ਿਆਦਾ ਸਹਿਣਾ ਪੈਂਦਾ। ਅਤੇ ਜਿਵੇਂ ਮੈਂ ਕਹਿੰਦਾ ਹੁੰਦਾ ਵੀ ਜਿਵੇਂ ਬਗਦੜ ਪਿੱਪਲ ਦਾ ਟਰੀ ਹੈ, ਉਹ ਜਿੰਨਾ ਉੱਚਾ ਜਾਂਦਾ ਹੈ ਉਨੀਆਂ ਉਹਦੀਆਂ ਜੜ੍ਹਾਂ ਅੰਦਰ ਜਾਂਦੀਆਂ। ਜੇ ਉਹਦੀਆਂ ਜੜ੍ਹਾਂ ਕੱਟੀ ਜਾਓ ਅਤੇ ਉਹ ਬੌਨਸਾਈ ਬਣ ਜਾਂਦਾ। ਹੁਣ ਜੇ ਤੁਸੀਂ ਕਹਿਣ ਦਾ ਮਤਲਬ ਹੈ ਜੇ ਤੁਸੀਂ ਬਾਹਰ ਗਰੋ ਕਰਨਾ ਹੈ ਅਤੇ ਤੁਹਾਡੀਆਂ ਜੜ੍ਹਾਂ ਵੀ ਉਨੀਆਂ ਹੀ ਡੂੰਘੀਆਂ ਚਾਹੀਦੀਆਂ। ਡੂੰਘੀਆਂ ਜੜ੍ਹਾਂ ਦਾ ਮਤਲਬ ਹੈ ਆਪਣੇ ਆਪ ਨਾਲ ਕਨੈਕਟ ਕਰਨਾ। ਹੁਣ ਆਮ ਤੌਰ 'ਤੇ ਲੋਕ ਬਾਹਰ ਬਹੁਤ ਗਰੋ ਕਰ ਜਾਂਦੇ ਨੇ, ਪਰ ਆਪਣੀਆਂ ਜੜ੍ਹਾਂ ਵੱਲ ਕੋਈ ਧਿਆਨ ਨਹੀਂ ਦਿੰਦੇ, ਅਤੇ ਫਿਰ ਪਿੱਪਲ ਡਿੱਗ ਪੈਂਦਾ। ਕਿਉਂਕਿ ਤੁਸੀਂ ਬਾਹਰ ਗਰੋ ਕਰ ਗਏ, ਜਿੰਨਾ ਤੁਸੀਂ ਬਾਹਰ ਗਰੋ ਕਰੀ ਜਾਓਗੇ ਅਤੇ ਜੇ ਤੁਸੀਂ ਉਹਦੇ ਅਕੋਰਡਿੰਗਲੀ ਆਪਣੀਆਂ ਜੜ੍ਹਾਂ ਨੂੰ ਸਟਰੋਂਗ ਨਹੀਂ ਕਰ ਰਹੇ, ਤੁਸੀਂ ਐਂਗਜ਼ਾਇਟੀ, ਡਿਪਰੈਸ਼ਨ 'ਚ ਜਾਣਾ ਹੀ ਜਾਣਾ। ਮੈਂ ਤਾਂ ਬਹੁਤ ਜ਼ਿਆਦਾ ਬਿਜ਼ਨਸਮੈਨ ਦੇਖੇ ਨੇ ਜਿਹੜੇ ਦੂਰੋਂ ਲੱਗਦੇ ਨੇ ਵੀ ਬੜੇ ਸੁਖੀ ਹੈ, ਯਾਰ ਇਹ ਤਾਂ 200 ਕਰੋੜ ਦੀ ਹੈ, 500 ਕਰੋੜ ਦੀ ਪਾਰਟੀ ਹੈ, ਪਰ ਉਹਨਾਂ 'ਚ ਐਂਗਜ਼ਾਇਟੀ, ਫੀਅਰ, ਕੰਪੀਟੀਸ਼ਨ, ਜੈਲਸੀ, ਹੇਟਰੇਡ ਇੰਨਾ ਜ਼ਿਆਦਾ ਹੁੰਦਾ, ਤੁਸੀਂ ਕਹਿੰਦੇ ਹੋ ਯਾਰ ਇਹ ਪੈਸਾ ਤੈਨੂੰ ਹੀ ਮੁਬਾਰਕ ਹੈ। ਹਾਂ, ਸਹੀ ਆ, ਬਿਲਕੁਲ। ਇੱਕ ਚੀਜ਼ ਹੋਰ ਮੈਂ ਗੱਲ ਕਰਨੀ ਚਾਹੂੰਗੀ ਕਿ ਸ਼ਾਇਦ ਤੁਹਾਨੂੰ ਲੱਗੇ ਕਿ ਆਪਾਂ ਦੁਹਰਾ ਕਰ ਰਹੇ ਹਾਂ ਚੀਜ਼ਾਂ ਦਾ, ਪਰ ਮੈਂ ਚਾਹੂੰਗੀ ਕਿ ਇੱਥੇ ਆਪਾਂ ਦੇਖਣ ਵਾਲਿਆਂ ਨੂੰ ਦੱਸੀਏ ਕਿ ਡਿਪਰੈਸ਼ਨ ਦੇ ਕਾਰਨ ਕੀ ਹੁੰਦੇ ਨੇਗੇ। ਜਿਵੇਂ ਮੈਂ ਗੱਲ ਕਰਨਾ ਚਾਹੁੰਦੀ ਸੀ, ਕਈ ਵਾਰੀ ਸਾਡੇ ਜਿਹੜੇ ਘਰੇਲੂ ਕਲੇਸ਼ ਹੁੰਦੇ ਨੇਗੇ ਉਹ ਬਹੁਤ ਲੰਮਾ ਟਾਈਮ ਚੱਲਦੇ ਰਹਿੰਦੇ ਨੇਗੇ, ਕਿ ਉਹ ਵੀ ਡਿਪਰੈਸ਼ਨ ਦਾ ਕਾਰਨ ਹੁੰਦੇ ਨੇਗੇ? ਉਹ ਤਾਂ ਸਾਨੂੰ ਜੀਵਨ ਜੀਣ ਦਾ ਢੰਗ ਨਹੀਂ ਪਤਾ। ਹੁਣ ਜਿਵੇਂ ਹਸਬੈਂਡ ਵਾਈਫ ਹੈ, ਹੁਣ ਮੈਂ ਪਿਛਲੀ ਵਾਰੀ 'ਚ ਗੱਲ ਕੀਤਾ ਸੀ, ਜਾਂ ਤੁਹਾਡਾ ਕੋਈ ਦੋਸਤ ਹੈ। ਹੁਣ ਮੇਰੀ ਵਾਈਫ ਉਹ ਅਲੱਗ ਮਾਹੌਲ 'ਚ ਪਲੀ ਹੈ, ਉਹਦੀ ਆਪਣੀ ਇੱਕ ਬੈਕਗਰਾਊਂਡ ਹੈ, ਉਹਦਾ ਆਪਣਾ ਇੱਕ ਨੇਚਰ ਹੈ। ਤੁਸੀਂ ਬਿਲਕੁਲ ਅਲੱਗ ਬੈਕਗਰਾਊਂਡ ਤੋਂ ਆਏ ਹੋ, ਤੁਹਾਡੀ ਆਪਣੀ ਇੱਕ ਨੇਚਰ ਹੈ ਅਤੇ ਤੁਹਾਡਾ ਆਪਣਾ ਹੀ ਇੱਕ ਸੁਭਾਅ ਹੈ। ਫਿਜ਼ੀਕਲੀ ਤੁਸੀਂ ਇਕੱਠੇ ਹੋਏ ਹੋ, ਪਰ ਮੈਂਟਲੀ ਤੁਸੀਂ ਟੋਟਲੀ ਪੋਲ ਅਪਾਰਟ ਹੋ। ਹੁਣ ਜੇ ਤਾਂ ਮੈਂ ਲੜਨਾ ਅਤੇ ਮੈਂ ਕਹੂੰਗਾ ਵੀ ਤੂੰ ਇਹ ਕਿਉਂ ਹੈ, ਤੂੰ ਇਹ ਕਿਉਂ ਹੈ, ਉਹ ਤਾਂ ਪਹਿਲੇ ਵੀ ਇੱਦਾਂ ਹੀ ਸੀ। ਜੇ ਮੈਂ ਨਹੀਂ ਲੜਨਾ ਅਤੇ ਮੈਂ ਉਹਦੀਆਂ ਪੋਜ਼ੀਟਿਵਿਟੀਜ਼ ਦੇਖੂੰਗਾ। ਐਂਡ ਅਸੀਂ ਇੱਕ ਜਿਵੇਂ ਕਹਿੰਦੇ ਨਾ ਕਾਮਨ ਮਿਨੀਮਮ ਪ੍ਰੋਗਰਾਮ ਬਣਾ ਲਿਆ ਵੀ ਇਹ ਤੂੰ ਕਰਨਾ ਚਾਹੁੰਦੀ ਤੂੰ ਕਰ ਲੈ, ਇਹ ਮੈਂ ਕਰਨਾ ਚਾਹੁੰਦਾ ਮੈਂ ਕਰ ਲੈਂਦਾ, ਇਹ ਅਸੀਂ ਇਕੱਠੇ ਕਰਾਂਗੇ। ਜਦੋਂ ਕਿਸੇ ਦੀ ਲੜਾਈ ਚੱਲਦੀ ਹੈ, ਉਹ ਦੋ ਈਗੋਜ਼ ਦੀ ਲੜਾਈ ਹੈ। ਤੁਸੀਂ ਮੈਨੂੰ ਇਹ ਕਿਹਾ ਸੀ, ਮੈਂ ਹਰਟ ਹੋ ਗਈ,
ਹੁਣ ਈਗੋ ਕੀ ਕਹਿੰਦੀ ਹੈ ਵੀ ਤੂੰ ਹਰਟ ਹੋਇਆ ਤੇ ਤੂੰ ਇਹਨੂੰ ਵੀ ਹਰਟ ਕਰ। ਇਹ ਈਗੋ ਦੀ ਨੇਚਰ ਹੈ। ਉਹ ਕੱਲੀ ਈਗੋ ਦਾ ਮਤਲਬ ਹੀ ਹੈ ਵੀ ਇਹਨੇ ਮੈਨੂੰ ਹਰਟ ਕੀਤਾ ਸੀ, ਹੁਣ ਮੈਂ ਕਿੱਦਾਂ ਵਾਪਸ ਹਰਟ ਕਰਾਂ। ਉਹ ਹਰਟ ਕਿਸੇ ਵੀ ਤਰੀਕੇ ਵੀ ਹੋ ਸਕਦਾ, ਚੁੱਪ ਕਰਕੇ ਵੀ, ਜਵਾਬ ਨਾ ਦੇ ਕੇ ਵੀ, ਇਗਨੋਰ ਕਰਕੇ ਵੀ, ਕਿਸੇ ਹੋਰ ਨਾਲ ਗੱਲਾਂ ਕਰੀ ਜਾਣੀਆਂ, ਤੁਹਾਡੇ ਵੱਲ ਧਿਆਨ ਨਾ ਦੇਣਾ, ਉਹ ਤਰੀਕੇ ਕੁਝ ਵੀ ਹੋ ਸਕਦੇ ਨੇ। ਪਰ ਈਗੋ ਕਹਿੰਦੀ ਹੈ ਵੀ ਹਰਟ ਕਰੋ। ਹੁਣ ਜਿਹੜਾ ਸਿਆਣਾ ਬੰਦਾ ਹੈ ਉਹ ਆਪਣੀ ਈਗੋ ਨੂੰ ਸਮਝ ਕੇ ਕਲੇਸ਼ ਨੂੰ ਲੰਬਾ ਨਹੀਂ ਲੈ ਕੇ ਜਾਊਗਾ। ਪਰ ਜੇ ਨਾ ਸਮਝੋ ਤੁਸੀਂ ਚਾਹੇ ਮਹੀਨਾ ਚਲਾ ਲਓ, ਚਾਹੇ 2 ਮਹੀਨੇ ਚਲਾ ਲਓ। ਇੱਕ ਚੀਜ਼ ਹੋਰ ਵੀ ਸਰ ਕਿ ਮੰਨ ਲਓ ਕਿ ਹਸਬੈਂਡ ਵਾਈਫ ਦੇ ਵਿੱਚ ਨਹੀਂ ਬਣ ਰਹੀ ਹੈਗੀ, ਜਾਂ ਆਪਣੀਆਂ ਈਗੋਜ਼ ਕਰਕੇ ਉਹਨਾਂ ਦੇ ਘਰ ਦਾ ਮਾਹੌਲ ਬਹੁਤ ਵਧੀਆ ਨਹੀਂ ਹੈਗਾ, ਤਾਂ ਉਹ ਚੀਜ਼ ਬੱਚਿਆਂ 'ਤੇ ਕੀ ਅਸਰ ਪਾਉਂਦੀ ਆ? ਉਹਨਾਂ ਨੂੰ ਵੀ ਤੇ ਡਿਪਰੈਸ਼ਨ ਵੱਲ ਲੈ ਕੇ ਜਾ ਰਹੀ ਹੋਊਗੀ। ਪੂਰਾ ਉਹ ਉਹੀ ਬਣ ਜਾਣਗੇ ਜੋ ਦੇਖਣਗੇ। ਜਿਵੇਂ ਕਈ ਮੈਨੂੰ ਕਹਿਣਗੇ ਵੀ ਸਾਡਾ ਮੁੰਡਾ ਜੀ ਸਾਡੀ ਸੇਵਾ ਨਹੀਂ ਕਰਦਾ। ਮੈਂ ਕਿਹਾ ਤੁਸੀਂ ਕਰਦੇ ਸੀ ਆਪਣੇ ਫਾਦਰ ਦੀ? ਹਾਂ ਬਿਲਕੁਲ ਸਹੀ ਹੈ। ਕਹਿੰਦਾ ਨਹੀਂ ਉਹ ਤਾਂ ਮੇਰੇ ਫਾਦਰ ਬਹੁਤ ਕੱਬੇ ਸੀ। ਸਾਡਾ ਐਕਸਕਿਊਜ਼ ਹੈ। ਹਾਂ ਉਹ ਮੈਂ ਕਿਹਾ ਉਹਨੇ ਤੈਨੂੰ ਦੇਖ ਲਿਆ ਵੀ ਤੂੰ ਆਪਣੇ ਫਾਦਰ ਨਾਲ ਕੀ ਕਰਦਾ ਸੀ, ਉਹੀ ਤੇਰੇ ਨਾਲ ਕਰੂਗਾ। ਕਿਉਂਕਿ ਬੱਚਿਆਂ ਨੇ ਤਾਂ ਉਹੀ ਕਰਨਾ ਹੈ ਜੋ ਉਹਨਾਂ ਨੇ ਆਲੇ ਦੁਆਲੇ ਦੇਖਣਾ ਹੈ। ਜੇ ਤੁਸੀਂ ਆਪਣੀ ਵਾਈਫ ਨੂੰ ਇਲ ਟਰੀਟ ਕਰ ਰਹੇ ਹੋ ਜਾਂ ਵਾਈਫ ਆਪਣੇ ਹਸਬੈਂਡ ਨੂੰ ਇਲ ਟਰੀਟ ਕਰ ਰਹੀ ਹੈ, ਉਹਨਾਂ ਨੂੰ ਵੀ ਲਾਇਸੈਂਸ ਮਿਲ ਜਾਂਦਾ। ਜਦੋਂ ਉਹ ਵਿਆਹੇ ਜਾਣਗੇ ਉਹ ਵੀ ਇਹੀ ਕੁਝ ਕਰਨਗੇ। ਜੇ ਤੁਸੀਂ ਆਪਣੇ ਪਾਰਟਨਰ ਦੀ ਰਿਸਪੈਕਟ ਕਰ ਰਹੇ ਹੋ ਤੇ ਉਹ ਵੀ ਜਾ ਕੇ ਰਿਸਪੈਕਟ ਕਰਨਗੇ। ਜੇ ਤੁਸੀਂ ਮਾੜੀਆਂ ਗੱਲਾਂ ਇਗਨੋਰ ਕਰਕੇ ਬਲਿਸਫੁਲੀ ਹੈਪੀਲੀ ਜੀ ਰਹੇ ਹੋ, ਉਹ ਵੀ ਕੋਸ਼ਿਸ਼ ਕਰਨਗੇ ਵੀ ਅਸੀਂ ਚੀਜ਼ਾਂ ਇਗਨੋਰ ਕਰਕੇ ਸਹੀ ਤਰੀਕੇ ਨਾਲ ਜੀਏ। ਕਿਉਂਕਿ ਇਹ ਗੱਲ ਨਾ ਕਰਨ ਦਾ ਮੇਰਾ ਕਾਰਨ ਇਹੀ ਸੀਗਾ ਕਿ ਕਈ ਵਾਰ ਨਾ ਘਰਾਂ 'ਚ ਆਪਾਂ ਉੱਦਾਂ ਦਾ ਮਾਹੌਲ ਬਣਾ ਲੈਂਦੇ ਹਾਂ ਜਿਹਦੇ ਲਈ ਆਪਾਂ ਲੱਗਦਾ ਹੁੰਦਾ ਇਹ ਸਾਡੇ ਦੋਵਾਂ ਦੀ ਉਹ ਗੱਲ ਸੀ, ਜਾਂ ਇਹਦਾ ਮਤਲਬ ਕੁਝ ਨਹੀਂ ਹੋਣ ਲੱਗਿਆ ਹੈਗਾ, ਮਤਲਬ ਇਹ ਕਿ ਨੋਰਮਲ ਗੱਲ ਸੀਗੀ। ਘਰਾਂ 'ਚ ਲੜਾਈ ਝਗੜੇ ਹੁੰਦੇ ਹੀ ਹੁੰਦੇ ਨੇ, ਪਰ ਮੈਨੂੰ ਲੱਗਦਾ ਹੁੰਦਾ ਕਿ ਹੋ ਸਕਦਾ ਤੁਹਾਡੇ ਲਈ ਬਹੁਤ ਨੋਰਮਲ ਜੇ ਛੋਟਾ ਜਿਹਾ ਲੜਾਈ ਝਗੜਾ ਹੋਵੇ, ਪਰ ਤੁਹਾਡਾ ਬੱਚਾ ਇਸ ਟਾਈਮ ਉਸ ਸਟੇਜ 'ਚ ਨਹੀਂ ਹੈਗਾ ਜਦੋਂ ਉਹਨੂੰ ਇਹ ਲੜਾਈ ਝਗੜਾ ਨੋਰਮਲ ਲੱਗੇ, ਹੈ ਨਾ? ਨਹੀਂ, ਚਾਹੇ ਤੁਸੀਂ ਕੁਝ ਵੀ ਨਾ ਬੋਲੋ, ਜੇ ਤੁਸੀਂ ਅੰਦਰੋਂ ਪਰੇਸ਼ਾਨ ਹੋ ਤੇ ਤੁਹਾਡੀ ਵਾਈਬ੍ਰੇਸ਼ਨ ਸਾਰੇ ਘਰ 'ਚ ਫੈਲੇਗੀ। ਬਿਲਕੁਲ। ਤੁਹਾਨੂੰ ਲੱਗੇਗਾ ਯਾਰ ਅੱਜ ਮਜ਼ਾ ਨਹੀਂ ਆ ਰਿਹਾ। ਉਹ ਮਜ਼ਾ ਕਿਉਂ ਨਹੀਂ ਆ ਰਿਹਾ? ਵੀ ਕੋਈ ਨਾ ਕੋਈ ਇੱਥੇ ਪਰੇਸ਼ਾਨ ਹੈ। ਤੁਹਾਡੇ ਘਰ ਦੇ ਵਿੱਚ ਵੀ ਕੋਈ ਸਟ੍ਰੈਸਫੁਲ ਬੰਦਾ ਆ ਜਾਵੇ ਜਿਹੜਾ ਅੰਦਰੋਂ ਨੈਗੇਟਿਵ ਹੈ, ਤੁਸੀਂ ਮਹਿਸੂਸ ਕਰ ਲੈਂਦੇ ਹੋ। ਜੇ ਤੁਸੀਂ ਮਹਿਸੂਸ ਕਰ ਸਕਦੇ ਹੋ, ਬੱਚੇ ਤਾਂ ਫਿਰ ਪਰਮਾਤਮਾ ਦਾ ਰੂਪ ਨੇ, ਹੁਣ ਤਾਂ ਇੱਕਦਮ ਪਤਾ ਲੱਗ ਜਾਂਦਾ ਵੀ ਅੱਜ ਕੁਝ ਠੀਕ ਨਹੀਂ ਹੈ, ਤੇ ਉਹ ਅਸਰ ਤਾਂ ਹੋਊਗਾ ਹੀ। ਬਿਲਕੁਲ। ਇੱਕ ਮੈਂ ਗੱਲ ਕਰਨਾ ਚਾਹੁੰਦੀ ਸੀ ਕਿ ਜਦੋਂ ਔਰਤਾਂ ਮਾਂ ਬਣ ਜਾਂਦੀਆਂ ਨੇਗੀਆਂ ਤਾਂ ਬਹੁਤੀ ਵਾਰੀ ਇੱਦਾਂ ਹੁੰਦਾ ਹੈ ਕਿ 10 ਚੋਂ 18 ਔਰਤਾਂ ਨੂੰ ਡਿਪਰੈਸ਼ਨ ਹੁੰਦਾ ਆ, ਤੇ ਉਸ ਡਿਪਰੈਸ਼ਨ ਨੂੰ ਕਈ ਲੋਕੀ ਸਮਝ ਲੈਂਦੇ ਨੇ ਕਿ ਇਹ ਇੱਕ ਟਰਾਂਸਫੋਰਮੇਸ਼ਨ ਦੇ ਵਿੱਚੋਂ ਨਿਕਲ ਰਹੀ ਆ, ਤਾਂ ਇਸ ਕਰਕੇ ਦਾ ਬਿਹੇਵੀਅਰ ਆ, ਸਾਨੂੰ ਥੋੜ੍ਹਾ ਜਿਹਾ ਇਹਨੂੰ ਮੋਰਲੀ ਸਪੋਰਟ ਕਰਨਾ ਪੈਣਾ ਹੈ। ਤਾਂ ਬਹੁਤੇ ਘਰਾਂ ਦੇ ਵਿੱਚ ਉਹ ਸਪੋਰਟ ਕਈ ਵਾਰ ਔਰਤਾਂ ਨੂੰ ਨਹੀਂ ਵੀ ਮਿਲਦੀ, ਤੇ ਉਹ ਡਿਪਰੈਸ਼ਨ ਅੱਗੇ ਜਾ ਕੇ ਹੋਰ ਖਰਾਬ ਹੋ ਜਾਂਦਾ ਵਾ ਨਾ। ਸੋ ਔਰਤਾਂ ਨੂੰ ਉਸ ਸਮੇਂ ਡਿਪਰੈਸ਼ਨ ਕਿਉਂ ਹੁੰਦਾ? ਕਿਉਂਕਿ ਤੁਸੀਂ ਡਾਕਟਰ ਹੋ, ਸ਼ਾਇਦ ਮੇਰੇ ਨਾਲੋਂ ਬਿਹਤਰ ਜਵਾਬ ਦੇ ਸਕਦੇ ਹੋ ਜਾਂ ਸਾਨੂੰ ਬਿਹਤਰ ਤਰੀਕੇ ਦੇ ਨਾਲ ਸਮਝਾ ਸਕਦੇ ਹੋ। ਤੇ ਉਹ ਕਿਹੜੇ ਸਿੰਪਟਮਸ ਨੇ ਜਿਹੜੇ ਕਿ ਪਰਿਵਾਰ ਨੂੰ ਉਸ ਵਕਤ ਇੱਕ ਔਰਤ ਦੇ ਵਿੱਚ ਦੇਖਣੇ, ਨੋਟਿਸ ਕਰਨੇ, ਓਬਜ਼ਰਵ ਕਰਨੇ ਜ਼ਰੂਰੀ ਹੋ ਜਾਂਦੇ ਨੇ? ਤੇ ਜੇ ਉਹ ਓਬਜ਼ਰਵ ਕਰਦੇ ਨੇ ਕਿ ਹਾਂ ਇਹਦੇ 'ਚ ਹੁਣ ਕੁਛ ਇੱਦਾਂ ਦੇ ਸਿੰਪਟਮਸ ਨੇ, ਕਿਉਂਕਿ ਬੋਲ ਕੇ ਤਾਂ ਕੋਈ ਵੀ ਨਹੀਂ ਕਹਿੰਦਾ ਕਿ ਮੈਂ ਡਿਪਰੈਸ਼ਨ 'ਚ ਆ ਇਸ ਟਾਈਮ, ਹੈ ਨਾ, ਜਾਂ ਮੇਰੇ 'ਤੇ ਧਿਆਨ ਦਿਓ। ਅਗਰ ਉਹ ਦੇਖ ਰਹੇ ਨੇ ਕਿ ਇਹਦੇ 'ਚ ਆਹ ਲੱਛਣ ਸਾਨੂੰ ਦਿਸ ਰਹੇ ਨੇ, ਇਸ ਵਕਤ ਡਿਪਰੈਸ਼ਨ ਦੇ ਨੇਗੇ, ਤਾਂ ਅਸੀਂ ਇਹਨੂੰ ਕਿਹੋ ਜਿਹਾ ਮਾਹੌਲ ਦੇਣਾ ਘਰ ਦੇ ਵਿੱਚ? ਐਕਚੁਅਲੀ ਇਹਨੂੰ ਪੋਸਟਮਾਰਟਮ ਡਿਪਰੈਸ਼ਨ ਕਹਿੰਦੇ ਆ, ਪੋਸਟ ਡਿਲੀਵਰੀ ਡਿਪਰੈਸ਼ਨ। ਇੱਕ ਵੱਡਾ ਕਾਰਨ ਤਾਂ ਹੁੰਦਾ ਕਿ ਬੱਚੇ ਨੂੰ ਸਸਟੇਨ ਕਰਨ ਵਾਸਤੇ ਜਿਹੜੇ ਫੀਮੇਲ ਕੈਮੀਕਲਸ ਹੁੰਦੇ ਨੇ, ਈਸਟ੍ਰੋਜਨ, ਪ੍ਰੋਜੈਸਟਰੋਨ, ਉਹ ਬੜੀ ਹਾਈ ਮਾਤਰਾ 'ਚ ਹੁੰਦੇ ਨੇ, ਕਿਉਂਕਿ ਉਹਨਾਂ ਨੇ ਬੱਚੇ ਨੂੰ ਸਸਟੇਨ ਕਰਨਾ ਹੁੰਦਾ। ਜਦੋਂ ਹੀ ਡਿਲੀਵਰੀ ਹੋ ਜਾਂਦੀ ਹੈ ਉਹ ਇੱਕਦਮ ਫਾਲ ਕਰਦੇ ਨੇ, ਤੇ ਉਹਦੀ ਜਗ੍ਹਾ 'ਤੇ ਮਿਲਕ ਪ੍ਰੋਡਿਊਸ ਕਰਨ ਵਾਲੇ ਹਾਰਮੋਨਸ ਉਹ ਰਿਪਲੇਸ ਕਰਦੇ ਨੇ। ਕਿਉਂਕਿ ਮਿਲਕ ਉਹ ਪਹਿਲੇ ਹਾਰਮੋਨ ਨਹੀਂ ਸੀ ਰਿਕੁਆਇਰਡ, ਪਹਿਲੇ ਸੀ ਪ੍ਰੈਗਨੈਂਸੀ ਨੂੰ ਸਸਟੇਨ ਕਰਨ ਵਾਲੇ, ਹੁਣ ਚਾਹੀਦੇ ਬੱਚੇ ਨੂੰ ਸਸਟੇਨ ਕਰਨ ਵਾਲੇ। ਉਹ ਕਈ ਵਾਰੀ ਜਿਹੜਾ ਸਡਨ ਹਾਰਮੋਨਲ ਚੇਂਜ ਹੁੰਦਾ ਉਹ ਨੈਗੇਟਿਵਲੀ ਫੀਮੇਲ ਬਾਡੀ ਨੂੰ ਇੰਪੈਕਟ ਕਰਦਾ। ਦੂਜਾ, ਲਾਈਫ ਬਿਲਕੁਲ ਚੇਂਜ ਹੋ ਗਈ। ਕਿੱਥੇ ਉਹ ਫ੍ਰੀ ਬਰਡ ਸੀ, ਹੁਣ ਉਹਦੀ ਸਾਰੀ ਲਾਈਫ ਜਿਹੜੀ ਹੈ ਉਹ ਬੱਚੇ ਨਾਲ ਕੇਂਦਰਿਤ ਹੋ ਗਈ।
ਤੇ ਉਸ ਸਟੇਜ ਤੇ ਜੇ ਬੱਚੇ ਨੂੰ ਸੰਭਾਲਣ ਦੇ ਵਿੱਚ ਬਾਕੀਆਂ ਤੋਂ ਸਪੋਰਟ ਨਾ ਆਵੇ ਤੇ ਇਟ ਬਿਕਮਸ ਟੂ ਸਟ੍ਰੈਸਫੁਲ ਫॉर द ਲੇਡੀ। ਉਸ ਵੇਲੇ ਘਰਦਿਆਂ ਨੂੰ ਇਹ ਚਾਹਣੇ ਚਾਹੀਦਾ, ਉਹ ਬੱਚਾ ਸਿਰਫ ਔਰਤ ਦਾ ਨਹੀਂ ਹੋਇਆ, ਔਰਤ ਦਾ ਤਾਂ ਸਰੀਰ ਯੂਜ਼ ਹੋਇਆ, ਬੱਚਾ ਤਾਂ ਬਰਾਬਰ ਦਾ ਬੰਦੇ ਦਾ ਵੀ ਹੈ ਬਿਲਕੁਲ। ਤੇ ਜੇ ਉਹ ਕਵੇ ਜੀ ਤੇਰਾ ਬੱਚਾ ਤੂੰ ਸਾਂਭ, ਮੈਂ ਤਾਂ ਚੱਲਾ ਦੋਸਤਾਂ ਕੋਲ, ਤੇ ਉਹ ਡਿਪਰੈਸ਼ਨ ਦਾ ਵੱਡਾ ਕਾਰਨ ਹੋ ਜਾਂਦਾ। ਆਈ ਥਿੰਕ ਬੱਚੇ ਲਈ ਵੀ ਚੰਗਾ ਕਿ ਉਹਨੂੰ ਫਾਦਰ ਵੀ ਟੱਚ ਕਰੇ, ਮਦਰ ਵੀ ਟੱਚ ਕਰੇ। ਮਦਰ ਤਾਂ ਚਲੋ ਟੱਚ ਕਰਨਾ ਹੀ ਹੈ। ਜੇ ਫਾਦਰ ਨਾਲ ਬੱਚੇ ਨੇ ਕਨੈਕਟ ਹੋਣਾ ਤੇ ਫਾਦਰ ਨੂੰ ਜੰਮਦੇ ਸਾਰ ਬੱਚੇ ਨੂੰ ਗੋਦੀ ਚੁੱਕਣਾ, ਉਹਦੀ ਕੇਅਰ ਕਰਨੀ, ਉਹ ਹੈਲਪ ਕਰਨੀ ਚਾਹੀਦੀ ਹੈ। ਐਂਡ ਇਟ ਇਜ਼ ਗੁੱਡ ਫॉर द ਮੈਂਟਲ ਹੈਲਥ ਆਫ ਫਾਦਰ, ਮਦਰ ਐਂਡ ਦ ਨਿਊ ਕਮਰ। ਤੇ ਸਿੰਪਟਮਸ ਕੀ ਹੋ ਸਕਦੇ ਨੇ? ਸਿੰਪਟਮ ਚਿੜਚਿੜਾਪਨ, ਹਾਸਾ ਖੇਡੇ ਦਾ ਕਮੀ ਹੋ ਜਾਣੀ, ਵੀ ਘਰ 'ਚ ਬੱਚਾ ਹੋਇਆ ਪਰ ਮੈਨੂੰ ਮਜ਼ਾ ਨਹੀਂ ਆ ਰਿਹਾ। ਤੁਸੀਂ ਕਹਿੰਦੇ ਵੀ ਯਾਰ ਵੀ ਇਹ ਬੱਚਾ ਹੋਇਆ ਪਰ ਹੱਸ ਹੀ ਨਹੀਂ ਰਹੀ, ਚੁੱਪ ਚੁੱਪ ਜੀ ਰਹੀ ਜਾਂਦੀ ਹੈ, ਹੈ ਨਾ, ਰੋਈ ਜਾਂਦੀ ਮਾੜੀ ਮਾੜੀ ਗੱਲ 'ਤੇ, ਹੈ ਨਾ, ਸੌਂਦੀ ਨਹੀਂ, ਹੈ ਨਾ। ਤੇ ਇਹ ਸਾਰੇ ਸਿੰਪਟਮ ਸਭ ਤੋਂ ਪਹਿਲੇ ਤਾਂ ਲੇਡੀ ਨੂੰ ਖੁਦ ਪਤਾ ਲੱਗਣਗੇ, ਪਰ ਜੇ ਵਧੂਗਾ ਤੇ ਫਿਰ ਹਰ ਇੱਕ ਨੂੰ ਲੱਗੂਗਾ ਯਾਰ ਜਿਵੇਂ ਬੱਚਾ ਹੋਣ 'ਤੇ ਇੱਕ ਔਰਤ ਨੂੰ ਖੁਸ਼ ਹੋਣਾ ਚਾਹੀਦਾ ਤੇ ਉਨੀ ਖੁਸ਼ ਨਹੀਂ ਨਜ਼ਰ ਆ ਰਹੀ। ਤੇ ਜਦੋਂ ਵੀ ਤੁਹਾਨੂੰ ਕੁਛ ਲੱਗਦਾ ਹੈ ਵੀ ਇਹ ਨੋਰਮਲ ਨਹੀਂ ਹੈ, ਤੁਹਾਡਾ ਫਰਜ਼ ਬਣਦਾ ਹੈ, ਤੁਹਾਡਾ ਘਰ ਦਾ ਮੈਂਬਰ ਹੈ, ਪੁੱਛੋ ਵੀ ਕੀ ਹੋ ਗਿਆ। ਤੇ ਮੈਨੂੰ ਲੱਗਦਾ ਜੇ ਤੁਸੀਂ ਪ੍ਰੋਪਰਲੀ ਨਸੀਹਤਾਂ ਨਾ ਦਿਓ, ਕਿਉਂਕਿ ਡਿਪਰੈਸ਼ਨ 'ਚ ਨਸੀਹਤ ਨਹੀਂ ਚੱਲਦੀ। ਡਿਪਰੈਸ਼ਨ 'ਚ ਹੁੰਦੀ ਹੈ ਵੀ ਉਹਨੂੰ ਹੱਕ ਕਰੋ ਤੇ ਉਹਦੇ ਕੋਲ ਬੈਠੋ ਤੇ ਉਹਦੀ ਗੱਲ ਸੁਣੋ। ਜੇ ਤੁਸੀਂ ਅਟੈਂਟਿਵਲੀ, ਚਾਹੇ ਉਹ ਕਹਿ ਰਹੀ ਹੈ ਮੈਨੂੰ ਰੋਣ ਨੂੰ ਦਿਲ ਕਰਦਾ, ਤੁਸੀਂ ਇਹ ਨਸੀਹਤ ਦਿਓਗੇ ਰੋਣਾ ਕਿਆ, ਮੁੰਡਾ ਹੋਇਆ, ਇਹ ਨਹੀਂ ਗੱਲ। ਉਹ ਜੋ ਕਹਿਣਾ ਚਾਹੁੰਦੀ ਹੈ ਅਟੈਂਟਿਵਲੀ ਸੁਣੋ, ਉਹਨੂੰ ਹੱਕ ਕਰੋ, ਉਹਨੂੰ ਦੱਸ ਮੈਂ ਤੇਰੀ ਕੀ ਹੈਲਪ ਕਰਾਂ, ਬੱਚੇ ਨੂੰ ਸੰਭਾਲੋ। ਡਿਪਰੈਸ਼ਨ ਬਿਨਾਂ ਦਵਾਈਆਂ ਦੇ ਵੀ ਘਟ ਜਾਏਗੀ। ਬਿਲਕੁਲ। ਮੈਂ ਇੱਕ ਆਪਣੇ ਆਰਟਿਸਟ ਨੇ ਜੈਸਮਿਨ ਸੈਂਡਲਸ, ਉਹਨਾਂ ਨੂੰ ਇੰਟਰਵਿਊ ਕਰ ਰਹੀ ਸੀਗੀ ਤੇ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਸੀਗੇ। ਉਹ ਕਹਿੰਦੇ ਆਪਾਂ ਜੇ ਇੱਥੇ ਕਿਸੇ ਨੂੰ ਕਹਿ ਦਈਏ ਨਾ ਵੀ ਮੇਰਾ ਦਿਲ ਨਹੀਂ ਲੱਗ ਰਿਹਾ ਹੈਗਾ ਜਾਂ ਮੈਨੂੰ ਵਧੀਆ ਮਹਿਸੂਸ ਨਹੀਂ ਹੋ ਰਿਹਾ, ਹੈ ਨਾ, ਤਾਂ ਕਹਿੰਦੇ ਆਪਣੇ ਬਹੁਤੇ ਲੋਕੀ ਇਹ ਰਿਐਕਸ਼ਨ ਦਿੰਦੇ ਨੇ ਕਿ ਕੀ ਹੋਇਆ, ਕਿਧਰੇ ਤੈਨੂੰ ਕੁਛ ਹੋਇਆ ਹੈਗਾ, ਚੱਲ ਆਪਾਂ ਐਂ ਕਰੀਏ ਜੋ ਐਂ ਕਰੀਏ। ਕਹਿੰਦੇ ਹਾਲਾਂਕਿ ਹੋਣਾ ਇਹ ਚਾਹੀਦਾ ਕਿ ਮੈਨੂੰ ਦੱਸ ਤੈਨੂੰ ਕੀ ਹੋਇਆ, ਤੂੰ ਕੀ ਮਹਿਸੂਸ ਕਰ ਰਿਹਾ ਵਾ, ਹੈ ਨਾ। ਪਰ ਆਪਣੀ ਰਿਐਕਸ਼ਨ ਉਲਟ ਆਉਂਦਾ ਵਾ। ਉਲਟ ਨੇ, ਅਸੀਂ ਦੂਜੇ ਨੂੰ ਸਨੱਬ ਕਰਨ ਲੱਗ ਪੈਂਦੇ ਹਾਂ, ਤੇਰੇ ਕੋਲ ਸਾਰਾ ਕੁਝ ਤਾਂ ਹੈਗਾ, ਹੋਰ ਤੈਨੂੰ ਕੀ ਚਾਹੀਦਾ, ਤੈਨੂੰ ਸੂਟ ਲਿਆਤੇ, ਹੈ ਨਾ, ਤੈਨੂੰ ਸ਼ਾਪਿੰਗ ਕਰਾਤੀ, ਚੱਲ ਤੈਨੂੰ ਮੈਂ ਹੋਰ ਕੀ ਲਿਆ ਦੇਵਾਂ। ਉਹ ਐਕਚੁਅਲੀ ਨਾ ਸਮਝੀ ਦੀਆਂ ਗੱਲਾਂ। ਜਦੋਂ ਕੋਈ ਡਿਪਰੈਸ਼ਨ 'ਚ ਤੁਹਾਡੇ ਨਾਲ ਕੋਈ ਕਨਫਾਈਡ ਕਰ ਰਿਹਾ, ਤੁਸੀਂ ਸਿਰਫ ਸੁਣੋ, ਸੁਣਨ ਨਾਲ ਹੀ ਉਹ ਰਿਲੀਵ ਹੋ ਜਾਏਗਾ। ਕਈ ਵਾਰੀ ਤੁਹਾਡਾ ਦਿਮਾਗ ਇੰਨਾ ਭਰਿਆ ਹੁੰਦਾ ਤੇ ਤੁਸੀਂ ਜਦੋਂ ਬੋਲਦੇ ਹੋ ਹੌਲੀ ਹੌਲੀ ਖਾਲੀ ਹੁੰਦਾ ਜਾਂਦਾ, ਤੁਸੀਂ ਤਾਂ ਵੀ ਵਧੀਆ ਮਹਿਸੂਸ ਕਰਨ ਲੱਗ ਜਾਂਦੇ ਹੋ। ਪਰ ਜੇ ਅਗਲਾ ਬੰਦਾ ਨਹੀਂ ਸੁਣਦਾ, ਤੁਸੀਂ ਅੰਦਰ ਹੀ ਚਲਾਈ ਜਾਂਦੇ ਹੋ ਵੀ ਜੇ ਮੈਂ ਇਹਨੂੰ ਕਿਹਾ ਫਿਰ ਮੈਨੂੰ ਦੁਬਾਰਾ ਕਹੇਗਾ, ਉਹਦੇ ਨਾਲ ਤੁਹਾਡੀ ਡਿਪਰੈਸ਼ਨ ਐਂਗਜ਼ਾਇਟੀ ਵੱਧਦੀ ਹੈ। ਬਿਲਕੁਲ। ਇਸੇ ਚੀਜ਼ ਤੇ ਅਗਲਾ ਸਵਾਲ ਆ ਕਿ ਕਈ ਲੋਕ ਸਮਝਦੇ ਨੇ ਕਿ ਸ਼ਾਇਦ ਜ਼ਿੰਦਗੀ 'ਚ ਕੁਛ ਨਾ ਸਹੀ ਹੋਣ ਦਾ ਕਾਰਨ, ਮਤਲਬ ਕੁਛ ਵੀ ਜੇ ਸਹੀ ਨਹੀਂ ਹੋ ਰਿਹਾ ਇਹਦਾ ਮਤਲਬ ਤਾਂ ਉਹਨੂੰ ਡਿਪਰੈਸ਼ਨ ਹੋ ਗਿਆ। ਕਈ ਵਾਰੀ ਕਈ ਲੋਕ ਕਹਿ ਦਿੰਦੇ ਨੇ ਵੀ ਜਿਵੇਂ ਹੁਣੇ ਆਪਾਂ ਗੱਲ ਕਰਕੇ ਹਟੇ ਹਾਂ ਵੀ ਸਾਰਾ ਕੁਛ ਵਧੀਆ, ਸੈਟਲ ਵੀ ਆ, ਵਧੀਆ ਪੜ੍ਹਿਆ ਲਿਖਿਆ ਵਾ, ਵਧੀਆ ਕਮਾ ਵੀ ਰਿਹਾ, ਵੀ ਫਿਰ ਕਿਉਂ ਡਿਪਰੈਸ਼ਨ ਹੋ ਗਿਆ? ਕਿ ਸਿਰਫ ਅਨਸਕਸੈਸਫੁਲ ਲੋਕਾਂ ਨੂੰ ਹੀ ਡਿਪਰੈਸ਼ਨ ਹੁੰਦਾ? ਕਈ ਲੋਕਾਂ ਨੂੰ ਇਹ ਲੱਗਦਾ ਹੈ ਕਿ ਡਿਪਰੈਸ਼ਨ ਤਾਂ ਉਦੋਂ ਹੀ ਹੁੰਦਾ ਜਦੋਂ ਲਾਈਫ 'ਚ ਕੁਛ ਵਧੀਆ ਨਾ ਚੱਲ ਰਿਹਾ ਹੋਵੇ। ਨਹੀਂ, ਆਪਾਂ ਸਕਸੈਸਫੁਲ ਦੀ ਜਿਹੜੀ ਡੈਫੀਨੇਸ਼ਨ ਅਸੀਂ ਮੰਨਦੇ ਹਾਂ, ਉਹ ਦੁਨੀਆ ਦੇ ਵਿੱਚ ਬਾਹਰੀ ਤੌਰ 'ਤੇ ਸਕਸੈਸਫੁਲ ਹੋਣਾ ਸਮਝਦੇ ਹਾਂ। ਸਕਸੈਸ ਬੇਸਿਕਲੀ ਖੁਸ਼ ਰਹਿਣਾ ਹੈ। ਉਹ ਤੁਸੀਂ ਆਪਾਂ ਬਹੁਤ ਬੰਦੇ ਦੇਖੇ ਜਿਨ੍ਹਾਂ ਦੀ ਕੋਈ ਕਮਾਈ ਨਹੀਂ ਹੈ ਪਰ ਪੂਰੇ ਖੁਸ਼ ਨੇ, ਉਹ ਸਕਸੈਸਫੁਲ ਨੇ। ਪਰ ਜਿਹੜੇ ਇੱਕ ਮ੍ਰਿਗ ਤ੍ਰਿਸ਼ਨਾ ਦੀ ਤਰ੍ਹਾਂ ਭਜਦੇ ਨੇ ਵੀ ਮੈਂ ਇਹ ਘਰ ਬਣ ਜੇ ਮੈਂ ਖੁਸ਼ ਹੋ ਜਾਊਂਗਾ, ਜਿੱਦਣ ਘਰ ਦਾ ਉਦਘਾਟਨ ਹੁੰਦਾ ਕਹਿੰਦੇ ਯਾਰ ਪਿਛਲਾ ਪਲਾਟ ਵੀ ਮੈਂ ਖਰੀਦ ਲੈਣਾ, ਲਾਉਣ ਵੱਡਾ ਕਰਨਾ। ਹਾਲੇ ਘਰ ਗਏ ਹੈ ਨਹੀਂ ਪਰ ਖੁਸ਼ੀ ਪਹਿਲਾਂ ਹੀ ਖਤਮ ਹੈ ਵੀ ਹਲੇ ਲਾਉਣ ਵੱਡਾ ਕਰਨਾ। ਬਿਲਕੁਲ। ਜਿਵੇਂ ਅਸੀਂ ਕੈਨੇਡਾ ਜਾਂਦੇ ਹਾਂ ਤੇ ਜਿਹਦਾ ਘਰ 'ਚ ਸ਼ਿਫਟ ਕਰਦਾ, ਹੁਣ ਮੇਰੇ ਕੋਲ ਪੈਸੇ ਇੰਨੇ ਸੀ, ਮੈਂ ਟਾਊਨ ਹਾਊਸ ਲੈ ਲਿਆ,
ਮੈਂ ਛੇਤੀ ਉਹ ਲੈ ਲੂੰਗਾ। ਯਾਰ ਤੂੰ ਪਹਿਲੇ ਟਾਊਨ ਹਾਊਸ ਨੂੰ ਤਾਂ ਇੰਜੋਏ ਕਰ ਲੈ। ਇੰਜੋਏ ਕਰੋ, ਹਾਂ। ਕਿੰਨੇ ਲੋਕ ਨੇ ਜਿਨ੍ਹਾਂ ਕੋਲ ਟਾਊਨ ਹਾਊਸ ਵੀ ਨਹੀਂ ਹੈ, ਹੈ ਨਾ? ਤੂੰ ਪਹਿਲੇ ਉਹਨੂੰ ਤਾਂ ਇੰਜੋਏ ਕਰ ਲੈ। ਕਿਤੇ ਨਾ ਕਿਤੇ ਸਾਨੂੰ ਜੋ ਸਾਡੇ ਕੋਲ ਹੈਗਾ ਤੇ ਜੋ ਅਸੀਂ ਹਾਂ ਉਹਦੇ ਨਾਲ ਕੰਫਰਟੇਬਲ ਹੋਣਾ ਆ ਹੀ ਨਹੀਂ ਰਿਹਾ। ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਵੀ ਇਹ ਹੋਣਾ ਚਾਹੀਦਾ। ਐਕਚੁਅਲੀ ਲਾਈਫ ਜੀਣ ਦਾ ਢੰਗ ਹੈ ਵੀ ਜੋ ਹੈ ਪਰਮਾਤਮਾ ਮੈਂ ਇਹਦੇ ਨਾਲ ਕੰਫਰਟੇਬਲ ਹਾਂ। ਮੈਨੂੰ ਜੋ ਮਿਲਿਆ ਮੈਂ ਬਿਲਕੁਲ 100% ਰਿਲੈਕਸਡ ਹਾਂ। ਜੋ ਵਿਦ ਟਾਈਮ ਹੋਈ ਜਾਏਗਾ ਠੀਕ ਹੈ, ਪਰ ਮੈਂ ਜੇ ਅੱਜ ਨਾਲ ਡਿਸਸੈਟਿਸਫਾਈਡ ਹਾਂ ਤੇ ਮੈਂ ਮੰਨ ਕੇ ਚੱਲਿਓ ਕਦੀ ਵੀ ਸੈਟਿਸਫਾਈਡ ਨਹੀਂ ਹੋਊਗਾ। ਜਿਹਨੂੰ ਇਹ ਆਦਤ ਪੈ ਗਈ ਵੀ ਮੈਂ ਅੱਜ ਦੇ ਦਿਨ 'ਚ ਡਿਸਸੈਟਿਸਫਾਈਡ ਹਾਂ, ਉਹ ਆਦਤ ਉਹਨੂੰ ਕਦੀ ਵੀ ਸੈਟਿਸਫਾਈ ਨਹੀਂ ਹੋਣ ਦੇਗੀ। ਹਾਂ, ਬਿਲਕੁਲ। ਇੱਕ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਕਿ ਸਾਡੇ ਬਹੁਤ ਨੇੜੇ ਤੋਂ ਕੋਈ ਰਿਸ਼ਤੇਦਾਰ ਨੇਗੇ, ਉਹਨਾਂ ਦੀ ਜਿੱਦਾਂ ਉਹਨਾਂ ਨੂੰ ਬ੍ਰੈਸਟ ਕੈਂਸਰ ਸੀ। ਮੈਂ ਇੱਕ ਗੱਲ 'ਤੇ ਗੱਲ ਪ੍ਰੋਗਰਾਮ 'ਚ ਵੀ ਉਹਨਾਂ ਬਾਰੇ ਗੱਲ ਕੀਤੀ। ਡਿਪਰੈਸ਼ਨ ਦਾ ਇੱਕ ਹੋਰ ਰੀਜ਼ਨ ਜਿਹੜਾ ਮੈਂ ਦੇਖਿਆ ਕਿ ਉਹਨਾਂ ਦੀ ਸਰਜਰੀ ਹੋ ਗਈ, ਉਹ ਰਿਕਵਰ ਕਰ ਗਏ, ਪਰ ਹੁਣ ਉਹ ਐਕਸਟ੍ਰੀਮ ਡਿਪਰੈਸ਼ਨ 'ਚ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਉਹ ਉਸ ਤਰੀਕੇ ਦੇ ਨਹੀਂ ਦਿਸਦੇ ਜਿਵੇਂ ਦੇ ਪਹਿਲਾਂ ਦਿਸਦੇ ਸੀਗੇ। ਉਹਨਾਂ ਦੇ ਬਾਲ ਛੋਟੇ ਹੋ ਗਏ ਜਾਂ ਉਹਨਾਂ ਦਾ ਮੂੰਹ ਉਸ ਤਰੀਕੇ ਦਾ ਨਹੀਂ ਲੱਗਦਾ, ਉਹਨਾਂ ਦੀ ਬਾਡੀ ਉਸ ਤਰੀਕੇ ਦੀ ਨਹੀਂ ਲੱਗਦੀ। ਆਪਣੀ ਫਿਜ਼ੀਕਲ ਅਪੀਅਰੈਂਸ ਨੂੰ ਲੈ ਕੇ ਉਹ ਕਾਫੀ ਚਿੰਤਾ 'ਚ ਨੇ। ਇੱਕ ਔਰਤ ਦੇ ਜਦੋਂ ਬੱਚਾ ਹੁੰਦਾ ਉਹ ਆਪਦੇ ਸਰੀਰ ਨੂੰ ਦੇਖ ਕੇ ਡਿਪਰੈਸ਼ਨ 'ਚ ਚਲੇ ਜਾਂਦੀ ਹੈ ਕਿ ਮੈਂ ਹੁਣ ਪਹਿਲਾਂ ਵਰਗੀ ਨਹੀਂ ਲੱਗ ਰਹੀ, ਮੇਰਾ ਭਾਰ ਵੱਧ ਗਿਆ, ਜਾਂ ਮੇਰੇ ਜਿਵੇਂ ਸੀ ਸੈਕਸ਼ਨ ਜਦੋਂ ਮੇਰਾ ਬੱਚਾ ਹੋਇਆ ਸੀਗਾ ਮੈਨੂੰ ਇਹੀ ਡਿਪਰੈਸ਼ਨ ਹੋ ਗਿਆ ਸੀ ਕਿ ਮੇਰੇ ਸਰੀਰ 'ਤੇ ਕੋਈ ਕੱਟ ਲੱਗ ਗਿਆ, ਜਾਂ ਮੇਰੀ ਬਾਡੀ ਦੀ એનર્ਜੀ ਉਵੇਂ ਦੀ ਨਹੀਂ ਰਹੀ ਜਿਵੇਂ ਦੀ ਪਹਿਲਾਂ ਸੀਗੀ, ਹੈ ਨਾ। ਸੋ ਅਗਰ ਜਾਂ ਕਿਸੇ ਦੇ ਨਾਲ ਕੋਈ ਦੁਰਘਟਨਾ, ਸੜਕ ਹਾਦਸਾ ਜਾਂ ਕੋਈ ਵੀ ਐਕਸੀਡੈਂਟ ਹੋ ਜਾਂਦਾ ਤਾਂ ਉਹਨਾਂ ਦਾ ਸਰੀਰ ਦਾ ਕੋਈ ਅੰਗ ਜੇ ਕੱਟਿਆ ਵੀ ਜਾਂਦਾ, ਜਾਂ ਕਈ ਵਾਰ ਉਹ ਨੋਰਮਲ ਤੁਰਦੇ ਤੁਰਦੇ ਲੰਗੜਾ ਕੇ ਤੁਰਨ ਲੱਗ ਜਾਂਦੇ ਨੇ, ਹੈ ਨਾ, ਜਾਂ ਚਿਹਰੇ 'ਤੇ ਕੋਈ ਨਿਸ਼ਾਨ ਆ ਗਿਆ, ਤਾਂ ਉਹ ਹਮੇਸ਼ਾ ਉਹਨਾਂ ਨੂੰ ਦੁਨੀਆ ਦਾ ਸਾਹਮਣਾ ਕਰਨ ਤੋਂ ਰੋਕਦਾ ਰਹਿੰਦਾ ਕਿ ਨਹੀਂ ਮੈਂ ਹੁਣ ਉਵੇਂ ਦਾ ਨਹੀਂ ਦਿਖਦਾ ਜਿਵੇਂ ਦਾ ਦੁਨੀਆ ਮੈਨੂੰ ਦੇਖਦੀ ਸੀ ਜਾਂ ਦੇਖਣਾ ਚਾਹੁੰਦੀ ਸੀ, ਜਾਂ ਜਿਵੇਂ ਦਾ ਦੁਨੀਆ ਦੀ ਨਜ਼ਰਾਂ ਦੇ ਵਿੱਚ ਇੱਕ ਸੋਹਣਾ ਇਨਸਾਨ ਹੁੰਦਾ ਆ। ਸੋ ਅਗਰ ਕੋਈ ਇਨਸਾਨ ਉਸ ਸਿਚੁਏਸ਼ਨ ਦੇ ਵਿੱਚ ਚਲੇ ਜਾਂਦਾ ਜਿਹੜੀ ਕਿ ਮੈਂ ਹੁਣੇ ਗੱਲ ਕੀਤੀ ਆ, ਤਾਂ ਉੱਥੇ ਆਪਦੇ ਆਪ ਨੂੰ ਮਾਨਸਿਕ ਤੌਰ 'ਤੇ ਉਹ ਕਿਵੇਂ ਤਿਆਰ ਰੱਖ ਸਕਦਾ? ਐਕਚੁਅਲੀ ਇਹ ਕਿਹਾ ਜਾਂਦਾ ਵੀ ਜੇ ਤੁਹਾਨੂੰ ਕੈਂਸਰ ਹੈ ਸਰੀਰ 'ਚ ਤੇ ਤੁਹਾਡੇ ਨੈਗੇਟਿਵ ਵਿਚਾਰ ਨੇ, ਕੈਂਸਰ ਨੂੰ ਹਲੇ ਰਹਿਣ ਦਿਓ, ਪਹਿਲੇ ਨੈਗੇਟਿਵ ਵਿਚਾਰ ਠੀਕ ਕਰੋ। ਕਿਉਂਕਿ ਕੈਂਸਰ ਹੁੰਦੇ ਹੋਏ ਵੀ ਬਹੁਤ ਬੰਦੇ ਜਿਹੜੇ ਨੈਗੇਟਿਵ ਨਹੀਂ ਹੈ ਉਹ ਖੁਸ਼ ਹੁੰਦੇ ਨੇ। ਹਾਂਜੀ। ਤੇ ਜੇ ਕੈਂਸਰ ਨਹੀਂ ਵੀ ਹੈ ਤੇ ਤੁਹਾਡੇ ਨੈਗੇਟਿਵ ਵਿਚਾਰ ਨੇ, ਤੁਸੀਂ ਸੋਚ ਕੇ ਵੀ ਮੈਨੂੰ ਕੈਂਸਰ ਨਾ ਹੋ ਜਾਏ, ਤੁਸੀਂ ਉਹਦੀ ਸਾਰੀ ਸਫਰਿੰਗ ਲੈ ਲੈਂਦੇ ਹੋ। ਬਿਲਕੁਲ ਸਹੀ। ਸੋ ਐਂਜ਼ਾਈਟੀ ਦਿਮਾਗ ਦਾ ਕੈਂਸਰ ਹੈ। ਭਗਤ ਸਿੰਘ ਦਾ ਅੱਜ ਦਿਹਾੜਾ ਪੋਜ਼ਿਟਿਵ ਸੀ, ਉਹ ਫਾਂਸੀ ਚੜ੍ਹਨ ਗਿਆ ਵੀ ਤੇ ਖੁਸ਼ੀ 'ਚ ਗਿਆ। ਜੇ ਤੁਸੀਂ ਪੋਜ਼ਿਟਿਵ ਹੋ ਤੇ ਤੁਸੀਂ ਸੂਲੀ 'ਤੇ ਵੀ ਹੱਸ ਕੇ ਚੜ੍ਹ ਸਕਦੇ ਹੋ, ਤੇ ਜੇ ਤੁਸੀਂ ਨੈਗੇਟਿਵ ਹੋ ਤੁਸੀਂ ਮੰਜੇ 'ਤੇ ਵੀ ਰੋ ਕੇ ਪੈ ਸਕਦੇ। ਇਟ ਇਜ਼ ਆਲ ਮਾਈਂਡ ਗੇਮ। ਹਰ ਬਾਡੀ ਦੇ ਵਿੱਚ ਚੇਂਜਸ ਆਉਣੀ ਹੈ, ਹਰ ਬਾਡੀ ਨੇ ਬਦਲਣਾ ਹੈ। ਜੇ ਤੁਸੀਂ ਜੋ ਹੋ ਉਹਦੇ ਨਾਲ ਕੰਫਰਟੇਬਲ ਨਹੀਂ ਹੋ ਤੇ ਤੁਸੀਂ ਸਫਰ ਕਰਨਾ ਹੀ ਹੈ। ਇਹ ਨਹੀਂ, ਇਹ ਹੋਣਾ ਚਾਹੀਦਾ, ਇਹੀ ਸਭ ਤੋਂ ਵੱਡਾ ਦੁੱਖ ਦਾ ਕਾਰਨ ਹੈ। ਹੁਣ ਮੇਰੇ ਕੋਲ ਇੱਕ ਬੰਦਾ ਆ ਗਿਆ, ਕਹਿੰਦਾ ਜੀ ਮੇਰੇ ਗੋਡੇ ਬਹੁਤ ਦੁਖਦੇ ਨੇ। ਮੈਂ ਕਿਹਾ ਮੂੰਹ ਵੀ ਦੁਖ ਰਿਹਾ? ਕਹਿੰਦਾ ਨਹੀਂ। ਮੈਂ ਫਿਰ ਮੂੰਹ ਸਿੱਧਾ ਕਰ ਪਹਿਲੇ। ਬਿਲਕੁਲ ਸਹੀ ਹੈ। ਮੈਂ ਕਿਹਾ ਤੂੰ ਗੋਡਾ ਤੂੰ ਥੋੜ੍ਹਾ, ਮੈਂ ਤੇਰੇ ਹੱਥੋਂ ਲੱਤ ਕੱਟਦਾ, ਤੂੰ ਮਰ ਜਾਏਗਾ? ਕਹਿੰਦਾ ਨਹੀਂ। ਮੈਂ ਕਿਹਾ ਫਿਰ ਤੂੰ ਗੋਡਾ ਕਿਉਂ ਬਣਿਆ ਪਿਆ? ਹੈ ਨਾ, ਮੇਰਾ ਬਾਂਹ ਜਿਹੜੀ ਹੈ ਉਹ ਕੱਟੀ ਗਈ, ਪਰ ਤੂੰ ਤਾਂ ਹੈਗਾ। ਤੂੰ ਤੇ ਹੈ ਨਾ। ਹਾਂ, ਇਹਦਾ ਮਤਲਬ ਜੋ ਤੂੰ ਹੈ ਉਹਨੂੰ ਪਛਾਣ, ਬਾਂਹ ਨਾ ਬਣ ਜਾ। ਸਗੋਂ ਮੈਂ ਕਹਿੰਦਾ ਹੁੰਦਾ ਵੀ ਪਰਮਾਤਮਾ ਬੜਾ ਦਿਆਲੂ ਹੈ। ਜੋ ਉਮਰ ਵੱਧਦੀ ਹੈ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਲੈ ਲੈਂਦਾ, ਤੁਹਾਡੀ ਕੰਨਾਂ ਦੀ ਆਵਾਜ਼ ਲੈ ਲੈਂਦਾ। ਉਹ ਕਹਿੰਦਾ ਇਹ ਸਾਰੀ ਉਮਰ ਤੂੰ ਬਾਹਰ ਹੀ ਭੱਜੀ ਜਾਣਾ, ਹੁਣ ਤੈਨੂੰ ਮੌਕਾ ਦੇ ਰਿਹਾ ਅਖੀਰਲਾ ਵੀ ਅੰਦਰ ਦੇਖ ਲੈ। ਹੁਣ ਇਹ ਨਜ਼ਰੀਆ ਕਿ ਤੁਸੀਂ ਪਰਮਾਤਮਾ ਦੀ ਦੇਣ ਨੂੰ ਕਰੋਪੀ ਸਮਝਣਾ ਕਿ ਉਹਨੂੰ ਦੇਣ ਸਮਝਣਾ ਵੀ ਪਰਮਾਤਮਾ ਕਹਿ ਰਿਹਾ ਬਾਹਰ ਬਹੁਤ ਦੇਖ ਲਿਆ, ਹੁਣ ਤੂੰ ਅੰਦਰ ਵੀ ਦੇਖ ਲੈ।
ਬਾਹਰ ਬਹੁਤ ਸੁਣ ਲਿਆ, ਹੁਣ ਆਪਣੇ ਆਪ ਨੂੰ ਵੀ ਸੁਣ ਲੈ, ਹੈ ਨਾ। ਭੱਜ ਭੱਜ ਵੜਦਾ ਹੈ ਮੰਦਰ ਮਸੀਤੀ, ਕਦੀ ਆਪਣੇ ਅੰਦਰ ਵੀ ਵੜਿਆ ਕਰ। ਐਵੇਂ ਅਸਮਾਨੀ ਉੱਡੀਆਂ ਫੜਦਾ ਹੈ, ਕਦੀ ਆਪਣੀ ਰਮਜ਼ ਵੀ ਫੜਿਆ ਕਰ। ਸਾਰਾ ਤੁਹਾਡਾ ਐਟੀਟਿਊਡ ਹੈ ਵੀ ਤੁਸੀਂ ਲਾਈਫ ਨੂੰ ਕਿੱਦਾਂ ਲੈਂਦੇ ਹੋ। ਲਾਈਫ 'ਚ ਕੁਛ ਵੀ ਚੰਗਾ ਨਹੀਂ ਹੈ, ਕੁਛ ਵੀ ਮਾੜਾ ਨਹੀਂ ਹੈ। ਉਹ ਚੰਗਾ ਮਾੜਾ ਤੁਹਾਡੇ ਐਟੀਟਿਊਡ ਦੇ ਉੱਪਰ ਹੈ। ਐਡੀ ਵੱਡੀ ਸ੍ਰਿਸ਼ਟੀ ਚੱਲ ਰਹੀ ਹੈ, ਰੋਜ਼ ਮਤਲਬ ਜਿਹਨੇ ਕੰਪਲੇਨ ਕਰਨਾ ਹੈ ਉਹ ਤਾਂ ਬਾਹਰ ਨਿਕਲਦੇ, ਅੱਜ ਧੁੱਪ ਬਹੁਤ ਹੈ, ਅਗਲੇ ਦਿਨ ਕਹਿਣਗੇ ਅੱਜ ਧੁੱਪ ਨਹੀਂ ਹੈਗੀ, ਅੱਜ ਗਰਮੀ ਬਹੁਤ ਹੈ। ਇਹੀ ਬੰਦੇ ਪਹਿਲੇ ਰੌਲਾ ਪਾ ਰਹੇ ਸੀ, ਪਹਿਲੇ ਠੰਡ ਬਹੁਤ ਹੈ। ਹਾਂ, ਗਰਮੀ ਬਹੁਤ ਹੋ ਗਈ, ਬਰਸਾਤ ਹੋਣੀ ਚਾਹੀਦੀ ਹੈ। ਜਦੋਂ ਬਰਸਾਤ ਹੋ ਜਾਂਦੀ ਕਹਿੰਦੇ ਚਿੱਕੜ ਬਹੁਤ ਹੋ ਗਿਆ। ਮੈਂ ਕਿਹਾ ਯਾਰ ਕਿਤੇ ਤਾਂ ਖੁਸ਼ ਹੋ ਲਓ। ਬਿਲਕੁਲ, ਆਪਾਂ ਹਮੇਸ਼ਾ ਕੰਪਲੇਨ ਕਰਦੇ ਹਾਂ, ਵਾਈ ਕਾਂਟ ਯੂ ਬੀ ਕੰਫਰਟੇਬਲ। ਯਾਰ ਬਾਹਰ ਕੁਦਰਤ ਨੂੰ ਪਤਾ ਹੈ ਵੀ ਉਹਨੇ ਕੀ ਕਰਨਾ ਹੈ, ਬਰਸਾਤ ਕਰਨੀ, ਠੰਡ ਕਰਨੀ, ਗਰਮੀ ਕਰਨੀ ਹੈ, ਹੈ ਨਾ। ਤੂੰ ਜਿਹੜਾ ਤੂੰ ਬਾਹਰ ਕੰਫਰਟੇਬਲ ਨਹੀਂ, ਤੂੰ ਆਪਣੇ ਨਾਲ ਕੰਫਰਟੇਬਲ ਨਹੀਂ ਹੈ, ਤੂੰ ਦੱਸ ਕਿਹਦੇ ਨਾਲ ਕੰਫਰਟੇਬਲ ਹੋਏਗਾ। ਸੋ ਜੇ ਜੋ ਵੀ ਤੁਹਾਡੇ ਬਾਹਰ ਵਾਪਰ ਰਿਹਾ, ਅੰਦਰ ਵਾਪਰ ਰਿਹਾ, ਜਦ ਤੱਕ ਤੁਸੀਂ ਉਹਦੇ ਬਿਲਕੁਲ ਅਲਾਈਨਮੈਂਟ 'ਚ ਨਹੀਂ ਆਓਗੇ, ਹਮੇਸ਼ਾ ਹੀ ਸੋਚਦਾਂਗੇ ਵੀ ਇੱਦਾਂ ਨਹੀਂ, ਇੱਦਾਂ ਹੋਣਾ ਚਾਹੀਦਾ ਸੀ, ਇਹਦਾ ਮਤਲਬ ਤੁਹਾਡੇ ਅੰਦਰ ਕਨਫਲਿਕਟ ਚੱਲ ਰਿਹਾ ਤੇ ਤੁਸੀਂ ਦੁਖੀ ਰਹੋਗੇ। ਇਹਨੂੰ ਕਹਿੰਦੇ ਦੁੱਖਾ, ਵੀ ਤੁਸੀਂ ਦੋ 'ਚ ਵੰਡਿਆ ਹੈ ਤੇ ਦੁੱਖਾ। ਸੁੱਖ ਕਹਿੰਦੇ ਨੇ ਸੁੱਖ ਆ ਵੀ ਤੂੰ ਅੰਦਰ ਆ ਗਿਆ। ਇਹ ਵਰਡ ਹੀ ਇੱਦਾਂ ਬਣੇ ਨੇ ਵੀ ਜਿਹੜਾ ਦੋ 'ਚ ਵੰਡਿਆ ਗਿਆ ਉਹ ਦੁਖੀ ਹੈ, ਵੀ ਤੂੰ ਹੈਗਾ ਜੋ ਹੈ ਪਰ ਤੂੰ ਕੰਫਰਟੇਬਲ ਨਹੀਂ ਹੈ, ਤੂੰ ਕੁਝ ਹੋਰ ਹੋਣਾ ਚਾਹੁੰਦਾ। ਤੇ ਜਿਹੜਾ ਸੁਖੀ ਬੰਦਾ ਉਹ ਜੋ ਹੈਗਾ ਉੱਥੇ ਹੀ ਕੰਫਰਟੇਬਲ। ਬਿਲਕੁਲ, ਜਿਵੇਂ ਸ਼ੁਰੂਆਤ 'ਚ ਕਿਹਾ ਤੁਸੀਂ ਕਿ ਇਹ ਡਿਪਰੈਸ਼ਨ ਜਿਹੜਾ ਸਬਜੈਕਟ ਆ ਜਾਂ ਐਂਗਜ਼ਾਇਟੀ ਜਿਹੜਾ ਸ਼ਬਦ ਆ, ਇਹ ਬਹੁਤ ਵਿਸ਼ਾਲ ਹੈ। ਸੋ ਮੈਨੂੰ ਲੱਗਦਾ ਕਿ ਘੰਟੇ ਦੇ ਵਿੱਚ ਆਪਾਂ ਉਨੀਆਂ ਗੱਲਾਂ ਜਾਂ ਹੋ ਸਕਦਾ ਕਿ ਪੂਰੀ ਤਰੀਕੇ ਦੇ ਨਾਲ ਉਹਨੂੰ ਨਾ ਸਮਝ ਸਕੀਏ, ਨਾ ਸਮਝਾ ਸਕੀਏ। ਪਰ ਮੈਂ ਚਾਹੂੰਗੀ ਕਿ ਅਗਰ ਆਖਿਰ ਦੇ ਉੱਪਰ ਤੁਸੀਂ ਕੁਝ ਕਹਿਣਾ ਹੋਵੇ ਆਡੀਅנס ਨੂੰ। ਇੱਕ ਮੈਨੂੰ ਲੱਗਦਾ ਵੀ ਹਰ ਇੱਕ ਬੰਦੇ ਨੂੰ ਸਭ ਤੋਂ ਸੌਖਾ ਤਰੀਕਾ ਹੈ ਵੀ ਇੱਕ ਸੋਸ਼ਲ ਗਰੁੱਪ ਬਣਾਵੇ, ਜਿੱਥੇ ਲਾਈਕ ਮਾਈਂਡਡ ਬੰਦੇ ਹੋਣ, ਉਹ ਹੱਸਣ ਖੇਡਣ। ਜਿਵੇਂ ਲਾਫਟਰ ਕਲੱਬ ਬਣੇ ਹੋਏ ਨੇ, ਉੱਥੇ ਕੋਈ ਦੁੱਖ ਦੀ ਗੱਲ ਨਾ ਹੋਵੇ, ਕੋਈ ਪ੍ਰੋਬਲਮਸ ਨਾ ਡਿਸਕਸ ਹੋਣ, ਉੱਥੇ ਸਿਰਫ ਖੁਸ਼ੀ ਦੀ ਗੱਲ ਹੋਵੇ। ਤੁਸੀਂ ਇਕੱਠੇ ਸੈਰ ਕਰੋ, ਇਕੱਠੇ ਘੁੰਮਣ ਜਾਓ, ਇਕੱਠੇ ਹੱਸੋ। ਇਹ ਸਭ ਤੋਂ ਸੌਖਾ ਹੈ। ਜਦੋਂ ਐਂਡ ਸੋਸ਼ਲ ਗਰੁੱਪ ਤੁਹਾਡਾ ਸਪੋਰਟ ਗਰੁੱਪ ਵੀ ਬਣ ਜਾਂਦਾ। ਤੁਸੀਂ ਇੱਕ ਦੂਜੇ ਦੇ ਦੁੱਖ ਸੁੱਖ 'ਚ ਜਾਓ, ਪਰ ਇੱਕ ਬੰਦੇ ਉਹਦੇ 'ਚ ਉਹੀ ਇਨਵੋਲਵ ਕਰੋ ਜਿਹੜੇ ਕਿਸੇ ਦੀ ਗੱਲ ਤੁਹਾਡੇ ਕੋਲ ਨਾ ਕਰਨ। ਜੇ ਕੋਈ ਤੁਹਾਡੇ ਸਾਹਮਣੇ ਕਿਸੇ ਦੀ ਗੱਲ ਕਰ ਰਿਹਾ, ਯਕੀਨ ਮੰਨਿਓ ਤੁਹਾਡੇ ਉੱਠਦੇ ਹੀ ਤੁਹਾਡੀ ਗੱਲ ਕਿਤੇ ਹੋਰ ਕਰੂਗਾ। ਸੋ ਕੋਈ ਵੀ ਬੰਦਾ ਉਹਦੇ 'ਚ ਇਹੋ ਜਿਹਾ ਨਾਲ ਇਨਵੋਲਵ ਹੋ, ਸਾਰੇ ਉਹ ਹੋਣ ਜਿਹੜੇ ਠੀਕ ਹੋਣਾ ਚਾਹੁੰਦੇ ਨੇ, ਲਾਈਫ ਨੂੰ ਇੰਜੋਏ ਕਰਨਾ ਚਾਹੁੰਦੇ ਨੇ। ਅਤੇ ਸਭ ਤੋਂ ਸੌਖਾ ਤਰੀਕਾ ਹੈ ਸੋਸ਼ਲ ਗਰੁੱਪ ਬਣਾਉਣਾ। ਉਹ ਚਾਹੇ 5 ਬੰਦਿਆਂ ਦਾ ਹੋਵੇ, ਚਾਹੇ 7 ਦਾ ਹੋਵੇ, ਚਾਹੇ 4 ਦਾ ਹੋਵੇ, ਪਰ ਬੰਦੇ ਉਹ ਹੋਣ ਜਿਹੜੇ ਹੱਸਣਾ ਚਾਹੁੰਦੇ ਨੇ, ਜਿਉਣਾ ਚਾਹੁੰਦੇ, ਜਿਹੜਾ ਬੜਾ ਸੌਖਾ ਹੈ। ਬਿਲਕੁਲ। ਸੋ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ, ਸਾਡੇ ਨਾਲ ਇੰਨੀਆਂ ਗੱਲਾਂ ਕੀਤੀਆਂ। ਵੀ ਸੋਸ਼ਲ 'ਤੇ ਤੁਸੀਂ ਦੂਜੀ ਵਾਰ ਹਾਜ਼ਰ ਹੋਏ, ਅਤੇ ਅਸੀਂ ਉਮੀਦ ਕਰਾਂਗੇ ਕਿ ਜਿੰਨਾ ਕੁ ਅਸੀਂ ਤੁਹਾਡੇ ਤੋਂ ਜਾਣ ਸਕਦੇ ਹਾਂ ਜਾਂ ਜਿੰਨੀ ਕੁ ਜਾਣਕਾਰੀ ਆਪਾਂ ਲੈ ਕੇ ਤੋਂ ਲੈ ਕੇ ਵੀ ਸੋਸ਼ਲ ਦੇ ਜ਼ਰੀਏ ਲੋਕਾਂ ਤੱਕ ਪਹੁੰਚਾ ਸਕਦੇ ਹਾਂ, ਅਤੇ ਅਸੀਂ ਵਾਰ-ਵਾਰ ਤੁਹਾਡੇ ਕੋਲ ਆਉਂਦੇ ਰਹਾਂਗੇ। ਥੈਂਕ ਯੂ ਵੈਰੀ ਮੱਚ, ਮੈਨੂੰ ਵੀ ਬਹੁਤ ਅੱਛਾ ਲੱਗਿਆ। ਅਤੇ ਜੇ ਕਿਸੇ ਨੂੰ ਵੀ ਕੋਈ ਗੱਲ ਕਿਸੇ ਦੀ ਲਾਈਫ 'ਚ ਬਦਲਾਵ ਲਿਆਂਦੀ ਹੈ, ਇਸ ਤੋਂ ਵੱਡਾ ਕੀ ਹੋ ਸਕਦਾ। ਸੋ ਇੱਕ ਵਾਰ ਫਿਰ ਤੁਹਾਡਾ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੋਸਤੋ, ਇਹ ਸਨ ਸਾਡੇ ਨਾਲ ਅੱਜ ਵੀ ਸੋਸ਼ਲ ਦੇ ਡਾਕਟਰ ਅਮਰਵੀਰ ਸਿੰਘ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ। ਗੱਲਬਾਤ ਬਹੁਤ ਮੁੱਢਲੀ ਸੀਗੀ ਡਿਪਰੈਸ਼ਨ ਅਤੇ ਐਂਗਜ਼ਾਇਟੀ ਨੂੰ ਲੈ ਕੇ, ਅਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਤੁਹਾਨੂੰ ਆਪਣੀ ਜ਼ਿੰਦਗੀ 'ਚ ਕੁਛ ਬਿਹਤਰ ਕਰਨ ਦੇ ਲਈ ਹੈਲਪਫੁਲ ਹੋਊਗੀ। ਆਪਣੇ ਆਪ ਨੂੰ ਤੁਸੀਂ ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ ਕਿਵੇਂ ਤੰਦਰੁਸਤ ਰੱਖਣਾ, ਜਿਹੜਾ ਕਿ ਬਹੁਤ ਜ਼ਰੂਰੀ ਆ। ਸਰੀਰਕ ਤੌਰ 'ਤੇ ਅਸੀਂ ਬੜਾ ਧਿਆਨ ਰੱਖਦੇ ਹਾਂ ਆਪਣਾ ਕਈ ਵਾਰੀ, ਪਰ ਅਸੀਂ ਆਪਣੀ ਮੈਂਟਲ ਹੈਲਥ ਨੂੰ ਹਮੇਸ਼ਾ ਇਗਨੋਰ ਕਰ ਦਿੰਦੇ ਹਾਂ। ਅਤੇ ਖਾਸ ਤੌਰ 'ਤੇ ਹੁਣ ਅਸੀਂ ਤਾਂ ਵੱਡੇ ਹੋ ਗਏ ਹਾਂ, ਚਲੋ ਹੁਣ ਅਸੀਂ ਆਪਣੇ ਆਪ 'ਤੇ ਜੋ ਕੰਮ ਕਰ ਸਕਦੇ ਹਾਂ ਉਹ ਤਾਂ ਕਰਾਂਗੇ ਹੀ, ਪਰ ਸਾਡੇ ਹੱਥ 'ਚ ਸਾਡੇ ਬੱਚੇ ਨੇ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਨੂੰ ਇੱਕ
ਹੈਲਦੀ ਮੈਂਟਲੀ ਤੇ ਫਿਜ਼ੀਕਲੀ ਇੱਕ ਜਨਰੇਸ਼ਨ ਦੇ ਸਕਦੇ ਹਾਂ, ਸਾਨੂੰ ਉਹਨਾਂ ਦੇ ਉੱਪਰ ਵੀ ਜ਼ਰੂਰ ਧਿਆਨ ਦੇਣਾ ਚਾਹੀਦਾ। ਇਹਨਾਂ ਗੱਲਾਂ ਬਾਤਾਂ ਦੇ ਨਾਲ ਮੈਂ ਗੁਰਦੀਪ ਗਰੇਵਾਲ ਤੁਹਾਡੇ ਤੋਂ ਇਜਾਜ਼ਤ ਚਾਹੁੰਦੀ ਹਾਂ। ਸਤਿ ਸ਼੍ਰੀ ਅਕਾਲ।